ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਮੈਂ ਹਾਂ ਬਲਕਾਰ ਸਿੰਘ ਤੇ ਅੱਜ ਅਸੀਂ ਤੁਹਾਨੂੰ ਪਤਾ ਹੈ ਕਿ ਉਹਨਾਂ ਮੁੱਦਿਆਂ ਨਾਲ ਤੁਹਾਡੀ ਸਾਂਝ ਪਾਵਾਂਗੇ ਜਿਹੜੇ ਮੁੱਦੇ ਸਾਡੇ ਇਰਦ ਗਿਰਦ ਪੰਜਾਬ, ਪ੍ਰਦੇਸ਼ਾਂ, ਦੇਸ਼ਾਂ ਤੇ ਬਾਕੀ ਬਾਹਰਲੇ ਦੇਸ਼ਾਂ ਵਿੱਚ ਵਾਪਰੇ ਨੇ। ਉਹਨਾਂ ਨਾਲ ਤੁਹਾਡੀ ਅਸੀਂ ਜਾਣਕਾਰੀ ਦੇਵਾਂਗੇ ਤੇ ਮੇਰੇ ਨਾਲ ਸਟੂਡੀਓ ਵਿੱਚ ਹੀ ਬੈਠੇ ਨੇ ਰੋਜ਼ ਦੀ ਤਰ੍ਹਾਂ ਖੰਨਾ ਜੀ। ਤੇ ਖੰਨਾ ਜੀ, ਉਹ ਦੱਸੋ ਵਿਸ਼ੇ ਜਿਹੜੇ ਸਿਆਸੀ ਮੁੱਦੇ ਜਿਹੜੇ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਤੇ ਉਹਨਾਂ 'ਚੋਂ ਭਖਦਾ ਕਿਹੜਾ ਮਸਲਾ? ਪਹਿਲੇ ਤਾਂ ਆਪਾਂ ਇਹ ਲੈਂਦੇ ਹਾਂ ਕਿ ਭਾਰਤ ਜੋੜੋ ਯਾਤਰਾ ਕਰਦੇ ਪਏ ਨੇ ਰਾਹੁਲ ਗਾਂਧੀ ਤੇ ਇੱਧਰੋਂ ਇੱਕ ਦੋ ਰਿਪੋਰਟਸ ਵੀ ਆਈਆਂ ਨੇ ਜੀ। ਇੱਕ ਤਾਂ ਹਿੰਡਨਬਰਗ ਦੀ ਰਿਪੋਰਟ ਆਈ ਹੈ, BBC ਦੀ ਡਾਕੂਮੈਂਟਰੀ ਰਿਪੋਰਟ ਹੈ। ਉਹ ਇੱਕ ਹੋਰ ਬਹੁਤ ਜ਼ਿਆਦਾ ਮਸਲਾ ਚੱਲਦਾ ਪਿਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਕਿ PM ਰਿਲੀਫ ਫੰਡ ਨੂੰ ਲੈ ਕੇ ਕਿ ਉਹ ਸਰਕਾਰੀ ਹੈ ਜਾਂ ਗੈਰ ਸਰਕਾਰੀ ਹੈ। ਇੱਕ ਇਹ ਵੀ ਬੜੀ ਡਿਸਕਸ਼ਨਸ ਡਿਬੇਟਸ ਬਣੀਆਂ ਹੋਈਆਂ। ਇਸ ਦੌਰਾਨ ਰਾਹੁਲ ਗਾਂਧੀ ਜੋ ਭਾਰਤ ਜੋੜੋ ਯਾਤਰਾ ਨੂੰ ਲੀਡ ਕਰਦੇ ਪਏ ਨੇ, ਉਹਨਾਂ ਦੀ ਇੱਕ ਸਟੇਟਮੈਂਟ ਆਈ ਹੈ, ਮੋਦੀ ਰਾਜ ਵਿੱਚ ਅਡਾਨੀ ਦੀ ਕਿਸਮਤ ਬਦਲੀ। ਸੋ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਸਟੇਟਮੈਂਟ ਹੈ। ਜਦੋਂ 2024 ਦੀਆਂ ਇਲੈਕਸ਼ਨ ਸਿਰ 'ਤੇ ਨੇ ਜੀ, ਸਾਲ ਜਾਂ 1 ਸਾਲ 2 ਮਹੀਨੇ ਰਹਿ ਗਏ ਨੇ ਔਰ ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਨੇ ਕਿ ਕਿਸ ਤਰ੍ਹਾਂ ਇਹ ਮੋਰਚਾ ਸਰ ਕਰਨਾ 2024 ਦਾ ਲੋਕ ਸਭਾ ਇਲੈਕਸ਼ਨਸ ਦਾ। ਸੋ ਇਸ ਸਟੇਟਮੈਂਟ ਦਾ ਕੀ ਮਤਲਬ ਹੈ ਔਰ ਕਿੰਨਾ ਕੁ ਅਸਰ ਪੈ ਸਕਦਾ ਇਹਦਾ ਆਉਣ ਵਾਲੀਆਂ ਇਲੈਕਸ਼ਨਸ ਦੇ ਉੱਤੇ? ਹਾਂ, ਅਸਲ 'ਚ ਇਹਨਾਂ ਨੇ ਜਿਹੜੀ ਜਿਹਨੂੰ ਕਹਿੰਦੇ ਦੁੱਖ ਦੀ ਰਗ 'ਤੇ ਹੱਥ ਪਾ ਲਿਆ ਔਰ ਉਹ ਪਹਿਲਾਂ ਵੀ ਜਿਹੜੀ ਇਹਨਾਂ ਦੀ ਸਰਕਾਰ, ਕੇਂਦਰ ਸਰਕਾਰ, ਉਹਨਾਂ ਨੇ ਰਫਾ ਦਫਾ ਕਰਤਾ ਸੀਗਾ ਹਿੰਡਨਬਰਗ ਦਾ ਮਾਮਲਾ ਔਰ ਉਹਦੇ ਵਿੱਚ ਇਹਨਾਂ ਕਿਹਾ ਸੀ ਵੀ ਉੱਤੇ ਕੋਈ ਡਿਸਕਸ਼ਨ ਨਹੀਂ ਹੋਣੀ। ਓਮ ਬਿਰਲਾ ਜੀ ਨੇ ਕਹਿ ਦਿੱਤਾ, ਜਿਹੜੇ ਲੋਕ ਸਭਾ ਦੇ ਸਪੀਕਰ ਆ, ਪਰ ਪਾਲ ਆ ਕੇ ਵਿਰੋਧੀ ਤਾਕਤਾਂ ਫਿਰ ਉੱਥੇ ਅਟ ਗਈਆਂ। ਉਹਨਾਂ ਨੇ ਫਿਰ ਉਸੇ ਮੁੱਦੇ ਨੂੰ ਛੇੜ ਲਿਆ ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਪਹਿਲਾਂ ਤਾਂ ਇਹਨਾਂ ਦੀ ਸਰਕਾਰੀ ਜਿਹੜੇ ਹੈਗੇ ਨੇ ਜਹਾਜ਼, ਉਹਨਾਂ 'ਤੇ ਬਹਿ ਕੇ ਮੋਦੀ ਸਾਹਿਬ ਨਾਲ ਬਾਹਰ ਜਾਣਾ ਅਡਾਨੀ ਦਾ, ਇਹ ਕਿੱਥੋਂ ਤੱਕ ਦਾ ਜਿਹੜਾ ਫੈਸਲਾ ਲੋਕਾਂ ਤੱਕ ਪਹੁੰਚ ਸਕਦਾ। ਨੰਬਰ 2 ਤੇ ਆਂਦਾ ਸਾਰੇ ਜਿਹੜੇ ਉੱਥੇ ਬਾਹਰ ਲੋਗੋ ਲੱਗੇ ਹੁੰਦੇ ਆ ਉਹ ਇਹਨਾਂ ਦੇ ਆਪਣੇ ਅਡਾਨੀ ਦੇ ਲੱਗੇ ਹੁੰਦੇ ਆ ਔਰ ਵਿੱਚ ਸਫ਼ਰ ਕਰ ਰਹੇ ਆ ਸਾਡੇ ਮੋਦੀ ਸਾਹਿਬ। ਨੰਬਰ 3 ਤੇ ਇਹਨਾਂ ਨੇ ਕਿਹਾ ਕਿ ਇਹ 206 ਤੇ ਸੀਗਾ ਪਹਿਲੋਂ, ਜਦੋਂ ਜਿਹੜੀ ਲਿਸਟ ਸੀ ਰਿਚੈਸਟ ਲੋਕਾਂ ਦੀ ਵਰਲਡ ਦੇ ਵਿੱਚ, ਤੇ ਇਹ ਇਮੀਡੀਏਟ ਜਿਹੜਾ ਹੈਗਾ 2 ਨੰਬਰ 'ਤੇ ਕਿੱਦਾਂ ਆ ਗਿਆ? ਗੌਤਮ ਜਿਹੜਾ ਅਡਾਨੀ ਨੂੰ ਕਿਹਾ ਇਹਨਾਂ ਨੇ, ਕਹਿੰਦਾ ਇਹਦੇ ਵਿੱਚ ਇਹ ਜਿਹੜੀਆਂ ਗੱਲਾਂ ਨੇ, ਫਿਰ ਇਹ 'ਚ ਫੰਡਿੰਗ ਜਿਹੜੀ ਹੋ ਰਹੀ ਆ ਇਲੈਕਸ਼ਨ ਦੇ ਨਾਂ 'ਤੇ, ਉਹ ਕਿੱਧਰੋਂ ਆ ਰਹੀ ਆ? ਔਰ ਇਹਨਾਂ ਨੇ ਬੜੇ ਨੁਕਤੇ ਜਿਹੜੇ ਆ ਇਸੇ ਤਰ੍ਹਾਂ ਦੇ ਲਏ ਆ ਔਰ ਉਹਦੇ ਵਿੱਚ ਇਹ ਕਾਂਗਰਸ ਲੀਡ ਕਰ ਰਹੀ ਹੈ। ਇਹਦੇ ਵਿੱਚ TMC ਵੀ ਆ, ਉਹਦੇ ਵਿੱਚ ਬਾਕੀ ਜਿਹੜੀ ਰੀਜਨਲ ਪਾਰਟੀਆਂ ਉਹ ਵੀ ਹੈਗੀਆਂ। ਨੈਸ਼ਨਲ ਪਾਰਟੀ ਜਿਹੜੀ ਕਾਂਗਰਸ ਦੇ ਆਗੂ ਨੇ ਰਾਹੁਲ ਗਾਂਧੀ ਜੀ, ਉਹਨਾਂ ਨੇ ਲਿਆ, ਉਹਨਾਂ ਨੇ ਇਹ ਮੁੱਦਾ ਲੈ ਕੇ ਅੱਗੇ ਲੈ ਆਂਦਾ ਲੋਕਾਂ ਦੇ ਕਿ ਇਹਨੂੰ ਦੇਖੋ, ਪਰਖੋ, ਕਰੋ, ਵੇਖੋ ਤੇ ਹੁਣ ਇਲੈਕਸ਼ਨ ਆਉਣ ਵਾਲੀ ਆ ਤੇ ਇਹ ਕੀ ਕੁਛ ਕਰ ਰਹੇ ਆ। ਕਹਿੰਦੇ ਜਦੋਂ ਕਿ ਜਹਾਜ਼ ਵੀ ਇਹਨਾਂ ਦੇ ਨਾਂ 'ਤੇ ਬਹੁਤ ਜ਼ਿਆਦਾ ਹੋ ਗਏ ਸੀ, ਜਹਾਜ਼ ਵੇਚੇ ਵੀ ਗਏ ਆ ਔਰ ਅਡਾਨੀ ਸਾਹਿਬ ਇਹਦੇ ਵਿੱਚ ਖਰੀਦੋ ਫਰੋਖਤ ਵਿੱਚ ਸ਼ਾਮਲ ਆ। ਔਰ ਜਿਹੜੀ ਹਿੰਡਨਬਰਗ ਦੀ ਰਿਪੋਰਟ, ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਕਿ ਨਿਵੇਸ਼ ਕੀਤਾ ਜਿਹੜਾ ਵੀ ਜਿਹੜੀਆਂ ਕੰਪਨੀਆਂ ਦੇ ਵਿੱਚ ਆ ਗਿਆ। LIC ਵੀ ਉਹਦੇ 'ਚ ਬੋਲਿਆ, LIC ਦਾ ਜਿਹੜਾ ਪੈਸਾ ਧੇਲਾ ਦਿੱਤਾ ਗਿਆ, ਉਹਨਾਂ ਨੇ ਉਹੀ ਕਿਹਾ ਕਿ ਉਹਦੇ ਵਿੱਚ ਇੰਟਰਸਟ ਕਿੰਨਾ ਦਿੱਤਾ ਗਿਆ। ਰਿਜ਼ਰਵ ਬੈਂਕ ਜਿਹੜੀ ਹੈਗੀ ਆ ਉਹਦੇ 'ਚ ਵੀ ਸਾਰਾ ਕੁਝ ਹੋਇਆ ਤੇ ਜਿਹੜੀ ਇੰਡੀਆ ਦੀ ਹੈਗੀ ਬੈਂਕ, ਉਹਦੇ 'ਚ ਵੀ ਪੈਸਾ ਜਿੱਧਰੋਂ ਗਿਆ ਉਹ ਪੈਸਾ ਦਾ ਵੀ ਇਹਨਾਂ ਨੇ ਲੇਖਾ ਜੋਖਾ ਕਰਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਜਿਹੜਾ ਇੰਡੀਆ ਦਾ ਹੀ ਪੂੰਜੀ ਆ ਉਹ ਇੰਡੀਆ ਦੇ ਲੋਕਾਂ 'ਚ ਹੀ ਵੰਡੀ ਗਈ ਆ। ਉਹਦੇ ਵਿੱਚ 2 ਘਰਾਣੇ, ਅਹਿਮ ਘਰਾਣੇ ਜਿਹੜੇ ਅੱਗੇ ਆ ਰਹੇ ਆ, ਉਹਨਾਂ ਘਰਾਣਿਆਂ ਦੇ ਵਿੱਚ ਪ੍ਰਮੁੱਖ ਤੌਰ 'ਤੇ ਜਿਹੜਾ ਅਡਾਨੀ ਸਾਹਿਬ ਦਾ ਨਾਂ ਲਿਆ। ਪਰ ਇਹਦਾ ਜਵਾਬ ਰਵੀ ਸ਼ੰਕਰ ਪ੍ਰਸਾਦ, ਜਿਹੜੇ ਉਹਨਾਂ ਦੇ ਵਕੀਲ ਅਤੇ ਮੰਤਰੀ ਰਹੇ, ਉਹਨਾਂ ਨੇ ਦਿੱਤਾ ਉੱਥੇ ਔਰ ਹੋਰ ਜਿਹੜੇ ਮੰਤਰੀ ਉਹਨਾਂ ਨੇ ਵੀ ਕੀਤਾ ਔਰ ਖੜਗੇ ਸਾਹਿਬ ਵੀ ਇਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਇਹ ਗੱਲ ਕੀਤੀ। ਸ਼ਸ਼ੀ ਥਰੂਰ ਜੀ ਆ, ਹੋਰ ਸਾਰੇ ਨੇਤਾ ਵਾ। ਪਰ ਇਹ ਫੈਸਲਾ ਕਰਨਾ ਜਾਂ ਇਹ ਮਸਲੇ ਨੂੰ ਜਿਹੜਾ ਇਸ ਵੇਲੇ ਅਸੀਂ ਦੇਖ ਰਹੇ ਹਾਂ ਉਲਝਿਆ ਮਸਲਾ ਹੈ ਔਰ ਇਹ ਕਿਸੇ ਪਾਸੇ ਨਹੀਂ ਅਜੇ ਟਿਕਾਣੇ 'ਤੇ ਲੱਗਿਆ, ਕਿਉਂਕਿ ਪਹਿਲਾਂ ਵੀ ਪਾਰਲੀਮੈਂਟ 'ਚ, ਅਜੇ ਪਾਰਲੀਮੈਂਟ 'ਚ ਕੋਈ ਵੀ ਵਿਕਾਸ ਦੀ ਗੱਲ ਨਹੀਂ ਹੋ ਰਹੀ, ਕਿਸੇ ਹੋਰ ਗੱਲ 'ਤੇ ਨਹੀਂ ਆ ਰਹੀ ਓਪੋਜੀਸ਼ਨ, ਸਿਰਫ ਅਤੇ ਸਿਰਫ ਇਸ ਗੱਲ 'ਤੇ ਆ ਰਹੀ ਹੈ। ਕਿਉਂਕਿ ਜਿਹੜੀਆਂ ਹੁਣ ਇਲੈਕਸ਼ਨ ਆ ਰਹੀ ਹੈ 2024 ਦੀ, ਉਦੋਂ ਤੋਂ ਪਹਿਲਾਂ ਇਹਨਾਂ ਨੇ ਨਿਬੇੜਾ ਕਰ ਦੇਣਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਗੇ ਕਿ ਜਿਹੜਾ ਵੀ ਇਸ ਵੇਲੇ ਇਹ ਕਹਿੰਦੇ ਇਮੀਡੀਏਟ ਹੀ ਇਹਦੀ ਪ੍ਰਾਪਰਟੀ ਇੱਥੇ ਕਿੱਦਾਂ ਆ ਗਈ ਔਰ ਇਹ ਰਿਚੈਸਟ ਵਰਲਡ ਆ ਗਏ, ਵਰਲਡ 'ਚ ਕਿੱਦਾਂ ਆ ਗਿਆ, ਦੂਜੇ ਨੰਬਰ 'ਤੇ ਆ ਗਿਆ ਔਰ ਇਹਦੇ ਵਿੱਚ 206 ਨੰਬਰ 'ਤੇ ਪਹਿਲਾਂ ਸੀਗਾ। ਉਹਨਾਂ ਦੇ ਉਹ ਪੂੰਜੀ ਕਿੱਥੋਂ ਆ ਗਈ, ਉਹ ਪੈਸਾ ਕਿੱਥੋਂ ਆ ਗਿਆ, ਉਹ ਸਾਰਾ ਕੁਛ ਸੀਗਾ। ਪਹਿਲਾਂ ਤਾਂ ਇਹਨਾਂ ਲੋਨ ਬੜੇ ਲਏ ਸੀ, ਜਿਹਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਲਏ ਆ, ਬਾਕੀ ਬੈਂਕਾਂ ਤੋਂ ਲਏ ਆ, ਉਹ ਸਾਰਾ ਪੈਸਾ ਜਿਹੜਾ ਉਹ ਵੀ ਇਹਨਾਂ ਨੇ ਮਾਫ ਕਰ ਦਿੱਤਾ
ਹੁਣ ਇੱਥੇ ਆ ਕੇ ਕੁੱਤਾ ਫਸਣਾ, ਇੱਥੇ ਆ ਕੇ ਸਾਰਾ ਕੁਝ ਆ ਜਾਣਾ ਕੰਮ, ਕਿਉਂਕਿ ਇਹਦੇ ਵਿੱਚ ਲਿਖਤੀ ਯੋਜਨਾਵਾਂ ਜਿਹੜੀਆਂ ਉਹਨਾਂ ਦਾ ਵੀ ਸਾਹਮਣੇ ਇਹਨਾਂ ਦੇ ਜਿਹੜੀ ਆਪੋਜੀਸ਼ਨ ਆ ਇਹਨਾਂ ਦੇ ਕੋਲ ਆ ਗਈ ਹੈ। ਵਿਰੋਧੀ ਪਾਰਟੀਆਂ ਸਾਰੀਆਂ ਜਿਹੜੀਆਂ ਤੋਂ ਇਸ ਵੇਲੇ ਅਲਰਟ ਹੋ ਗਈਆਂ। ਹੁਣ ਜਿਹੜਾ ਜਿੰਨੀ ਵੀ ਸਾਡੀ ਸੰਸਦ ਦੇ ਮੈਂਬਰ ਨੇ ਜਾਂ ਜਿਹੜੇ ਮੰਤਰੀ ਨੇ, ਉਹ ਇਸ ਗੱਲ ਤੋਂ ਹੁਣ ਦੂਰ ਰਹਿਣਾ ਚਾਹ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਹੁਣ ਦਾ ਪੇਚ ਲੱਗ ਗਿਆ, ਸਾਰਾ ਕੁਝ ਹੋ ਗਿਆ, ਇਸ ਵੇਲੇ ਪਤਾ ਲੱਗ ਗਿਆ, ਆਪੋਜੀਸ਼ਨ ਨੂੰ ਪਤਾ ਲੱਗ ਗਿਆ। ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਮਾਮਲੇ ਸੀ ਰਫਾਲ ਦੇ ਸੀ, ਰਾਜੀਵ ਗਾਂਧੀ ਨੇ ਜਿਹੜੇ ਲੋਕਾਂ ਤੱਕ ਪੈਸਾ ਪਹੁੰਚਾਇਆ, ਉਹਨਾਂ ਨੂੰ ਜਵਾਬ ਦਿੱਤੇ ਆ। ਪਾ ਲਾ ਕੇ ਸਰਕਾਰ ਕੋਈ ਵੀ ਇਸ ਤਰ੍ਹਾਂ ਦੀ ਦੁੱਧ ਨਾਤੀ ਨਹੀਂ ਹੈਗੀ, ਦੁੱਧ ਚਿੱਟੀ ਨਹੀਂ ਹੈਗੀ। ਹਰ ਇੱਕ 'ਤੇ ਇੱਦਾਂ ਦੇ ਬਲੇਮ ਲੱਗਦੇ ਰਿਹਾ। ਕਿਸੇ ਨੇ ਜਹਾਜ਼ ਖਰੀਦ ਲਏ, ਕਿਸੇ ਨੇ ਜੈੱਟ ਖਰੀਦੇ, ਕਿਸੇ ਨੇ ਉਹ 'ਚੋਂ ਪੈਸਾ ਖਾ ਲਿਆ, ਕਿਸੇ ਨੇ ਇਹ 'ਚ। ਮੌਜੂਦਾ ਸਰਕਾਰ 'ਤੇ ਵੀ ਇਸ ਵੇਲੇ ਇਹ ਦੋਸ਼ ਮੜਿਆ ਗਿਆ। ਹੁਣ ਇਹ ਜਵਾਬ ਦੇਣਗੇ ਕੀ ਹੁੰਦਾ। ਜਵਾਬ ਵੀ ਜਿਹੜਾ ਹੈਗਾ ਪੋਲੀਟੀਕਲ ਜਵਾਬ ਆ ਜਾਣਾ। ਉਹਦੇ 'ਚ ਕਿਸੇ ਨੇ ਉਹ ਨਹੀਂ ਹੋਣੀ, CBI ਨਹੀਂ ਜਾਣੀ ਉੱਤੇ, ਕੋਈ ਉਹ 'ਚ ED ਸਾਹਿਬ ਨਹੀਂ ਜਾਣੇ, ਉੱਥੇ ਕੁਛ ਨਹੀਂ ਹੋਣਾ। ਇਹ ਜਵਾਬ ਆਮੋ ਸਾਹਮਣੇ ਸੰਸਦ ਦੇ ਵਿੱਚ ਹੈਗਾ। ਕਾਮਨ ਮੈਨ ਨੂੰ ਕੁਛ ਪਤਾ ਨਹੀਂ, ਉਹਨੇ ਸਿਰਫ TV ਤੇ ਵੇਖ ਲੈਣਾ, ਵੀਡੀਓ ਵੇਖ ਲੈਣੀ ਆ, ਉਹਨੇ ਵੇਖ ਲੈਣਾ। ਜੁਡੀਸ਼ਰੀ ਨੇ ਕੁਛ ਨਹੀਂ ਇਹਨਾਂ ਨੂੰ ਕਹਿਣਾ, ਕੁਛ ਨਹੀਂ ਹੋਣਾ, ਪਾ ਲਾ ਕੇ ਫਿਰ ਸਾਫ਼ ਹੋ ਜਾਣਾ। ਇਹ ਗੱਲ ਹੈਗੀ। ਦੇਖੋ ਗੱਲ ਇਹ ਹੈ ਕਿ ਜੀ ਮਾਹਿਰ ਇਹ ਵੀ ਕਹਿੰਦੇ ਨੇ ਕਿ ਤੁਸੀਂ BBC ਦੀ ਡਾਕੂਮੈਂਟਰੀ ਬੈਨ ਕਿਉਂ ਕੀਤੀ। ਹਾਂ, ਇਹ ਵੀ ਡੈਮੋਕ੍ਰੇਸੀ ਦੇ ਉੱਤੇ ਅਟੈਕ ਹੈ, ਇੱਕ ਤਰ੍ਹਾਂ ਦਾ ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਕਾਣ ਹੈ ਕਿ ਸਾਹਮਣੇ ਆਣ ਦਿਓ ਗੱਲ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣ ਦਿਓ। ਕਿਉਂ ਕੀ ਕਹਿੰਦੀ ਹੈ BBC, ਐਡੀ ਵੱਡੀ ਜਿਹੜੀ ਏਜੰਸੀ ਹੈ, ਉਹ ਕੀ ਰਿਸਰਚ ਕਰਕੇ ਲੈ ਕੇ ਆਈ ਹੈ, ਉਹਨੂੰ ਸਾਫ਼ ਜਵਾਬ ਦਿਓ। ਕਿਉਂਕਿ ਹੁਣ ਇਸ ਵਕਤ ਉਹਨੂੰ ਬੈਨ ਕਰਨਾ ਕਿਤੇ ਨਾ ਕਿਤੇ ਇਹ ਸਾਡੇ ਉੱਤੇ ਕੁਐਸਚਨ ਮਾਰਕ ਖੜਾ ਕਰਦਾ ਕਿ ਪਤਾ ਨਹੀਂ ਅਸੀਂ ਲੋਕਾਂ ਨੇ ਕੀ ਕੀਤਾ। ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਜਾ ਰਿਹਾ ਕਿ ਇੰਡੀਆ ਦੇ ਵਿੱਚ ਕੀ ਹੋ ਰਿਹਾ, ਭਾਰਤ ਦੇ ਵਿੱਚ ਕੀ ਹੋਇਆ ਹੈ, ਸਨ 2002 ਦੇ ਵਿੱਚ ਗੁਜਰਾਤ ਦੇ ਵਿੱਚ ਕੀ ਹੋਇਆ। ਇਹ ਸਾਰੀ ਦੁਨੀਆ ਦੇ ਵਾਸਤੇ ਕੁਐਸਚਨ ਮਾਰਕ ਹੈ। ਅਸੀਂ ਉਹਦੇ ਉੱਤੇ ਆਪਣਾ ਪੱਖ ਕਲੀਅਰ ਕਰੀਏ, BBC ਨੂੰ ਜਵਾਬ ਦਈਏ। ਐਕਸਪਰਟਸ ਇਹ ਵੀ ਮੰਨਦੇ ਨੇ ਕਿ ਭਾਰਤ ਦੀ ਸਾਖ, ਭਾਰਤ ਦੀ ਇਮੇਜ ਦੇ ਉੱਤੇ ਵੀ ਗੱਲ ਆ ਰਹੀ ਹੈ। ਨਾਲ ਵੈਸੇ ਉਹ ਵੀ ਕਹਿੰਦੇ, ਉਹ ਕਹਿੰਦੇ ਕਿ ਜੇਕਰ ਦੂਜੀਆਂ ਆਪੋਜੀਸ਼ਨ ਤੇ ਰਿਲੇਟਡ ਕੋਈ ਇਸ ਤਰ੍ਹਾਂ ਦੀ ਡਾਕੂਮੈਂਟਰੀ ਫਿਲਮ ਬਣੀ ਹੁੰਦੀ, ਉਹਦੇ ਵਿੱਚ ਮੰਨ ਲਓ ਜਿਹੜੀ ਨੈਸ਼ਨਲ ਪਾਰਟੀ ਕਾਂਗਰਸ ਆ, TMC ਆ, ਜਾਂ ਉਹਦੇ ਵਿੱਚ ਹੋਰ ਜਿਹੜੀਆਂ ਰੀਜਨਲ ਪਾਰਟੀਆਂ ਉਹਨਾਂ 'ਤੇ ਰੱਖਿਆ ਜਾਵੇ, ਹੈ ਨਾ, BJP ਤੋਂ ਇਲਾਵਾ। ਤੇ ਜੇ ਆਇਆ ਹੁੰਦਾ ਤਾਂ ਇਹਨਾਂ ਬਾਕਾਇਦਾ ਤੌਰ 'ਤੇ ਉਹਨੂੰ ਕਹਿਣਾ ਸ਼ਾਇਆ ਕਰ ਦਿਓ, ਉਹਨੂੰ ਪ੍ਰੀਵਿਊ ਕਰ ਦਿਓ, ਉਹਨੂੰ ਚਲਾਓ ਸਾਰਾ ਕੁਝ। ਇਹ ਕਹਿ ਰਹੇ ਆਲੋਚਕ। ਉਹਨਾਂ ਨੇ ਕਿਹਾ ਉੱਥੇ ਕੋਈ ਬੈਨ ਨਹੀਂ ਸੀ ਹੋਣਾ। ਉਹ ਯੂਨੀਵਰਸਿਟੀਆਂ 'ਚ ਵੀ ਇਹਨਾਂ ਨੂੰ ਦਿਖਾਓ, ਉਹਨਾਂ ਸਕੂਲਾਂ ਕਾਲਜਾਂ 'ਚ ਦਿਖਾਓ, ਸਾਰਿਆਂ ਨੂੰ ਦਿਖਾਓ, ਪਤਾ ਲੱਗੇ ਫੈਕਟ ਕੀ ਹੈ, ਇਹਦੇ ਪਿੱਛੇ ਕੀ ਹੈਗਾ। ਉਦੋਂ ਬਾਅਦ ਫਿਰ ਪਾਰਲੀਮੈਂਟ 'ਚ ਰੌਲਾ ਪੈਣਾ ਸੀਗਾ ਵੀ ਇਹ ਗੱਲ ਕੀ ਹੋ ਗਈ। ਇਹਨਾਂ ਨੇ ਜਦੋਂ ਦੇਖਣ ਨਹੀਂ ਦਿੱਤੀ ਕਿਸੇ ਨੂੰ, ਤੇ ਲੋਕਾਂ ਨੂੰ ਕੀ ਪਤਾ ਲੱਗਣਾ ਇਹਦੇ ਵਿੱਚ ਕੀ ਹੈਗਾ, ਇਹਦੇ ਵਿੱਚ ਕੀ, ਇਸ ਪਟਾਰੀ 'ਚ ਕਿਹੜਾ ਸੱਪ ਬੰਦ ਕੀਤਾ। ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੈਗਾ, ਹੁਣ ਜਦੋਂ ਕੋਈ ਰੂਲਿੰਗ ਪਾਰਟੀ ਹੁੰਦੀ ਹੈ ਉਹ ਆਪਣੇ ਆਪ ਉਹਨੂੰ ਲੁਕਾ ਲੈਂਦੀ ਗੱਲ। ਤੇ ਨਾਲ ਆਲੋਚਕ ਇਹ ਵੀ ਕਹਿ ਰਹੇ ਨੇ ਕਿ ਜਿਹੜੀ ਹਿੰਡਨਬਰਗ ਨੇ ਰਿਪੋਰਟ ਦਿੱਤੀ ਹੈ, ਉਹਦੇ ਉੱਤੇ ਡਿਸਕਸ਼ਨ ਨਹੀਂ ਹੋਣੀ ਪਾਰਲੀਮੈਂਟ ਦੇ ਵਿੱਚ। ਇਹ ਵੀ ਇੱਕ ਤਰ੍ਹਾਂ ਨਾਲ ਲੋਕਤੰਤਰ ਦਾ ਕਾਣ ਹੈ, ਕਿਉਂਕਿ ਲੋਕਤੰਤਰ ਦੇ ਵਿੱਚ ਹਰ ਇੱਕ ਗੱਲ ਦੇ ਉੱਤੇ ਡਿਸਕਸ਼ਨ, ਡਿਬੇਟ ਹੋਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ। ਔਰ ਹਿੰਡਨਬਰਗ ਦੀ ਰਿਪੋਰਟ ਦੇ ਉੱਤੇ ਵੀ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਕਿ ਇਹ ਐਵੇਂ ਪ੍ਰੋਪੇਗੈਂਡਾ ਹੈ, ਐਵੇਂ ਗੱਲਬਾਤ ਹੈ, ਜਾਂ ਵਾਕਈ ਇਹਦੇ 'ਚ ਕੋਈ ਸੱਚਾਈ ਹੈਗੀ ਹੈ। ਉਹਦੇ ਵਿੱਚ ਆਪਣਾ ਪੱਖ ਰੱਖੋ ਤਾਂ ਕਿ ਸਾਡੇ ਉੱਤੇ ਕੋਈ ਇਦਾਂ ਦੀ ਗੱਲ, ਇਦਾਂ ਦੀ ਬਲੇਮ ਨਾ ਆਵੇ। ਕਿਉਂਕਿ ਇਹ ਫਿਰ ਤੋਂ ਇੱਕ ਉਹ ਗੱਲ ਆ ਜਾਂਦੀ ਹੈ ਕਿ ਭਾਰਤ ਦੇ ਅੰਦਰ ਜਿਹੜਾ ਸਿਸਟਮ ਵਰਕ ਕਰਦਾ ਪਿਆ, ਉਹ ਕਿੱਦਾਂ ਦਾ ਸਿਸਟਮ ਵਰਕ ਕਰਦਾ ਪਿਆ। ਇਹ ਗੱਲ ਸਹੀ ਹੈ ਤੁਹਾਡੀ। ਇਹ ਗੱਲ ਵਿੱਚ ਮੈਂ ਐਡੀਸ਼ਨ ਕਰਨਾ ਚਾਹ ਰਿਹਾ। ਜਿਸ ਤਰ੍ਹਾਂ ਇਹਨਾਂ ਨੂੰ ਪਹਿਲੋਂ ਸੋਨੀਆ ਗਾਂਧੀ ਜੀ ਔਰ ਰਾਹੁਲ ਗਾਂਧੀ ਜੀ 'ਤੇ ਨਾ ED ਦਾ ਜਿਹੜੀ ਪੁੱਛ ਪੜਤਾਲ ਰੱਖੀ ਆ, ਉਹਨਾਂ ਨੇ ਉਹਦੇ 'ਤੇ 2-2 ਘੰਟੇ 4-4 ਘੰਟੇ ਰੱਖਿਆ। ਉਹਨਾਂ ਦੇ ਜਿਹੜੀ ਅਖਬਾਰ ਸੀ, ਹੋਰ ਜਵਾਹਰ ਲਾਲ ਨਹਿਰੂ ਦੇ ਟਾਈਮ ਦੀਆਂ ਗੱਲਾਂ, ਉਹ ਸਾਰਾ ਕੁਝ ਇਹਨਾਂ ਨੇ ਉੱਤੇ ਮੜ ਕੇ ਕੀਤਾ ਗਿਆ। ਹੁਣ ਉਦੋਂ ਬਾਅਦ ਆ ਜਦੋਂ ਇੱਥੇ ਆ ਕੇ ਇਹਨਾਂ ਦੇ ਮੱਥੇ ਇਹ ਦੋਸ਼ ਮੜਿਆ ਗਿਆ ਔਰ ਇਹਦੇ ਵਿੱਚ ਪਤਾ ਲੱਗਾ ਹਿੰਡਨਬਰਗ ਦੀ ਰਿਪੋਰਟ ਵੀ ਆਈ ਆ, ਉਹਦੇ 'ਤੇ ਸਾਰਾ ਕੁਝ ਹੈ, ਉਦੋਂ ਇਹਨਾਂ ਨੇ ਕੰਨੀ ਕਤਰਾ ਲਈ ਕਿ ਇਹਦੇ 'ਤੇ ਨਹੀਂ ਗਿਆ। ਹੁਣ ਕਿੱਥੇ ਬਾਕੀ ਜਿਹੜੀਆਂ ਪੜਚੋਲ ਏਜੰਸੀਆਂ ਨੇ, ਜਾਂਚ ਏਜੰਸੀਆਂ ਨੇ, ਹੁਣ ਉਹ ਕਿੱਥੇ ਚਲੀ ਗਈਆਂ। ਹੁਣ ਨਹੀਂ ਉਹ ਪਤਾ ਕਰ ਸਕਦੀਆਂ ਇਹਦਾ ਕੀ ਹੋਇਆ। ਪਰ ਇਹ ਉਦੋਂ ਹੁੰਦਾ ਜਦੋਂ ਇਹ ਪਾਰਟੀ ਰੂਲਿੰਗ ਪਾਰਟੀ ਨਹੀਂ ਹੋਊਗੀ, ਪਾਰਟੀ ਉਹ ਰੂਲਿੰਗ ਪਾਰਟੀ ਦੂਜੀ ਹੋਊਗੀ। ਉਹ ਫਿਰ ਜਿਹੜੇ ਗੜੇ ਮੁੱਦੇ ਆ ਜਾਂ ਜਿਹੜੇ ਮੁੱਦੇ ਖਤਮ ਹੋ ਚੁੱਕੇ ਆ, ਉਹਨਾਂ ਨੂੰ ਫਿਰ ਦੁਬਾਰਾ ਰਿਵਾਈਵ ਕਰਨਗੇ, ਲਿਆਉਣਗੇ। ਸਿਰਫ ਤੇ ਸਿਰਫ ਇਹ ਨਾ ਕੇਵਲ ਪੰਜਾਬ 'ਚ ਹੀ ਹੁੰਦਾ, ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਵੀ ਹੁੰਦਾ, ਸੈਂਟਰ 'ਚ ਵੀ ਹੁੰਦਾ। ਯੋਜਨਾਵਾਂ ਧਰੀਆਂ ਰਹਿ ਜਾਂਦੀਆਂ, ਵਿਕਾਸ ਦੀਆਂ ਪਰਤਾਂ ਉੱਥੇ ਦੀਆਂ ਉੱਥੇ ਰਹਿ ਜਾਂਦੀਆਂ। ਕੋਈ ਡਿਵੈਲਪਮੈਂਟ ਦਾ ਮੁੱਦਾ ਨਹੀਂ ਹੁੰਦਾ। ਮੁੱਦਾ ਕਿਹੜਾ ਹੁੰਦਾ, ਕਿਹਨੇ ਕੀ ਖਾਧਾ, ਕਦੋਂ ਖਾਧਾ, ਉਹਦੇ 'ਤੇ ਉਹਨਾਂ 'ਤੇ ਬਲੇਮ ਲਾਓ, ਇਹਨੂੰ ਵਿਜੀਲੈਂਸ ਨੂੰ ਫੜਾਓ, ਇਹ 'ਚ CBI ਆਏ। ਪਰ ਕੌਣ ਕਰਦੀ ਹੈ? ਤਖਤੇ 'ਤੇ ਬੈਠੀ ਰੂਲਿੰਗ ਪਾਰਟੀ। ਇਹ ਹੋਰ ਕੋਈ ਨਹੀਂ ਕੰਮ ਹੁੰਦਾ, ਸਿਰਫ ਇੱਕ ਦੂਜੇ ਨੂੰ ਫੜਾਉਣਾ, ਉਹਨੂੰ ਗ੍ਰਿਫਤਾਰ ਕਰਾਉਣਾ। ਇਹ ਗੱਲਾਂ ਨੇ। ਇੱਕ ਤੀਜੀ ਗੱਲ ਜਿਹੜੀ ਆਪਾਂ ਕੀਤੀ, ਜੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੈ, 1950 ਤੋਂ
ਪ੍ਰਾਈਮ ਮਿਨਿਸਟਰ ਰਿਲੀਫ ਫੰਡ ਚੱਲ ਰਿਹਾ ਭਾਰਤ ਦੇ ਵਿੱਚ। ਹੁਣ ਇੱਕ ਨਵਾਂ ਫੰਡ ਇਹ ਵੀ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਹੈ, ਪਰ ਇਹ ਗੈਰ ਸਰਕਾਰੀ ਹੈ ਸਰਕਾਰੀ ਹੈ, ਇਹ ਆਰਟੀਆਈ ਦੇ ਘੇਰੇ 'ਚ ਆਉਂਦਾ ਹੈ ਕਿ ਨਹੀਂ ਆਉਂਦਾ, ਇਹਦੇ ਉੱਤੇ ਡਿਬੇਟ ਹੈ। ਹੁਣ ਗੱਲ ਇਹ ਹੈ ਕਿ ਜਦੋਂ ਇਹਦੇ 'ਚ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਕਿਹਾ ਜਾਂਦਾ ਹੈ, ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਜਾਂ ਹੋਰ ਸਾਰੇ ਜੋ ਸੈਂਟਰ ਦੇ ਮਿਨਿਸਟਰਸ ਨੇ, ਜਦੋਂ ਇਹਦੇ ਵਿੱਚ ਟਰਸਟੀ ਨੇ ਜਾਂ ਇਹਦੇ ਮੈਂਬਰਸ ਨੇ, ਜਿਸ ਤਰ੍ਹਾਂ ਵੀ ਇਹ ਸਾਰਾ ਬਣਿਆ ਹੋਇਆ ਹੈ, ਜਿਹੜਾ ਇਹ ਟਰਸਟ ਬਣਾਇਆ ਹੋਇਆ ਜਾਂ ਰਿਲੀਫ ਫੰਡ ਦਾ ਜੋ ਵੀ ਪ੍ਰੋਸੀਜਰ ਹੈ, ਜੇ ਇਹਦੇ 'ਚ ਪ੍ਰਾਈਮ ਮਿਨਿਸਟਰ ਦਾ ਨਾਮ ਇਸਤੇਮਾਲ ਹੋ ਰਿਹਾ ਤੇ ਇਹ ਫਿਰ ਗੈਰ ਸਰਕਾਰੀ ਜਾਂ ਸਰਕਾਰੀ ਇਹਦੇ ਉੱਤੇ ਚਰਚਾ ਕਿਉਂ ਹੈ? ਇਹ ਤਾਂ ਸਰਕਾਰੀ ਹੀ ਹੈ ਫਿਰ ਇਹਦਾ ਮਤਲਬ ਹੈ ਜੇ, ਕਿਉਂਕਿ ਪ੍ਰਾਈਮ ਮਿਨਿਸਟਰ ਦਾ ਨਾਂ ਆ ਰਿਹਾ। ਹੁਣ ਜੇ ਪ੍ਰਾਈਮ ਮਿਨਿਸਟਰ ਦਾ ਨਾਂ ਹੈ ਤੇ ਇਹ ਆਰਟੀਆਈ ਦੇ ਘੇਰੇ 'ਚ ਨਹੀਂ ਆਉਂਦਾ, ਇੱਕ ਇਹਦੇ ਉੱਤੇ ਵੀ ਡਿਬੇਟ ਹੈ। ਹੁਣ ਇਹ ਵੀ ਇੱਕ ਬਹੁਤ ਵੱਡਾ ਇੱਕ ਡੈਮੋਕ੍ਰੇਸੀ ਦੇ ਉੱਤੇ ਗੱਲ ਆ ਰਹੀ ਫਿਰ ਤੋਂ ਕਿ ਇਹ ਕਿਸ ਤਰ੍ਹਾਂ ਸਿਸਟਮ ਚੱਲ ਰਿਹਾ ਹੈ ਕਿ 1950 ਤੋਂ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਦੇ ਵਿੱਚ ਜਿਹੜਾ ਪੈਸਾ ਆਉਂਦਾ ਹੈ ਉਹ ਭੇਜਿਆ ਜਾਂਦਾ ਥਾਂ ਦੇ ਉੱਤੇ ਜਿੱਥੇ ਵੀ ਜ਼ਰੂਰਤ ਹੈ। ਹੁਣ ਜਿਹੜਾ ਇਹਦੇ 'ਚ ਪੈਸਾ ਆ ਰਿਹਾ ਹੈ ਤਾਂ ਪੈਸਾ ਲੋਕਾਂ ਦਾ ਹੀ, ਲੋਕਾਂ ਕੋਲ ਹੀ ਆ ਰਿਹਾ ਨਾ, ਭਾਵੇਂ ਆਮ ਲੋਕਾਂ ਕੋਲੋਂ ਆ ਰਿਹਾ, ਭਾਵੇਂ ਅਮੀਰ ਘਰਾਣਿਆਂ ਤੋਂ ਆ ਰਿਹਾ, ਜਿੱਥੋਂ ਵੀ ਆ ਰਿਹਾ। ਇਹ ਪੈਸਾ ਕਿੱਥੇ ਖਰਚ ਹੋ ਰਿਹਾ, ਇਹਦੇ 'ਚ ਪਾਰਦਰਸ਼ਤਾ ਕਿਉਂ ਨਹੀਂ ਹੈ, ਇਹ ਆਰਟੀਆਈ ਦੇ ਘੇਰੇ 'ਚ ਕਿਉਂ ਨਹੀਂ ਆਉਂਦਾ, ਇਹ ਵੀ ਡਿਬੇਟ ਬਣੀ ਹੋਈ ਹੈ। ਇਹਦੇ ਉੱਤੇ ਵੀ ਸਾਫ਼ ਗੱਲਬਾਤ ਹੋਣੀ ਚਾਹੀਦੀ ਹੈ, ਹਰ ਗੱਲ ਕਲੀਅਰ ਹੋਣੀ ਚਾਹੀਦੀ ਹੈ, ਬਿਕੋਜ਼ ਲੋਕਤੰਤਰ ਹੈ। ਵੈਸੇ ਇਹ ਗੱਲ ਪਤਾ ਕੀ ਹੈਗਾ, ਇਹ ਤਾਂ ਜੇ ਮੰਨ ਲਿਆ ਜਾਵੇ ਤਾਂ ਕਸੂਰ ਇਹਨਾਂ ਦਾ ਵੀ ਨਹੀਂ ਹੈਗਾ। ਜੇ 1950 ਤੋਂ ਆਪਾਂ ਗੱਲ ਕਰਦੇ ਸ਼ੁਰੂ ਆ ਰਿਹਾ ਤੇ ਉਹਦੇ ਵਿੱਚ ਪਾਰਟੀਸ਼ਨ ਤੋਂ ਇਮੀਡੀਏਟ ਬਾਅਦ ਕਈ ਸਰਕਾਰਾਂ ਆਈਆਂ, ਕਈ ਗਈਆਂ, ਪ੍ਰਾਈਮ ਮਿਨਿਸਟਰ ਉਦੋਂ ਵੀ ਬਣਦੇ ਰਹੇ, ਕੋਈ ਹੋਰ ਉਪਾਧੀ ਤਾਂ ਹੈ ਨਹੀਂ ਸੀ, ਫੰਡ ਐਸਾ ਚੋ ਹੀ ਚੱਲਦਾ ਰਿਹਾ। ਆਰਟੀਆਈ ਦੇ ਘੇਰੇ 'ਚ ਆਇਆ ਜਾਂ ਨਹੀਂ ਆਇਆ, ਪਰ ਨਾ ਉਹਨਾਂ ਨੇ ਕੋਈ ਕਲੀਅਰ ਕੀਤਾ ਨਾ ਇਹ ਕਰਨਾ ਚਾਹ ਰਹੇ ਆ। ਇਹਦਾ ਮਤਲਬ ਕਿ ਇਹਦੇ ਪਿੱਛੇ ਕੁਛ ਨਾ ਕੁਛ ਤਾਂ ਕੋਈ ਹੈ ਇੱਦਾਂ ਦਾ ਭੇਦ, ਜਿਹਨੂੰ ਇਹ ਨਾ ਇਹ ਛਾਇਆ ਕਰਨਾ ਚਾਹੁੰਦੇ, ਕਲੀਅਰ ਕਰ ਦਈਏ ਕਿ ਤਾਂ ਕਿ ਜਨਤਾ ਨੂੰ ਨਾ ਪਤਾ ਲੱਗ ਜੇ। ਤੇ ਨਾ ਜਨਤਾ ਇਹ ਚਾਹ ਰਹੀ ਹੈ ਕਿ ਸਾਨੂੰ ਪਤਾ ਲੱਗ ਜੇ, ਕਿਉਂਕਿ ਹੁਣ ਤੱਕ ਇਹ ਸੁੱਤੀ ਰਹੀ ਜਨਤਾ ਵੀ, ਤੇ ਲੋਕ ਵੀ ਸੁੱਤੇ ਰਹੇ ਔਰ ਪਾਰਟੀਆਂ ਨੇ ਤਾਂ ਆਪਣਾ ਸਾਰਾ ਕੰਮ ਕੀਤਾ ਗਾ। ਬਿਲਕੁਲ ਇਸ ਮੌਕੇ ਦੀ ਹਕੂਮਤ ਨੂੰ ਇਹਨੂੰ ਕਲੀਅਰ ਕਰਕੇ ਦੱਸ ਦੇਣਾ ਚਾਹੀਦਾ ਕਿ ਪ੍ਰਾਈਮ ਮਿਨਿਸਟਰ ਫੰਡ ਹੈ ਜਾਂ ਨਹੀਂ ਹੈਗਾ, ਜਾਂ ਕਿਹੜਾ ਟਰਸਟ ਹੈਗਾ, ਸੋ ਕਾਲਡ ਟਰਸਟ ਹੈ ਜਾਂ ਫਿਕਸ ਕੋਈ ਟਰਸਟ ਹੈਗਾ, ਇਹਦਾ ਰਜਿਸਟ੍ਰੇਸ਼ਨ ਇਹ ਨੰਬਰ ਹੈਗਾ। ਬਹੁਤ ਵੱਡੇ ਜਿਹੜੇ ਸ਼ਾਹੂਕਾਰ ਜਾਂ ਵੱਡੇ ਧਨਾੜ ਉਹ ਵਿੱਚ ਪੈਸਾ ਦਿੰਦੇ ਰਹੇ, ਕਿਉਂਕਿ ਇਹਦੇ ਵਿੱਚ ਜਿਹੜਾ ਇਨਕਮ ਟੈਕਸ ਦਾ ਵੀ ਰਿਲੀਫ ਮਿਲ ਜਾਂਦਾ ਸੀ, ਮਿਲਦਾ ਸੀ ਸਾਰਿਆਂ ਨੂੰ। ਔਰ ਇਹਨਾਂ ਨੇ ਕਿਹਾ ਵੀ ਜਦੋਂ ਆਫਤਾਂ ਹੁੰਦੀਆਂ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਸਾਰਾ ਕੁਝ ਨਾ, ਤੇ ਪ੍ਰਾਈਮ ਮਿਨਿਸਟਰ ਫੰਡ ਦੇ ਵਿੱਚੋਂ ਪੈਸਾ ਲਿਆ ਜਾਂਦਾ, ਉਹਦੇ ਵਿੱਚੋਂ ਪੈਸਾ ਲਾਇਆ ਜਾਂਦਾ। ਔਰ ਬਹੁਤ ਵਾਰੀ ਇੱਦਾਂ ਦੀ ਨਿਊਜ਼ ਆਉਂਦੀ ਵੀ ਨਹੀਂ ਹੈ ਕਿ ਪੈਸਾ ਉੱਧਰ ਨੂੰ ਲੈ ਕੇ ਇੱਥੇ ਲਾ ਦਿੱਤਾ ਗਿਆ। ਤੇ ਪਰ ਹੁਣ ਇਹ ਸਮਝ ਨਹੀਂ ਆ ਰਹੀ ਲੋਕਾਂ ਨੂੰ, ਜਾਂ ਉਹਨਾਂ ਨੂੰ ਇਹ ਕਨਫਿਊਜ਼ਨ ਰੱਖਿਆ। ਬੇਸਿਕਲੀ ਇਹ ਆਜ਼ਾਦ ਹੋ ਗਏ ਆਪਾਂ, ਪੂਰੇ ਲੋਕ ਆਪਾਂ ਸੰਵਿਧਾਨ ਵੀ ਬਣ ਗਿਆ, ਸੁਤੰਤਰਤਾ ਵੀ ਆ ਗਈ, ਸਾਰਾ ਕੁਝ ਹੋ ਗਿਆ। ਅਸੀਂ 15 ਅਗਸਤ ਵੀ ਮਨਾਉਂਦੇ ਹਾਂ, 26 ਜਨਵਰੀ ਮਨਾਉਂਦੇ ਹਾਂ, ਪਰ ਇੱਦਾਂ ਦੇ ਲਕੂਨੇ ਜਿਹੜੇ ਇਹ ਨਹੀਂ ਸਮਝ ਆ ਰਹੇ ਲੋਕਾਂ ਨੂੰ ਵੀ ਇਸ ਵੇਲੇ ਕੁਝ ਅੰਗਰੇਜ਼ ਤਾਂ ਬੈਠੇ ਨੇ ਕਿ ਤੁਹਾਨੂੰ ਦੱਸਣਗੇ ਨਹੀਂ ਕਿ ਭਾਰਤ ਛੱਡੋ ਅੰਦੋਲਨ ਆ ਗਿਆ ਜੀ, ਡਾਂਡੀ ਯਾਤਰਾ ਜੀ ਆ ਗਈ, ਇਹਦੇ ਚਾਹ ਅੰਦੋਲਨ ਆ ਗਏ ਹੈ ਨਾ। ਉਹ 'ਚ ਇਹ ਨਹੀਂ ਹੈਗਾ, ਤੁਹਾਡੀ ਹਕੂਮਤ ਹੈ ਬੈਠੀ ਦਿੱਲੀ ਹੈਗੀ, ਕੋਈ ਇਹ ਤਾਂ ਨਹੀਂ ਕਿ ਲੰਡਨ ਬੈਠੇ ਹੋ, ਪਰ ਇਹਨੂੰ ਜਾਣ ਬੁੱਝ ਕੇ ਇਹਦੇ 'ਤੇ ਪਰਦਾ, ਇਹਦੇ ਸਾਰਾ ਕੁਝ ਲੁਕਾਉਣਾ, ਇਹ ਗੱਲ ਨਾ ਤਾਂ ਸਮਝ ਆ ਰਹੀ ਹੈ ਜਨਤਾ ਨੂੰ, ਤੇ ਨਾ ਸਮਝ ਆ ਰਹੀ ਆ ਪੋਲੀਟਿਕਸ ਜਿਹੜੀ ਹੈਗੀ ਉਹਨਾਂ ਨੂੰ, ਜਾਂ ਜਿਹੜੀ ਸੰਸਦ ਆ ਜਾਂ ਪਾਰਲੀਮੈਂਟ ਆ, ਇਹਦੇ ਵਿੱਚ ਕਦੀ ਮੁੱਦਾ ਨਹੀਂ ਰੱਖਿਆ। ਮੰਨ ਲਿਆ ਜਾਂਦਾ ਕਿ ਇਹਦੇ 'ਚ ਆਪੋਜੀਸ਼ਨ ਮਾੜੀ ਹੈ, ਆਪੋਜੀਸ਼ਨ ਜਿਹੜੀ ਬੈਠਦੀ ਉੱਥੇ ਉਹਨਾਂ ਨੂੰ ਉੱਥੇ ਕੋਈ ਨਾ ਕੋਈ ਕੁਐਸਚਨ ਰਾਈਜ਼ ਕਰਨਾ ਚਾਹੀਦਾ, ਔਰ ਨਹੀਂ ਤਾਂ ਉੱਥੇ ਉਹਦੇ ਬਾਅਦ ਮੁਲਤਵੀ ਕਰਵਾ ਕੇ ਬਾਹਰ ਨਿਕਲ ਜਾਣਾ ਚਾਹੀਦਾ। ਕਿਉਂਕਿ ਦੱਸੋ ਉਹਨਾਂ ਨੂੰ ਕਹੇ ਅਸੀਂ ਨਹੀਂ ਦੱਸਣਾ, ਲੋਕਾਂ ਨੂੰ ਦੱਸ ਰਹੇ, ਜਨਤਾ ਨੂੰ, ਜਿਨ੍ਹਾਂ ਨੇ ਤੁਹਾਨੂੰ ਚੁਣ ਕੇ ਖਿਲਾਇਆ। ਸਾਡਾ ਮੁੱਦਾ ਨਹੀਂ ਗਾ ਤੇ ਨਾ ਤੁਹਾਡਾ ਮੁੱਦਾ, ਇਹ ਲੋਕਾਂ ਦਾ ਕਾਮਨ ਮੁੱਦਾ। ਔਰ ਇਹਦੇ 'ਚ ਇੱਕ ਹੋਰ ਗੱਲ ਕਰ ਰਹੇ ਨੇ ਆਲੋਚਕ ਕਿ ਜੋ 1950 ਤੋਂ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਚੱਲ ਰਿਹਾ ਉਹ ਵੱਖਰਾ ਹੈ, ਜਿਹੜਾ ਇਹ ਹੁਣ ਚੱਲ ਰਿਹਾ ਹੈ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਇਹ ਵੱਖਰਾ ਹੈ। ਇਹ ਕਰੋਨਾ ਤੋਂ ਬਾਅਦ ਸਥਾਪਿਤ ਕੀਤਾ ਗਿਆ, ਇਹਦੇ ਕਰਕੇ ਇਹਦੇ ਨੋਰਮਸ ਵੱਖਰੇ ਨੇ, ਕੁਝ ਇੱਦਾਂ ਦੀਆਂ ਗੱਲਾਂ ਵੀ ਹੋ ਰਹੀਆਂ ਨੇ। ਸੋ ਕੁੱਲ ਮਿਲਾ ਕੇ ਤੁਹਾਡੀ ਗੱਲ ਠੀਕ ਹੈ, ਕਨਫਿਊਜ਼ਨ ਹੈ ਔਰ ਇਹ ਕਲੀਅਰ ਹੋਣੇ ਚਾਹੀਦੇ ਨੇ, ਕਿਉਂਕਿ ਜਨਤਾ ਦੇ ਮਨ ਦੇ ਵਿੱਚ ਜਿਹੜੇ ਵੀ ਸਵਾਲ ਨੇ ਉਹਨਾਂ ਦੇ ਜਵਾਬ ਮਿਲਣੇ ਚਾਹੀਦੇ ਨੇ, ਕਿਉਂਕਿ ਲੋਕਤੰਤਰ ਹੈ ਤੇ ਲੋਕਾਂ ਦੀਆਂ ਵੋਟਾਂ ਦੇ ਉੱਤੇ ਸਰਕਾਰਾਂ ਚੁਣੀਆਂ ਜਾਂਦੀਆਂ ਨੇ। ਸੋ ਇਹ ਮੁੱਦੇ ਕਲੀਅਰ ਹੋਣੇ ਚਾਹੀਦੇ ਨੇ, ਕਿਉਂਕਿ ਇਹ ਕਿਤੇ ਨਾ ਕਿਤੇ ਇੱਕ ਕੁਐਸਚਨ ਮਾਰਕ, ਫਿਰ ਸਵਾਲੀਆ ਨਿਸ਼ਾਨ ਲੱਗਦਾ ਹੈ। ਜੋ ਭਾਰਤ ਦੇ ਅੰਦਰ ਸਿਸਟਮ ਚੱਲਦਾ ਹੈ, ਪੂਰੀ ਦੁਨੀਆ ਦੇ ਅੰਦਰ ਕੀ ਪ੍ਰੋਜੈਕਟ ਹੋ ਰਿਹਾ, ਸਵਾਲੀਆ ਨਿਸ਼ਾਨ ਲੱਗਦੇ ਨੇ। ਅਸੀਂ ਹਮੇਸ਼ਾ ਸਵਾਲਾਂ ਦੇ ਘੇਰੇ 'ਚ ਆ ਜਾਂਦੇ ਹਾਂ ਵੀ ਇਹ ਕੀ ਹੋ ਕੀ ਰਿਹਾ ਹੈ, ਭਾਰਤ ਦੀ ਜੋ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਉੱਥੇ ਕੀ ਚੱਲਦਾ ਪਿਆ। ਇਸ ਕਰਕੇ ਇਹ ਸਾਰੀਆਂ ਗੱਲਾਂ ਕਲੀਅਰ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਜਨਤਾ ਨੂੰ ਵੀ ਸੰਤੁਸ਼ਟੀ ਹੋ ਜਾਏ। ਸੋ ਅਗਲਾ ਮੁੱਦਾ ਅਸੀਂ ਲੈ ਰਹੇ ਹਾਂ ਬਿਲਕਿਸ ਬਾਨੋ ਕੇਸ ਦਾ। ਜੀ, ਬਿਲਕਿਸ ਬਾਨੋ ਕੇਸ ਦੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਸਜ਼ਾ ਮੁਆਫੀ ਮਾਮਲੇ ਨੂੰ ਛੇਤੀ ਹੀ ਸੁਣਵਾਈ ਦਾ ਮਤਲਬ ਭਰੋਸਾ ਦਿੱਤਾ ਹੈ ਸੁਪਰੀਮ ਕੋਰਟ ਨੇ ਕਿ ਇਹਦੇ ਉੱਤੇ ਰੀਕਨਸੀਡਰ ਕੀਤਾ ਜਾਏਗਾ ਇਸ ਮੈਟਰ ਨੂੰ। ਇਹ ਵੈਸੇ ਜਿਹੜੇ ਜੱਜ ਨੇ, ਮੁੱਖ ਜੱਜ ਸੁਪਰੀਮ ਕੋਰਟ ਦੇ ਚੂੜ ਜੀ, ਉਹਨਾਂ ਨੇ ਕਿਹਾ ਤਾ ਕਿ ਜਿਊਰੀ ਨਵੀਂ ਬਣੂਗੀ, ਕਿਉਂਕਿ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਬਿਲਕਿਸ ਬਾਨੋ ਦਾ ਮੁੱਦਾ ਜਿਹੜਾ ਜੀ ਬੜਾ ਸੰਗੀਨ ਮੁੱਦਾ, 'ਚ 11 ਬੰਦਿਆਂ ਨੂੰ ਛੱਡ ਦਿੱਤਾ ਗਿਆ ਔਰ ਇਸ ਕਰਕੇ ਛੱਡਿਆ ਗਿਆ ਕਿ ਉਹਨਾਂ ਦੀ ਕੋਈ ਗਵਾਹੀ ਨਹੀਂ, ਉਹਦੇ 'ਤੇ ਕੋਈ ਸੁਣਵਾਈ ਨਹੀਂ।
ਔਰ ਇਹ ਕਰ ਕਰਾ ਕੇ ਜਿਹੜਾ ਹੈਗਾ ਔਰ ਉਹਦੇ 'ਤੇ ਇਹ ਰੇਪ ਕੀਤਾ ਗਿਆ ਉਹਦਾ, ਬਾਕੀ ਬੰਦੇ ਮਾਰੇ ਗਏ ਉਹਦੇ ਫੈਮਿਲੀ ਦੇ। ਔਰ ਇਹ ਬੜਾ ਮੁੱਦਾ ਜ਼ਿਆਦਾ ਸੰਗੀਨ ਸੀਗਾ ਔਰ ਉਹ 11 ਦੇ 11 ਬੰਦੇ ਛੱਡ ਦਿੱਤੇ ਗਏ ਆ। ਔਰ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਹਦੀ ਸੁਣਵਾਈ, ਨਵਾਂ ਬੈਂਚ ਤਿਆਰ ਹੋ ਰਿਹਾ, ਉਹਦੇ ਵਿੱਚ ਉਹਨਾਂ ਨੂੰ ਸੌਂਪਿਆ ਜਾਊਗਾ। ਦੁਬਾਰਾ ਇਹਨੂੰ ਫਿਰ ਨਵੇਂ ਸਿਰਿਓਂ ਇਹਦੀ ਕੋਖ ਕਰਨਗੇ ਕਿ ਇਹਦੇ ਪਿੱਛੇ ਕੀ ਪ੍ਰੋਬਲਮ ਰਹੀ ਆ, ਕੀ ਸਮੱਸਿਆ ਰਹੀ ਆ, ਔਰ ਕੀ ਗੱਲ ਕਿ ਜੱਜਾਂ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਘੱਟ ਪਹੁੰਚੀ ਆ, ਜਾਂ ਇਹਦੇ 'ਤੇ ਗਵਾਹ ਮੁੱਕਰ ਗਿਆ, ਜਾਂ ਗਵਾਹ ਆਇਆ ਕੋਈ ਨਹੀਂ, ਜਾਂ ਇਹਦੇ ਵਿੱਚ ਕੀ ਜਿਹੜੀ ਭੇਦ ਭਰਿਆ ਹੈਗਾ। ਔਰ ਇਹਦੇ ਵਿੱਚ ਇਹ ਲੋਕਾਂ ਦੀਆਂ ਨਜ਼ਰਾਂ ਵੀ ਇਹਦੇ 'ਤੇ ਬਹੁਤ ਲੋਕਾਂ ਦੀਆਂ ਹੈਗੇ ਕਿ ਇਹਨਾਂ ਸੰਗੀਨ ਮੁੱਦਾ, ਇਹਨੇ ਰੇਪ ਕਰਕੇ, ਇਹਨੇ ਕਤਲ ਕਰਕੇ, ਬੱਚਾ ਵਿੱਚ ਮਾਰ ਕੇ, ਜਦੋਂ ਬਿਲਕਿਸ ਮਾਨੋ ਪ੍ਰੈਗਨੈਂਟ ਸੀਗੀ, ਰੇਪ ਹੋਇਆ ਇਹਦਾ, ਔਰ ਇਹਦੇ 'ਚ ਸਾਰਾ ਕੁਝ ਹੋਇਆ। ਔਰ ਲੋਕਾਂ ਦੀਆਂ ਨਜ਼ਰਾਂ ਇਹਦੇ 'ਤੇ ਸੀ। ਲੋਕ ਕਹਿੰਦੇ ਸੀ ਬੜੀ ਰੌਂਗਟੇ ਖੜੇ ਕਰਨ ਵਾਲੀ ਇਹ ਘਟਨਾ ਹੈਗੀ ਆ, ਔਰ ਇਹਦੇ 'ਤੇ ਸਜ਼ਾ ਜਿਹੜੀ ਹੋ ਗਈ ਆ ਇਹ ਬਿਲਕੁਲ ਵਾਜਬ ਹੈਗੀ ਆ, ਤਾਂ ਕਿ ਇਹਨਾਂ ਨੂੰ ਅੱਗੇ ਲੈਸਨ ਮਿਲ ਸਕੇ ਕਿ ਅੱਗੇ ਕੀ ਕਰਨਾ ਕੀਤਾ ਹੈਗਾ, ਤਾਂ ਉਦੋਂ ਅੱਗੇ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ ਲੈਸਨ ਮਿਲ ਜੇ ਕਿ ਨਾ ਕਰਨੇ ਹੋ ਜੇ ਦੁਬਾਰਾ ਘਟਨਾਵਾਂ। ਪਰ ਪਾ ਲਾ ਕੇ ਹਿੰਦੁਸਤਾਨ ਦੇ ਵਿੱਚ ਉਹੀ ਕੁਝ ਹੋ ਜਾਂਦਾ, ਜਿਹੜੀ ਰਿਪੀਟ ਹੁੰਦੀ ਚੀਜ਼ ਨੂੰ ਫਿਰ ਦੁਬਾਰਾ ਰਿਪੀਟ ਕਰਨ ਲਈ, ਦੁਬਾਰਾ ਦੁਹਰਾਉਣ ਲਈ ਉਸੇ ਤਰ੍ਹਾਂ ਹੀ ਮੁੱਦਾ ਉੱਥੇ ਦਾ ਉੱਥੇ ਸਟੈਂਡ ਕਰਦਾ, ਤਾਂ ਕਿ ਹੁਣ ਬਿਲਕਿਸ ਮਾਨੋ ਜਿਹੜੀ ਵਿਚਾਰੀ ਉਹਦਾ ਜਿਹੜਾ ਸਾਰਾ ਸੁਣਵਾਈ ਆ ਉਹ ਫਿਰ ਲਮਕ ਗਈ ਆ। ਫਿਰ ਕਿਤੇ ਨਾ ਤੁਹਾਨੂੰ ਪਤਾ ਜੁਡੀਸ਼ਰੀ ਦਾ ਜਿਹੜਾ ਕੇਸ ਹੁੰਦਾ ਕਈ ਸਾਲ ਲੱਗ ਜਾਂਦੇ ਆ। ਕਈ ਵਾਰੀ ਜਿਹੜੇ ਪੈਰਵਾਈ ਕਰਨ ਵਾਲੇ ਗਵਾਹ ਹੁੰਦਾ ਵੈਸੇ ਮਰ ਜਾਂਦੇ ਆ, ਇੱਥੋਂ ਤੱਕ ਹੁੰਦਾ। ਕਈਆਂ ਨੂੰ ਇੰਨਾ ਜਿਹੜੀ ਧਾਰਾ ਲੱਗਦੀਆਂ ਉਹਨਾਂ ਨੂੰ ਇਹਨਾਂ ਸੁਣਵਾਈ ਜਿਹੜੀ ਹੁੰਦੀ ਆ ਉਹ ਇਨ ਟਾਈਮ ਨਹੀਂ ਹੁੰਦੀ। ਇਨ ਟਾਈਮ ਨਾ ਹੋਣ ਕਰਕੇ ਉਹ ਫਿਰ ਮੁੱਦਾ ਆਪ ਹੀ ਰਫਾ ਦਫਾ ਆ ਜਾਂਦਾ, ਸਾਰਾ ਕੁਝ ਚਲੇ ਖਤਮ ਹੋ ਗਿਆ। ਔਰ ਜਿਹੜੇ ਕਰਨ ਵਾਲੇ ਨੇ ਦੋਸ਼ ਜਿਹਨਾਂ 'ਤੇ ਮੜਿਆ ਗਿਆ ਉਹ ਵੀ ਕਈ ਵਾਰੀ ਕੇਸ ਲੜਦੇ ਮਰ ਜਾਂਦੇ ਆ। ਇਹ ਮੁੱਦਾ ਵੀ ਬਹੁਤ ਪੁਰਾਣਾ ਮੁੱਦਾ, ਔਰ ਇਹ ਜਦੋਂ ਗੁਜਰਾਤ ਦੇ ਦੰਗੇ ਹੋਏ ਉਦੋਂ ਹੋਇਆ ਸੀਗਾ। ਦੰਗਿਆਂ ਦੇ ਵਿੱਚ ਜਿਹੜੇ ਤੁਸੀਂ ਹੁਣ ਗੱਲ ਕੀਤੀ ਆ ਜਿਹੜੀ ਡਾਕੂਮੈਂਟਰੀ ਦੀ, ਇਹ ਉਹਦੇ 'ਚ ਇਨਕਲੂਡ ਹੋਇਆ। ਔਰ ਡਾਕੂਮੈਂਟਰੀ ਜਿਹੜੀ ਹੋਈ ਆ, ਡਾਕੂਮੈਂਟਰੀ ਜਿਹੜੀ BBC ਨੇ ਬਣਾਈ ਆ, ਇਹ ਮੁੱਦੇ ਇਸ ਤਰ੍ਹਾਂ ਦੇ ਅਨੇਕਾਂ ਮੁੱਦੇ ਸੀ ਜਦੋਂ 2002 'ਚ ਵਾਪਰਿਆ ਗੁਜਰਾਤ ਦੇ ਵਿੱਚ। ਔਰ ਉਹਦੇ ਗੁਜਰਾਤ 'ਚ ਜਦੋਂ ਵਾਪਰਿਆ ਉਹਦੇ ਵਿੱਚ ਸਾਰੀਆਂ ਅਖਬਾਰਾਂ ਦੀਆਂ ਸੁਰਖੀਆਂ ਇਹ ਹੁੰਦੀਆਂ ਸੀ ਗੁਜਰਾਤ ਦੀਆਂ, ਕਿੱਥੇ ਗੱਡੀਆਂ ਸੜਦੀਆਂ, ਕਿੱਥੇ ਰੇਪ ਹੋ ਗਿਆ, ਕਿੱਥੇ ਬਲੱਡ ਸ਼ੈਡ ਹੋ ਗਿਆ, ਕਿੱਥੇ ਕਤਲੋਗਾਰਤ ਹੋ ਗਈ, ਬੜਾ ਕੁਛ ਹੋਇਆ। ਹੁਣ ਉਹਨਾਂ ਇੱਕ ਡਾਕੂਮੈਂਟ 'ਚ ਸਮੇਟਿਆ ਸੀਗਾ, ਹੁਣ ਉਹਦੇ ਵਿੱਚ ਪਤਾ ਨਹੀਂ ਕੀ ਕੁਛ ਹੋਇਆ ਕੀ ਨਹੀਂ ਹੈਗਾ। ਔਰ ਉਹ ਜੋ ਵੀ ਹੈਗਾ ਗੌਰਮੈਂਟ ਜਿਹੜੀ ਮੌਕੇ ਦੀ ਹੈ ਇਹਨੂੰ ਤਾਂ ਪਤਾ ਕਿ ਇਹਨਾਂ 'ਤੇ ਉਹਨੂੰ ਰੋਕ ਲਿਆ। ਹੁਣ ਰੋਕਣ ਤੋਂ ਬਾਅਦ ਆ ਜਿਹੜੀ ਜੁਡੀਸ਼ਰੀ ਦਾ ਮਾਮਲਾ ਜਿਹੜਾ ਤੁਸੀਂ ਹੁਣ ਗੱਲ ਕੀਤੀ ਹੈ, ਬਿਲਕਿਸ ਮਾਨੋ ਦੇ ਸਾਰੇ ਉਹ ਜਿਹੜਾ ਦੋਸ਼ ਹੋਏ ਉਹਦੇ ਲੋਕਾਂ 'ਤੇ, ਜਿਹੜੇ ਉਹ ਵਿਚਾਰੇ ਉਹ ਜਿਹੜੇ ਬੰਦੇ ਸੀ ਉਹ 11 ਦੇ 11 ਬੰਦੇ ਛੁੱਟ ਕੇ ਆ ਗਏ ਬਾਹਰ। ਕੀ ਕਰ ਰਹੇ ਨੇ ਲੋਕ, ਕਿੱਥੇ ਗਵਾਹ ਬਹਿ ਗਏ, ਕਿੱਥੇ? ਔਰ ਹੋਇਆ ਪੱਕੇ ਤੌਰ 'ਤੇ ਹੋਇਆ ਰੇਪ ਹੋਇਆ, ਪਰ ਇਹਦਾ ਕੋਈ ਸੁਣਵਾਈ ਨਹੀਂ ਹੋਈ। ਗੱਲ ਇਹ ਹੈ ਕਿ ਇਹ ਘਟਨਾ ਹੋਈ ਜੀ, ਰੇਪ ਦੀ ਘਟਨਾ ਹੋਈ, ਔਰ ਜੋ ਕਿਲਿੰਗਸ ਹੋਈਆਂ ਉਹ ਵੀ ਹੋਈਆਂ ਜੀ। ਹੁਣ ਉਹ ਕਿਸੇ ਨੇ ਤਾਂ ਕੀਤੀਆਂ ਨੇ। ਬਿਲਕੁਲ ਬਿਲਕੁਲ। ਹੁਣ ਅਸੀਂ ਕਈ ਵਾਰ ਦੇਖਦੇ ਹਾਂ ਕਿਸੇ ਨੂੰ ਮਾਰ ਦਿੱਤਾ, ਉਹ ਪਤਾ ਨਹੀਂ ਲੱਗ ਰਿਹਾ ਜੀ, ਡੈੱਡ ਬੋਡੀ ਦੇ ਸਾਹਮਣੇ ਪਈ ਹੈ ਨਾ, ਮਾਰਿਆ ਤਾਂ ਗਿਆ ਨਾ, ਉਹ ਲੱਭੋ ਕਿੱਥੇ? ਹੁਣ ਗਵਾਹ ਨਹੀਂ, ਸਬੂਤ ਨਹੀਂ, ਤਾਂ ਕਈ ਵਾਰ ਕੀ ਹੁੰਦਾ ਕਿ ਬੰਦੇ ਬਰੀ ਹੋ ਜਾਂਦੇ ਨੇ। ਬਰੀ ਹੋ ਜਾਂਦੇ, ਉਹ ਤਾਂ ਗਏ ਬਰੀ ਹੋਏ। ਕੀ ਕਰੇ ਕੋਰਟ ਵੀ ਕੀ ਕਰੇ? ਕੋਰਟ ਵੀ ਕੁਛ ਨਹੀਂ, ਹੁਣ ਵੀ ਕੁਛ ਨਹੀਂ ਬਣਨਾ। ਤੁਹਾਨੂੰ ਪਤਾ ਹੈ ਜੋ ਵੀ ਹੈਗਾ ਨਾ, ਜੇ ਇੱਕ ਵਾਰੀ ਉਹ ਛੁੱਟ ਗਏ ਬੰਦੇ ਸਾਰਾ ਕੁਛ ਹੋਣਾ, ਉਹ ਤੋਂ ਬਾਅਦ ਕਿੱਥੋਂ ਗਵਾਹ ਹੋਣੇ, ਕੀ ਕੁਛ ਹੋਣਾ? ਉਹਨਾਂ ਨੇ ਪਿਛਲਾ ਮਾਮਲਾ ਕੱਢ ਕੇ ਅੱਗੇ ਲਿਆਉਣਾ ਕੋਰਟ ਨੇ ਵੀ ਆਹ ਵੇਖੋ ਇਹ 'ਤੇ ਗਵਾਹ ਨਹੀਂ ਆਏ, ਅਸੀਂ ਇਸ ਕਰਕੇ ਇਹਨਾਂ ਨੂੰ ਬਰੀ ਕਰ ਦਿੱਤਾ ਹੈ ਕਿ ਨਹੀਂ। ਇਹਨਾਂ 'ਤੇ ਧਾਰਾ ਲੱਗੇ ਸੀ, ਇਹਨਾਂ ਨੇ ਪੈਸਾ ਵੀ ਲੱਗਾ ਸੀ, ਸਾਰਾ ਕੁਛ ਸੀਗਾ। ਕੁਝ ਤਾਂ ਇਹਨਾਂ ਦੀ ਸਜ਼ਾ ਜਿਹੜੀ ਉਹਦੇ ਵਿੱਚ ਹੀ ਅੰਦਰੇ ਪੂਰੀ ਹੋ ਗਈ, ਕੇਸ ਲੜਦੇ। ਦੂਜੇ ਨੰਬਰ 'ਤੇ ਆ ਗਿਆ ਆਹ ਕੇਸ ਜਿਹੜਾ ਜਿਹਦੇ ਵਿੱਚ ਇਹਨਾਂ ਨੇ ਕੋਈ ਗਵਾਹ ਨਹੀਂ ਹੈਗਾ, ਕੋਈ ਪਤਾ ਨਹੀਂ। ਤੇ ਕੀ ਕਰੇਗੀ ਜੁਡੀਸ਼ਰੀ? ਜੱਜ ਕੀ ਕਰਨਗੇ? ਬੈਂਚ ਕੀ ਕਰੂਗਾ? ਨਵਾਂ ਬੈਂਚ ਆਉਣਾ, ਉਹਨੇ ਉਹਦੇ ਅਕੋਰਡਿੰਗ ਸਾਰਾ ਕੁਝ ਕਰ ਦੇਣਾ ਜਿਹੜਾ ਕੁਝ ਹੋ ਚੁੱਕਿਆ ਹੈਗਾ। ਇੱਦਾਂ ਦਾ ਮਾਮਲੇ ਨੇ, ਕਿਉਂਕਿ ਬੇਸਿਕਲੀ ਗਵਾਹ ਤੇ ਸਬੂਤ ਦੇ ਬੇਸ ਤੇ ਹੀ ਫੈਸਲੇ ਹੁੰਦੇ ਨੇ। ਜੱਜ ਕੀ ਕਰਨਗੇ? ਜੱਜ ਕੀ ਕਰਨਗੇ? ਕਿੱਥੋਂ ਆਣਗੇ ਗਵਾਹ ਤੇ ਕਿੱਥੋਂ ਆਣਗੇ ਸਬੂਤ? ਇੱਕ ਇਹ ਵੀ ਗੱਲ ਹੈ। ਸੋ ਬਲਕਾਰ ਜੀ, ਜੋ ਟੋਟਲ ਸਾਡਾ ਨਜ਼ਰੀਆ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਇੱਕ ਬੇਕਸੂਰੇ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਜੇ ਕੋਈ ਕਸੂਰਵਾਰ ਛੁੱਟ ਵੀ ਗਿਆ ਤੇ ਕੋਈ ਗੱਲ ਨਹੀਂ, ਅਸੀਂ ਬੇਕਸੂਰੇ ਨੂੰ ਸਜ਼ਾ ਨਹੀਂ ਦਿੰਦੇ, ਪਰ ਇਹ ਇੱਕ ਸੋਚ ਲੈ ਕੇ ਚੱਲਦੇ ਹਾਂ। ਪਰ ਜੋ ਕਸੂਰਵਾਰ ਹੈ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਪਰ ਜੇ ਸਵਾਲ ਇਹ ਹੈ ਕਿ ਹੁਣ ਗਵਾਹ ਤੇ ਸਬੂਤ ਕਿੱਥੋਂ ਆਣ? ਹੁਣ ਜੋ ਇਹ ਲੇਡੀ ਨੇ ਬਿਲਕਿਸ ਬਾਨੋ, ਹੁਣ ਦੱਸੋ ਇਹਨਾਂ ਦਾ ਕੀ ਕਸੂਰ? ਐਡੀ ਵੱਡੀ ਡੈਮੋਕ੍ਰੇਸੀ, ਐਡਾ ਵੱਡਾ ਸੰਵਿਧਾਨ, ਔਰ ਇਹ ਕਹਿਣ ਕਿ ਮੈਨੂੰ ਇਨਸਾਫ ਨਹੀਂ ਮਿਲ ਰਿਹਾ, ਮੈਨੂੰ ਨਿਆਂ ਨਹੀਂ ਮਿਲ ਰਿਹਾ, ਜਸਟਿਸ ਨਹੀਂ ਹੋ ਰਿਹਾ ਮੈਨੂੰ, ਤੇ ਦੱਸੋ ਹੁਣ ਇਹਦਾ ਕੀ ਜਵਾਬ ਹੈ? ਇਸ ਲੇਡੀ ਨੂੰ ਕੀ ਜਵਾਬ ਦਿੱਤਾ ਜਾਏ? ਵੈਸੇ ਇੱਕ ਗੱਲ ਹੋਰ ਵੀ ਹੈਗੀ ਆ, ਜੇ ਅਸੀਂ ਪ੍ਰੈਕਟੀਕਲ ਤੌਰ 'ਤੇ ਵੇਖੀਏ, ਜਿੱਥੇ ਸਜ਼ਾਵਾਂ ਸਖਤ ਆ, ਜਿੱਦਾਂ ਅਰਬ ਕੰਟਰੀ ਆ ਜਾਂ ਮੁਸਲਿਮ ਕੰਟਰੀ ਹੋਰ ਹੈਗੀ, ਜਿੱਥੇ ਸਜ਼ਾਵਾਂ ਸਖਤ ਤੋਂ ਸਖਤ ਆ, ਉੱਥੇ ਤੁਹਾਨੂੰ ਜਿੰਨੇ ਵੀ ਕ੍ਰਾਈਮ ਆ, ਜਿੰਨੇ ਵੀ ਉੱਥੇ ਦੋਸ਼ ਆ, ਜਾਂ ਜਿੰਨੇ ਵੀ ਉੱਥੇ ਇਸ ਤਰ੍ਹਾਂ ਦਾ
ਵਾਪਰਦਾ ਘਟਨਾਵਾਂ ਘੱਟ ਹੋਣਗੀਆਂ। ਸਾਡੇ ਦੇਸ਼ 'ਚ ਪਤਾ ਕੀ ਹੁੰਦਾ, ਸਾਡਾ ਡੈਮੋਕ੍ਰੇਸੀ ਆ, ਲੋਕਤੰਤਰ ਇਸ ਤਰ੍ਹਾਂ ਦਾ ਹੈਗਾ, ਜਦੋਂ ਕੋਈ ਵਾਪਰਦੀ ਘਟਨਾ ਜੋ ਕੁਛ ਹੁੰਦਾ ਫਿਰ ਉਹ ਉਹਦੇ 'ਤੇ ਚਲੇ ਜਾਂਦਾ ਕੋਰਟ 'ਚ। ਕੋਰਟ ਤੋਂ ਬਾਅਦ ਪਹਿਲਾਂ ਸੈਸ਼ਨ ਕੋਰਟ ਆ, ਫਿਰ ਹਾਈ ਕੋਰਟ ਆ, ਫਿਰ ਸੁਪਰੀਮ ਕੋਰਟ ਆ, ਫਿਰ ਉੱਥੇ ਚਲ ਜਾਂਦਾ 3-4 ਕੋਰਟਾਂ 'ਚ। ਇੱਥੇ ਹੀ ਇੰਨਾ ਸਮਾਂ ਬਰਬਾਦ ਹੁੰਦਾ। ਫਿਰ ਕੁਝ ਮਸਲੇ ਆ ਜਿਨ੍ਹਾਂ ਨੂੰ ਬਹੁਤਾ ਲਿਆ ਹੀ ਨਹੀਂ ਜਾਂਦਾ ਸੀਰੀਅਸ। ਕੁਝ ਮਸਲੇ ਇਹ ਜ਼ਿਆਦਾ ਸੰਗੀਨ ਨਹੀਂ ਹੈਗੇ ਜਿਨ੍ਹਾਂ ਨੂੰ ਅਜੇ ਪਰੇ ਰੱਖੋ, ਔਰ ਉਹ ਮਸਲੇ ਕਿਸੇ ਫਾਸਟ ਟਰੈਕ ਕੋਰਟ ਵਿੱਚ ਨਹੀਂ ਲੱਗਦੇ। ਉਹ ਸਾਰਾ ਕੁਝ ਹੋਣ ਦੇ ਬਾਵਜੂਦ ਕਈ ਮਸਲੇ ਤਾਂ ਇੱਦਾਂ ਦੇ ਹੁੰਦੇ ਨੇ, ਦੱਸਿਆ ਅੱਗੇ ਕਿ ਲੋਕ ਹੀ ਮਰ ਜਾਂਦੇ ਆ, ਇਸ ਤਰ੍ਹਾਂ ਦੇ ਹੈਗੇ ਆ। ਪਰ ਉਹ ਇਮੀਡੀਏਟ ਹੈਗਾ। ਜਿਹੜੇ ਮੁਸਲਿਮ ਕੰਟਰੀ ਆ ਜਾਂ ਜਿਹੜੇ ਜਿੰਨੇ ਵੀ ਮੁਸਲਿਮ ਕੰਟਰੀਆਂ ਦੇ ਨਾਲ ਲੱਗਦੇ ਹੋਰ ਦੇਸ਼ ਪ੍ਰਦੇਸ਼ ਨੇ, ਇਰਾਨ, ਇਰਾਕ, ਤਰਾਕ, ਸਾਰੇ ਇਹਨਾਂ ਏਰੀਆ 'ਚ, ਔਰ ਉਹਨਾਂ 'ਚ ਸਜ਼ਾਵਾਂ ਵੀ ਪੁਰਾਣੀਆਂ, ਜਿੱਦਾਂ ਕੁੱਤੇ ਛੱਡ ਕੇ ਦਹੀਂ ਪਾ ਕੇ ਉੱਥੇ ਉਹਨਾਂ ਨੂੰ ਚੂੰਡਿਆ ਜਾਂਦਾ, ਉੱਥੇ ਮਾਰਿਆ ਜਾਂਦਾ। ਫਾਂਸੀ ਵੀ ਹੈਗੀ ਉੱਥੇ, ਔਰ ਉਸੇ ਸ਼ਰੇਆਮ ਪਬਲਿਕ ਦੇ ਵਿੱਚ ਮਾਰਿਆ ਜਾਂਦਾ। ਔਰ ਇਸੇ ਕਰਕੇ ਲੱਤਾਂ ਬਾਹਾਂ ਹੱਥ ਕੱਟ ਦਿੰਦੇ ਆ, ਇਸ ਕਰਕੇ ਕਿ ਮੁੜ ਕੇ ਨਾ ਕੋਈ ਇਸ ਤਰ੍ਹਾਂ ਦਾ ਆਵੇ। ਸਖਤ ਸਜ਼ਾ ਸਖਤ। ਸਾਡੇ ਜਿਹੜੀਆਂ ਸਜ਼ਾਵਾਂ ਵੀ ਇਸ ਤਰ੍ਹਾਂ ਦੀਆਂ ਹੈਗੀਆਂ, ਔਰ ਸਾਡੇ ਅਪਰਾਧ ਬਹੁਤ ਦਿਨ ਰਾਤ ਹੁੰਦੇ ਆ, ਔਰ ਰੇਪ ਇੰਨੇ ਜ਼ਿਆਦਾ ਹੁੰਦੇ ਆ। ਇਹਨਾਂ ਕੁੜੀਆਂ ਬੱਚੀਆਂ ਦੇ, ਛੋਟੀਆਂ ਦੇ, ਅਖਬਾਰ ਚੁੱਕ ਕੇ ਵੇਖ ਲਓ, ਸੋਸ਼ਲ ਮੀਡੀਆ ਵੇਖ ਲਓ, ਰੋਜ਼ ਦਿਹਾੜੀ ਨਿੱਤ ਦਿਨ ਨਵੇਂ ਦਿਨ ਸੂਰਜ ਦੇ ਨਾਲ ਹੀ ਅਪਰਾਧਕ ਸ਼ਾਖਾਵਾਂ ਭੱਜੀਆਂ ਫਿਰਦੀਆਂ, ਵਿਚਾਰੇ ਸਾਰੇ ਜਾਂਚ ਏਜੰਸੀਆਂ ਭੱਜੀਆਂ ਫਿਰਦੀਆਂ। ਇੱਕ ਤਾਂ ਅਸੀਂ ਪੈਸਾ ਉੱਧਰ ਖਰਾਬ ਕਰ ਰਹੇ ਹਾਂ, ਜਿਹੜੀਆਂ ਗੱਡੀਆਂ ਚੱਲ ਰਹੀਆਂ, ਸਾਡੇ ਅਧਿਕਾਰੀ ਭੱਜੇ ਫਿਰਦੇ ਆ, ਫਿਰ ਗਵਾਹ ਫੜੇ ਜਾਂਦੇ ਆ, ਫਿਰ ਆ ਕੇ ਕੋਰਟ 'ਚ ਪੇਸ਼ ਹੁੰਦੇ ਆ, ਜੱਜ ਸਾਹਿਬ ਬੈਠ ਜਾਂਦੇ ਆ, ਕਈ ਕੁਛ ਹੁੰਦਾ। ਪਰ ਸਾਡਾ ਸਿਸਟਮ ਇਸ ਤਰ੍ਹਾਂ ਦਾ ਹੈਗਾ। ਐਕਚੁਅਲੀ ਜਿੱਥੇ ਲੋਕਤੰਤਰ ਹੁੰਦਾ, ਜਿੱਥੇ ਪ੍ਰਧਾਨ ਮੰਤਰੀ ਨਾਲ ਹੁੰਦੇ ਆ, ਉੱਥੇ ਤੁਹਾਡੀ ਜਿਹੜੀ ਕਾਨੂੰਨ ਦੀ ਜਿਹੜੀ ਲਾਅ ਦੀ ਜਿਹੜੀ ਸਪੀਡ ਆ ਥੋੜ੍ਹੀ ਜਿਹੀ ਸਲੋ ਹੁੰਦੀ। ਜਿੱਥੇ ਪ੍ਰੈਜ਼ੀਡੈਂਸ਼ੀਅਲ ਗੌਰਮੈਂਟ ਆ, ਪ੍ਰਧਾਨਾਤਮਕ ਸਰਕਾਰ ਆ, ਇਮੀਡੀਏਟ ਫੈਸਲੇ ਹੁੰਦੇ। USA 'ਚ ਵੇਖ ਲਓ, ਹੈ ਨਾ, ਪਾਕਿਸਤਾਨ 'ਚ ਦੇਖ ਲਿਓ, ਫਿਰ ਤੁਸੀਂ ਅਫਗਾਨਿਸਤਾਨ 'ਚ ਦੇਖ ਲਓ, ਇਮੀਡੀਏਟ ਉਸੇ ਵੇਲੇ ਜੋ ਪ੍ਰੈਜ਼ੀਡੈਂਟ ਨੇ ਕਹਿਤਾ ਉਹ ਜੁਡੀਸ਼ਰੀ ਨਹੀਂ ਪੁੱਛਦਾ, ਸਿੱਧੇ ਠੀਕ ਕਹਿ ਰਹੇ ਹੋ। ਸਾਡਾ ਮਤਲਬ ਕਿਰਦਾਰ, ਨੈਸ਼ਨਲ ਕਰੈਕਟਰ ਥੋੜਾ ਉਹ ਵੀ ਸਵਾਲਾਂ ਦੇ ਘੇਰੇ 'ਚ ਆਉਂਦਾ ਹੈ ਕਿ ਸਾਡਾ ਨੈਸ਼ਨਲ ਕਰੈਕਟਰ ਕਿੱਦਾਂ ਦਾ ਹੈ। ਬਿਲਕੁਲ ਬਿਲਕੁਲ। ਔਰ ਦੂਜਾ, ਧਰਮ ਦੇ ਨਾਂ ਦੇ ਉੱਤੇ ਜੋ ਜ਼ਹਿਰ ਤੇ ਨਫ਼ਰਤ ਸਾਡੇ ਸਮਾਜ ਦੇ ਵਿੱਚ ਹੈ, ਉਹ ਬਹੁਤ ਜ਼ਿਆਦਾ ਮਤਲਬ ਉਹ ਵਿਚਾਰਨ ਵਾਲੀ ਗੱਲ ਹੈ। ਔਰ ਮਾਰੇ ਕੌਣ ਜਾਂਦੇ ਆ? ਨਿਹੱਕ ਬੰਦੇ, ਜਿੱਦਾਂ ਤੁਸੀਂ ਅੱਗੇ ਗੱਲ ਕੀਤੀ ਹੈ, ਬੇਕਸੂਰੇ ਮਾਰੇ ਜਾਂਦੇ ਆ। ਉਹਨਾਂ ਨੂੰ ਫੜ ਕੇ, ਉਹਨਾਂ ਨੂੰ ਹੱਥਕੜੀਆਂ ਲਾ ਕੇ, ਉਹਨਾਂ ਨੂੰ ਬੇੜੀਆਂ ਲਾ ਕੇ ਲੈ ਜਾਂਦੇ ਆ। ਇਸ ਲੇਡੀ ਦਾ ਦੱਸੋ ਕੀ ਕਸੂਰ ਹੈ? ਕੋਈ ਵੀ ਕਸੂਰ ਨਹੀਂ। ਔਰ ਇਹ ਕਿਉਂ ਭੁਗਤਦੀ ਪਈ ਹੈ? ਕਿੰਨੇ ਇਹਨੇ ਵਿਚਾਰੀ ਨੇ ਤਸੀਹੇ ਚੱਲੇ। ਬੱਚਾ ਇਹਦਾ ਮਾਰ ਦਿੱਤਾ ਗਿਆ, ਰੇਪ ਹੋਇਆ ਇਹਦੇ ਨਾਲ, ਇਹਦੇ ਫੈਮਿਲੀ ਤਬਾਹ ਕਰ ਦਿੱਤੀ ਗਈ। ਔਰ ਸ਼ਾਇਦ ਗੈਂਗ ਰੇਪ ਹੋਇਆ ਹੈ। ਗੈਂਗ ਰੇਪ ਹੀ ਗੈਂਗ ਰੇਪ ਹੋਇਆ। ਗੈਂਗ ਰੇਪ ਵਨ ਸੋਨੇ ਲੋਕ ਆਏ, ਬੜਾ ਕੁਛ ਹੋਇਆ। ਸੋ ਇੱਕ ਥਾਂ ਤੇ ਨਾ ਆਪਾਂ ਜਦੋਂ ਦੇਖਦੇ ਹਾਂ, ਇੱਕ ਮੈਂ ਫਿਲਮ ਦੇਖ ਰਿਹਾ ਸੀ, ਉਹਦੇ 'ਚ ਇੱਕ ਕਿਰਦਾਰ ਹੈ ਔਰ ਉਹ ਲਾਅ ਦੇ ਨਾਲ ਜੁੜਿਆ ਹੋਇਆ ਹੈ, ਤੇ ਉਹਨੇ ਕੀ ਕਿਹਾ ਆਪਣੇ ਜੂਨੀਅਰਸ ਨੂੰ ਆਪਣੇ ਚੈਂਬਰ ਦੇ ਵਿੱਚ, ਵੀ ਆਰ ਨਾਟ ਇਨ ਦੀ ਬਿਜ਼ਨਸ ਆਫ ਜਸਟਿਸ, ਵੀ ਆਰ ਇਨ ਦੀ ਬਿਜ਼ਨਸ ਆਫ ਲਾਅ। ਮਤਲਬ ਇਨਸਾਫ ਮਿਲੇ ਨਾ ਮਿਲੇ, ਪਰ ਅਸੀਂ ਲਾਅ ਨੂੰ ਟਵਿਸਟ ਕਿੱਦਾਂ ਕਰਨਾ ਹੈ, ਆਪਣੇ ਬੰਦੇ ਨੂੰ ਸਾਫ਼ ਬਚਾ ਕੇ ਕਿਵੇਂ ਕੱਢ ਕੇ ਲੈ ਕੇ ਜਾਣਾ ਹੈ, ਇਹ ਸਾਡਾ ਕੰਮ ਹੈ। ਮੈਂ ਬੜਾ ਹੈਰਾਨ ਹੋਇਆ ਕਿ ਇਸ ਤਰ੍ਹਾਂ ਦੇ ਕਿਰਦਾਰ ਜੇ ਕਿਤੇ ਨਾ ਕਿਤੇ ਹੋਣਗੇ ਤਾਂ ਹੀ ਉਹਨਾਂ ਨੂੰ ਦੇਖ ਕੇ ਫਿਲਮ ਦੇ ਵਿੱਚ ਉਹ ਕਿਰਦਾਰ ਰੱਖਿਆ ਗਿਆ ਕਿ ਇਦਾਂ ਦੇ ਵੀ ਹੁੰਦੇ ਨੇ ਜੋ ਲਾਅ ਦੇ ਵਿੱਚ ਜੁੜੇ ਹੋਏ ਲੋਕ ਨੇ। ਸੋ ਇਹ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਪਰ ਤੁਸੀਂ ਦੇਖੋ ਆਪਣੇ ਆਪ ਨੂੰ ਉਸ ਸਥਿਤੀ 'ਚ ਰੱਖ ਕੇ ਦੇਖੋ, ਜੇ ਸਾਡੇ ਨਾਲ ਇਦਾਂ ਦਾ ਬੇਇਨਸਾਫੀ ਹੋਈ ਹੋਵੇ ਤੇ ਸਾਡੇ ਤੇ ਕੀ ਬੀਤੇਗੀ। ਸੋ ਇਹ ਚੀਜ਼ਾਂ ਨੇ, ਕੋਈ ਮਾਨਵਤਾ ਵੀ ਕੋਈ ਚੀਜ਼ ਹੈ, ਕੋਈ ਕੁਦਰਤ ਵੀ ਕੋਈ ਚੀਜ਼ ਹੈ। ਅਸੀਂ ਕਹਿੰਦੇ ਨੇ ਜਿਹੜਾ ਜਿਸ 'ਚ ਅਗਿਆਨ ਜਿਹੜਾ ਅਗਿਆਨ ਜਿਹਨੂੰ ਪਤਾ ਹੀ ਨਹੀਂਗਾ, ਉਹ ਬੰਦਾ ਹੀ ਇੱਦਾਂ ਦੇ ਘਟਨਾਵਾਂ ਨੂੰ ਜਿਹੜਾ ਮੁੱਲ ਲੈਂਦਾ ਔਰ ਉਹਨਾਂ ਘਟਨਾਵਾਂ ਨੂੰ ਪੂਰਾ ਕਰਦਾ। ਜਿਹੜਾ ਬੰਦਾ ਨੌਲੇਜ ਆ, ਜਿਹਦੇ ਕੋਲ ਬੰਦੇ ਕੋਲ ਸਾਰਾ ਕੁਝ ਗਿਆਨ ਆ, ਉਹ ਇਸ ਪਾਸੇ ਨਹੀਂ ਆਉਂਦਾ। ਉਹ ਕਹਿੰਦੇ ਨੇ ਕਿ ਇੱਕ ਬੰਦੇ ਨੇ ਇਸ ਤਰ੍ਹਾਂ ਦਾ ਕੋਈ ਕਤਲ ਕਰਤਾ, ਜਦੋਂ ਕਤਲ ਕਰਕੇ ਤਾਂ ਉਹਨੂੰ ਉੱਥੇ ਜੱਜ ਨੇ ਪੁੱਛਿਆ ਵੀ ਤੂੰ ਇਹ ਕਤਲ ਕਿਉਂ ਕੀਤਾ, ਔਰ ਅੰਦਰ ਜਿਹਨੇ ਇਹ ਨਾਵਲ ਲਿਖਿਆ, ਜਿਹਦੇ ਵਿੱਚ ਉਹਨੇ ਲਿਖਿਆ ਬੱਚੇ ਵਰਗੀ ਕਵਿਤਾ, ਕੋਈ ਨਾਵਲ ਆ, ਤੂੰ ਅੰਦਰ ਤੂੰ ਜਦੋਂ ਨਾਵਲ ਇਹ ਲਿਖਿਆ ਤਾਂ ਤੂੰ ਉਹਨੂੰ ਕਤਲ ਕਿਉਂ ਕਰਤਾ? ਕਹਿੰਦਾ ਜੀ ਬਸ ਮੈਨੂੰ ਨਹੀਂ ਚੰਗਾ ਲੱਗੀ ਉਹ ਗੱਲ ਉਹਦੀ, ਜਦੋਂ ਨਾਵਲ ਲਿਖ ਰਿਹਾ। ਕਹਿੰਦਾ ਤੂੰ ਇਹ ਨਾਵਲ ਪੜ੍ਹਿਆ ਸੀ? ਕਹਿੰਦਾ ਨਹੀਂ। ਤੇ ਫਿਰ ਕਹਿੰਦਾ ਤੂੰ ਮਾਰ ਕਿਉਂ ਦਿੱਤਾ? ਕਹਿੰਦਾ ਨਾਵਲ ਤਾਂ ਮੈਂ ਪੜ੍ਹਦਾ ਹੀ ਨਹੀਂ ਗਾ। ਇਹ ਅਗਿਆਨੀ ਲੋਕ ਹੈਗੇ ਆ, ਜਿਹੜੇ ਨਹੀਂ ਕੁਝ ਕਰਦੇ, ਸਿਰਫ ਮਾਰਦੇ ਆ, ਬਿਲਕੁਲ ਸਹੀ ਗੱਲ, ਅੰਜਾਮ ਦਿੰਦੇ ਘਟਨਾਵਾਂ ਨੂੰ, ਹੋਰ ਕੁਝ ਨਹੀਂ। ਜਿਹਨੂੰ ਨਹੀਂ ਪਤਾ ਕਿ ਉਹ ਕੀ ਕਰ ਬੈਠਾ ਹੈ, ਜਿਹਨੂੰ ਸਮਝ ਹੀ ਨਹੀਂ ਲੱਗੀ ਉਹ ਕਰ ਬੈਠਾ। ਹੁਣ ਉਹਦਾ ਕੇਸ ਇੱਕ ਵੱਖਰਾ ਕੇਸ ਹੈ ਕਿ ਇਹਨੇ ਇਹ ਗੱਲ ਅਗਿਆਨਤਾ 'ਚ ਕੀਤੀ ਜਾਂ ਕਿਉਂ ਕੀਤੀ, ਉਹ ਇੱਕ ਵੱਖਰਾ ਕੇਸ ਹੈ। ਪਰ ਜਿਹਨੂੰ ਪਤਾ ਹੈ ਉਹਨੇ ਕੀ ਕੀਤਾ, ਉਹ ਜਾਣ ਬੁੱਝ ਕੇ ਕੀਤਾ, ਉਹ ਫਿਰ ਵੀ ਕਵੇ ਮੇਰਾ ਕੋਈ ਕਸੂਰ ਨਹੀਂ, ਮੈਂ ਬੇਕਸੂਰ ਹਾਂ, ਹੁਣ ਉਹ ਕੇਸ ਵੱਖਰਾ ਹੈ। ਉਹਨੂੰ ਉਸੇ ਤਰ੍ਹਾਂ ਦੇਖਣਾ ਚਾਹੀਦਾ। ਸਟੇਟ ਆਫ ਮਾਈਂਡ ਜਿਹੜਾ ਹੁੰਦਾ ਨਾ, ਉਦੋਂ ਹੋਰ ਹੁੰਦਾ ਬੰਦੇ ਦਾ,
ਔਰ ਜਿਹੜੇ ਸੂਝਵਾਨ ਜਿਹੜੇ ਚੰਗੇ ਲੋਕ ਜਿਹੜੇ ਸੈਂਸਿਟਿਵ ਆ ਜਿਹੜੇ ਦਿਮਾਗ ਰੱਖਦੇ ਉਹ ਇਦਾਂ ਦੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦੇ। ਉਹ ਸਿਰਫ ਤੇ ਸਿਰਫ ਵੇਖ ਵੀ ਨਹੀਂ ਸਕਦੇ। ਵੇਖਦੇ ਕੌਣ ਆ, ਕਰਦੇ ਕੌਣ ਹੈ? ਉਹ ਹੋਰ ਬੰਦੇ ਹੁੰਦੇ ਆ ਜਿਹੜੇ ਸਫਾਰੀ ਲੈਣ ਵਾਲੇ ਆ, ਪੈਸਾ ਲੈਣ ਵਾਲੇ, ਬਿਲਕੁਲ ਸਹੀ, ਜਿਨ੍ਹਾਂ ਨੇ ਪੈਸੇ ਆਪਣੇ ਕੋਲ ਰੱਖੇ ਹੁੰਦੇ ਆ। ਉਹਨਾਂ ਦਾ ਬਿਜ਼ਨਸ ਆ, ਉਹਨਾਂ ਦਾ ਧੰਦਾ ਹੈ ਮਾਰਨਾ ਲੋਕਾਂ ਨੂੰ। ਉਹ ਹਰ ਦੇਸ਼ 'ਚ ਲੋਕ ਬੈਠੇ ਆ, ਹਰ ਨੁੱਕਰ 'ਚੋਂ ਲੋਕ ਬੈਠੇ ਆ। ਹਰ ਤਰ੍ਹਾਂ ਦੇ ਬੰਦੇ ਨਹੀਂ ਤੁਹਾਨੂੰ ਨਜ਼ਰ ਆਉਣਗੇ। ਕਈ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਅਪਰਾਧਕ ਜਿਨ੍ਹਾਂ ਦੀਆਂ ਸ਼ਾਖਾਵਾਂ, ਜਿਨ੍ਹਾਂ 'ਚ ਦਿਮਾਗ ਹੀ ਉਹਨਾਂ ਦਾ ਕਠੋਰ ਆ, ਪੱਥਰ ਦੇ ਲੋਕ ਹੁੰਦੇ ਆ, ਮਾਰਦੇ ਲੋਕ। ਚਲੋ ਆਪਾਂ ਹੁਣ ਅੱਗੇ ਵਧੀਏ। ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸ ਮੰਤਰੀਆਂ ਦੀਆਂ ਗ੍ਰਿਫਤਾਰੀਆਂ ਕਰਕੇ ਚਿੰਤਾ ਹੋਰ ਵਧਾਈ। ਵਾਕਈ ਇਹ ਤਾਂ ਵੈਸੇ ਜਿਸ ਤਰ੍ਹਾਂ ਦੀ ਇੱਕ ਪੂਰਾ ਲੜੀਵਾਰ ਸੀਰੀਅਲ ਨਹੀਂ ਹੁੰਦਾ, ਉਹ ਆ ਗਿਆ ਉਹਦੇ ਵਿੱਚ। ਇਹ ਜਿਹੜਾ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਨਾਟਕ ਬਣ ਗਿਆ ਕਿ ਰੋਜ਼ ਦਿਹਾੜੀ ਅੱਜ ਓਪੀ ਸੋਨੀ, ਅੱਜ ਧਰਮਸੋਤ ਜੀ, ਉਹਨਾਂ ਦਾ ਰਿਮਾਂਡ, ਉਹਨਾਂ ਦੇ ਵਿੱਚੋਂ ਜਿਹੜੀ ਸੰਪਤੀ ਜ਼ਿਆਦਾ ਬਣ ਗਈ ਹੈ। ਹੁਣ ਉਹਨਾਂ ਦਾ ਨਹੀਂ ਪਤਾ ਲੱਗ ਰਿਹਾ ਕਿ ਉਹ ਕਦੀ ਤਾਂ ਹੁਣ ਜੁਡੀਸ਼ੀਅਲ ਰਿਮਾਂਡ 'ਚ ਆ, ਪਹਿਲੋਂ ਉਹਨਾਂ ਦਾ ਪਤਾ ਲੱਗਾ ਸੀ ਕਿੱਥੇ ਇੰਨਾ ਪੈਸਾ ਲਿਆ। ਹੁਣ ਉਹਨਾਂ ਦੇ ਬਾਰੇ ਇਹ ਪਤਾ ਲੱਗਾ ਕਿ 157 ਕਿੱਲੇ ਜ਼ਮੀਨ ਆ। ਜਦੋਂ ਉਹ ਬਣੇ ਸੀ ਮੰਤਰੀ, ਜੰਗਲਾਤ ਮੰਤਰੀ, 2 ਵਿਗੇ ਜ਼ਮੀਨ ਸੀ। ਹੁਣ ਉਹਨਾਂ ਕੋਲ 18-20 ਦੇ ਕਰੀਬ ਉਹਨਾਂ ਦੇ ਅਕਾਊਂਟਸ ਆ ਸਾਰੀਆਂ ਬੈਂਕਾਂ ਵਿੱਚ, ਔਰ ਪਲਾਟਾਂ ਦਾ ਪਤਾ ਹੀ ਨਹੀਂ ਹੈਗਾ। ਹੁਣ ਪੈਸਾ ਕਿੱਥੋਂ ਆ ਰਿਹਾ, ਕੀ ਕਰ ਰਿਹਾ? ਔਰ ਵਿਜੀਲੈਂਸ ਹੁਣ ਉਹਨਾਂ 'ਤੇ ਕਰ ਰਹੀ ਹੈ। ਵਿਜੀਲੈਂਸ ਪਹਿਲਾਂ ਸ਼ਾਇਦ ਡਰਦੀ ਉਹਨਾਂ ਕੋਲ ਕੋਈ ਮੰਤਰੀ ਹੈ, ਔਰ ਉਦੋਂ ਨਹੀਂ ਇਹਨਾਂ ਨੇ ਕੁਝ ਵੀ ਕਿਹਾ। ਹੁਣ ਜਦੋਂ ਮੰਤਰੀਸ਼ਿਪ ਨਹੀਂ ਰਹੀ ਉਹਨਾਂ ਨੇ, ਹੁਣ ਉਹਨਾਂ ਦੇ ਦਿਵਾਲੇ ਹੋ ਗਿਆ ਜਿਹੜੀ ਵਿਜੀਲੈਂਸ ਬਿਊਰੋ ਹੈਗੀ। ਹੁਣ ਉਹਨਾਂ ਨੇ ਪਤਾ ਕਰ ਲਿਆ। ਹੁਣ ਜੋ ਪ੍ਰਾਪਰਟੀ ਦਾ ਪਤਾ ਲੱਗਾ, ਇਹ ਪੰਜਾਬ 'ਚ ਪ੍ਰਾਪਰਟੀ ਬਣੀ, ਪੰਜਾਬ 'ਚ ਮਕਾਨ ਬਣਨੇ ਸੀ ਉਹਦੇ, ਪੰਜਾਬ ਦੇ ਵਿੱਚ ਹੀ ਉਹਦੀ ਜ਼ਮੀਨ ਸੀਗੀ। ਉਦੋਂ ਨਹੀਂ ਸੀ ਪਤਾ ਇਹਨਾਂ ਨੂੰ, ਹੁਣ ਤਾਂ ਸਾਰਾ ਕੁਝ ਆ ਗਿਆ ਹੈ ਨਾ। ਉਹਦੇ ਵਿੱਚ ਸਿੰਗਲਾ ਜੀ ਨੇ, ਉਹਨਾਂ ਨੂੰ ਫੜਿਆ ਗਿਆ। ਉਹਨਾਂ ਨੇ ਕਹਿੰਦਾ ਜਦੋਂ ਆਹ ਕਰ ਦਿੱਤਾ, ਜਿੰਨੇ ਟੈਂਡਰ ਸੀ ਟੈਂਡਰ ਘਟਾਲੇ ਹੋ ਗਏ। ਓਪੀ ਸੋਨੀ ਅੰਮ੍ਰਿਤਸਰ ਦੇ, ਉਹਨਾਂ ਨੂੰ ਹੁਣ ਕੈਪਚਰ ਕੀਤਾ। ਉਹਨਾਂ ਕੋਲ ਪਤਾ ਲੱਗਾ ਵੀ ਇਹ ਨਹੀਂ ਹੈ ਨਾ। ਹੁਣ ਉਹਦੇ ਵਿੱਚ ਹੋਰ ਵੀ ਕਾਂਗਰਸ ਸਾਹਿਬ ਇੱਕ ਮੰਤਰੀ ਨੇ, ਉਹ ਸਾਧੂ ਸਿੰਘ ਧਰਮਸੋਤ 3 ਦਿਨਾਂ ਦਾ ਰਿਮਾਂਡ ਚੱਲ ਰਿਹਾ। ਹਾਂ, ਤੁਸੀਂ ਇਹਦੇ ਵਿੱਚ ਇੱਕ ਜਦੋਂ ਨਾਂ ਲੈਣ ਲੱਗੋਗੇ ਤਾਂ ਤੁਹਾਨੂੰ ਚੇਤਾ ਹੀ ਭੁੱਲ ਜੂਗਾ ਇੰਨੇ ਮੰਤਰੀ ਇਹਦੇ ਵਿੱਚ ਆ ਰਿਹਾ। ਔਰ ਜ਼ਿਆਦਾਤਰ ਕੌਣ ਹੈਗੇ? ਬਹੁਤ ਗਿਣਤੀ 'ਚ ਕਾਂਗਰਸੀ, ਅਕਾਲੀ ਦਲ ਵਾਲੇ 'ਚ ਬਚੇ ਪਏ। ਉਹਦੇ 'ਚ ਉਹ ਨਹੀਂ, ਉਹਨਾਂ ਨੂੰ ਨਹੀਂ ਹੈਗਾ, ਜਾਂ ਤਾਂ ਉਹਨਾਂ ਕੀਤਾ ਕੁਛ ਨਹੀਂ, ਜਾਂ ਇਹ ਜਿਹੜੀ ਆਪ ਸਰਕਾਰ ਉਹਨਾਂ ਤੋਂ ਡਰ ਰਹੀ ਹੈ, ਜਾਂ ਉਹਨਾਂ ਨੂੰ ਹੱਥ ਨਹੀਂ ਪਾ ਰਹੀ। ਔਰ ਹੱਥ ਪਾਉਣ ਦਾ ਮਤਲਬ ਜਿਹੜੀ ਵਿਜੀਲੈਂਸ ਨਹੀਂ ਪਾ ਰਹੀ, ਇਹ ਸਰਕਾਰ ਪਾਉਂਦੀ ਹੁੰਦੀ ਹੈ। ਸਰਕਾਰ ਦੇ ਨੁਮਾਇੰਦੇ ਪਾ ਰਹੇ ਆ। ਹੁਣ ਉਹਨਾਂ ਨੂੰ ਤਾਂ ਇਹਨਾਂ ਨੇ ਰੋਜ਼ ਦਿਹਾੜੀ ਉਹਨਾਂ ਦੀਆਂ ਫਾਈਲਾਂ ਲੱਗ ਗਈਆਂ, ਫਾਈਲਾਂ ਟੇਬਲਾਂ 'ਤੇ ਪਈਆਂ ਹੁੰਦੀਆਂ, ਸਾਰਾ ਕੁਝ। ਕੀ ਕਰਦੇ ਨੇ ਲੋਕ? ਉਹਨਾਂ ਨੂੰ ਉਦੋਂ ਨਹੀਂ ਸੀ ਪਤਾ ਕਿ ਰੁੱਖ ਵੇਚੇ ਜਾ ਰਹੇ ਆ। ਉਹਦਾ ਕਮਿਸ਼ਨ ਕਿਹਨੂੰ ਜਾ ਰਿਹਾ? DFO ਸਾਹਿਬ ਕਿੱਥੇ ਬੈਠੇ ਨੇ? ਜਿਹੜੇ ਡਿਸਟ੍ਰਿਕਟ ਫੋਰੈਸਟ ਆਫੀਸਰ ਆ, ਉਹ ਕੌਣ ਨੇ? ਜਿਹੜੇ ਫੋਰੈਸਟ ਆਫੀਸਰ ਨੇ, ਔਰ ਉਦੋਂ UPSC 'ਚੋਂ ਆਪਣੇ ਆਏ ਨੇ ਟੈਸਟ ਪਾਸ ਕਰਕੇ। ਔਰ ਇਹ ਉਦੋਂ DFO ਵੀ ਚੁੱਪ ਰਹੇ। ਹੁਣ ਵਿਜੀਲੈਂਸ ਰੌਲਾ ਪਾ ਰਹੀ ਹੈ। ਹੁਣ ਸਾਰਾ ਕੁਛ ਹੈਗਾ। ਕਿਹੜਾ ਮੰਤਰੀ ਹੈ ਜਿਹੜਾ ਕਾਂਗਰਸ ਵਾਲਾ ਬਚਿਆ ਹੋਵੇ? ਅਮਰਿੰਦਰ ਸਿੰਘ ਜੀ ਦੇ, ਉਹਨਾਂ 'ਤੇ ਵੀ ਚਲੇ ਗਿਆ ਸੀ, ਉਹਨਾਂ 'ਤੇ ਵੀ ਕੇਸ ਲਾਗੂ ਲੱਗਿਆ। ਉਹਨਾਂ ਨੇ ਫਿਰ ਵੀ ਪੈਸਾ ਖਾ ਗਿਆ। ਮੁੱਖ ਮੰਤਰੀ ਤੋਂ ਲੈ ਕੇ ਚੰਨੀ ਸਾਹਿਬ ਨਹੀਂ ਫਸੇ ਇਸ ਕੰਮ 'ਚ। ਕਿਹਦਾ ਤੁਸੀਂ ਗਿਣਤੀ ਕਰ ਲਓ, ਟਿਪਸ ਗਿਣੇ, ਕਿਹੜਾ ਬੰਦਾ ਜਿਹੜਾ ਬਚਿਆ ਇਹਨਾਂ ਕੇਸ? ਪੁਰਾਣੇ ਸਿਆਸੀ ਨੇਤਾ ਕਹਿੰਦੇ ਹੁੰਦੇ ਨੇ ਨਾ, ਇਸ ਹਮਾਮ ਦੇ ਵਿੱਚ ਸਾਰੇ ਨੰਗੇ। ਸਹੀ ਗੱਲ, ਇਸ ਹਮਾਮ 'ਚ ਸਾਰੇ ਨੰਗੇ ਨੇ। ਨਾਲੇ ਲੋਕਾਂ ਨਵੀਂ ਨਹੀਂ ਗੱਲ ਲੱਗਦੀ, ਕਹਿੰਦੇ ਆਮ ਹੀ ਹੈ ਇਹ ਤਾਂ, ਸਾਰੇ ਫੜੇ ਜਾਣੇ ਬਾਅਦ 'ਚ। ਔਰ ਉਹ ਜਿਹੜਾ ਗਾਣੇ ਨੇ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ। ਉਹ ਗਾਣਾ ਆਈ ਹੈ ਤੇ ਉਹ ਟਰੱਕਾਂ ਦੇ ਪਿੱਛੇ ਵੀ ਲਿਖਿਆ ਹੁੰਦਾ। ਸੋ ਇੱਕ ਗੱਲ ਦੇਖੋ, ਜਦੋਂ ਆਪਾਂ ਇਹ ਗੱਲ ਕਰਦੇ ਆ, ਮਤਲਬ ਇਹ ਇੱਥੇ ਹੋ ਗਿਆ, ਇੱਥੇ ਹੋ ਗਿਆ, ਇਹਦੇ ਕੱਲ ਰੇਡ ਹੋ ਗਿਆ, ਇੱਥੇ ਰੇਡ ਹੋ ਗਿਆ, ਤਾਂ ਕਈ ਵਾਰ ਆਪਾਂ ਇਹ ਸਿਆਸੀ ਜਿਹੜੇ ਆਗੂ ਨੇ ਉਹਨਾਂ ਵੱਲੋਂ ਸਟੇਟਮੈਂਟਸ ਵੀ ਆਉਂਦੀਆਂ ਨੇ ਉਹਨਾਂ ਦੀ ਮੀਟਿੰਗਸ ਦੇ ਵਿੱਚ, ਤੁਹਾਡੀ ਸਰਕਾਰ ਹੈ, ਤੁਸੀਂ ਸਾਡੇ ਉੱਤੇ ਛਾਪੇ ਮਰਵਾਉਂਦੇ ਪਏ ਹੋ ਨਾ, ਅਸੀਂ ਆਵਾਂਗੇ ਤੇ ਅਸੀਂ ਤੁਹਾਡੇ ਤੇ ਮਰਵਾਵਾਂਗੇ। ਇਹ ਕੀ ਗੱਲ ਹੈ? ਦੱਸੋ, ਇਹ ਕੋਈ ਗੱਲ ਬਣੀ? ਹਾਂ, ਪਬਲਿਕ ਕਿੱਥੇ ਜਾਵੇ? ਆਪਸ 'ਚ ਗੁੱਥਮ ਗੁੱਥਾ ਹੋਈ ਜਾਈਓ। ਯਾਰ ਲੜਨਾ ਤੇ ਜਾ ਕੇ ਬਾਹਰ ਕਿਤੇ ਬਹਿ ਕੇ ਲੜ ਲਵੋ ਚੰਗੀ ਤਰ੍ਹਾਂ। ਪਬਲਿਕ ਦਾ ਟਾਈਮ ਕਿਉਂ ਵੇਸਟ ਕਰਦੇ ਪਏ? ਤੁਹਾਨੂੰ ਲੜਨ ਵਾਸਤੇ ਚੁਣਿਆ। ਗੱਲ ਇਹ ਹੈ, ਉਹੀ ਹਮਾਮ 'ਚ ਸਾਰੇ ਨੰਗੇ ਨੇ। ਤੁਸੀਂ ਸਾਨੂੰ ਕਹੋਗੇ ਕਿ ਅਸੀਂ ਨੰਗੇ ਹੈਗੇ ਆ, ਤੇ ਅਸੀਂ ਫਿਰ ਜਦੋਂ ਸਾਡੀ ਵਾਰੀ ਆ ਗਈ ਅਸੀਂ ਤੁਹਾਨੂੰ ਨੰਗੇ ਕਰ ਦਿਆਂਗੇ। ਮਤਲਬ ਜਨਤਾ ਦਾ ਟਾਈਮ ਵੇਸਟ ਹੋ ਰਿਹਾ, ਦੇਸ਼ ਦਾ ਟਾਈਮ ਵੇਸਟ ਹੋ ਰਿਹਾ, ਸਟੇਟ ਦਾ ਟਾਈਮ ਵੇਸਟ ਹੋ ਰਿਹਾ, ਨਾਲ ਪੈਸਾ ਵੇਸਟ ਹੋ ਰਿਹਾ। ਮਤਲਬ ਇਹ ਕਰਦੇ ਕੀ ਪਏ ਨੇ? ਜਾਂ ਤਾਂ ਇਹ ਲੋਕ ਕਾਬਿਲ ਹੀ ਨਹੀਂ ਹੈਗੇ ਸਟੇਟ ਨੂੰ ਚਲਾਉਣ ਦੇ, ਇਹਨਾਂ ਨੂੰ ਕੋਈ ਹੋਰ ਕੰਮ ਕਰਨਾ ਚਾਹੀਦਾ, ਸਿਆਸਤ ਛੱਡ ਦੇਣੀ ਚਾਹੀਦੀ ਹੈ। ਔਰ ਜਿਹੜੇ ਕਾਬਿਲ ਨੌਜਵਾਨ ਲੋਕ ਨੇ ਉਹਨਾਂ ਨੂੰ ਆਉਣਾ ਚਾਹੀਦਾ। ਔਰ ਜਿਹੜੇ ਬਜ਼ੁਰਗ ਨੌਜਵਾਨ, ਕਿਉਂਕਿ ਉਹਨਾਂ ਦੀ ਸੋਚ ਨਵੀਂ ਹੈ ਨਾ, ਬਜ਼ੁਰਗ ਵੀ ਨੌਜਵਾਨ ਹੁੰਦੇ ਨੇ, ਉਹਨਾਂ ਨੂੰ ਆਉਣਾ ਚਾਹੀਦਾ। ਜਿਹੜੇ ਵਾਕਈ ਦੇਸ਼ ਨੂੰ, ਸਟੇਟ ਦੇ ਲੋਕਾਂ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਆਉਣਾ ਚਾਹੀਦਾ। ਇਹਨਾਂ ਨੂੰ ਘਰ ਬਹਿਣਾ ਚਾਹੀਦਾ। ਵੈਸੇ ਇਹਨਾਂ ਤਾਂ ਹੁਣ ਘੱਸੇ ਪਿੱਟੇ ਜਿਹੜੇ ਲੀਡਰ ਆ ਉਹੀ ਹੈਗੇ ਆ ਜਿਨ੍ਹਾਂ ਦੀ ਸੋਚ ਵੈਸੇ ਇਸ ਵੇਲੇ ਜਵਾਬ ਦੇ ਚੁੱਕੀ ਹੁੰਦੀ ਆ। ਉਹ ਸੋਚ ਨਹੀਂ ਹੈਗੀ ਜਿਹੜੀ ਫਰੈਸ਼, ਕੋਈ ਵਿਜ਼ਨ ਹੀ ਨਹੀਂ ਹੈਗਾ, ਜਿਹੜੀ ਫਰੈਸ਼ ਆ, ਜਿਨ੍ਹਾਂ ਨੇ ਫਰੈਸ਼ ਤੌਰ ਤੇ ਸੋਚਣਾ, ਔਰ ਜਿਨ੍ਹਾਂ ਨੂੰ ਪਤਾ, ਜਿਨ੍ਹਾਂ ਦਾ ਬ੍ਰੇਨ ਬਿਲਕੁਲ ਉਸੇ ਤਰ੍ਹਾਂ ਦਾ ਜਿਹੜਾ ਕੰਪੈਰੇਟਿਵਲੀ ਬਾਹਰਲੇ ਸਟੇਟਾਂ ਨਾਲ, ਬਾਹਰਲੇ ਕੰਟਰੀਆਂ ਨਾਲ ਜੋੜ ਕੇ ਵੇਖਣਗੇ ਕਿ ਸਾਡਾ ਦੇਸ਼ ਕਿੱਥੇ ਖੜਾ। ਜਿੱਦਾਂ ਦੁਬਈ 'ਚ
ਜਦੋਂ ਰੇਤਾ ਸੀ, 4 ਚੁਫੇਰੇ ਖਜੂਰਾਂ ਸੀਗੀਆਂ, ਕਿੱਕਰਾਂ ਉੱਗੀਆਂ ਸੀ, ਸਾਰਾ ਕੁਝ ਸੀਗਾ। ਔਰ ਦੁਬਈ ਨੂੰ ਬਣਾਉਣ ਵਾਲੇ ਕੌਣ ਨੇ? ਉਹਨਾਂ ਦੇ ਜਿਹੜੇ ਵੱਡੇ ਮਹਾਰਾਜੇ ਸੀਗੇ, ਉਹਨਾਂ ਦੇ ਪੁੱਤਰ ਨੇ ਜਦੋਂ ਇੰਗਲੈਂਡ ਵੇਖਿਆ, ਅਮਰੀਕਾ ਵੇਖਿਆ, ਜਾ ਕੇ ਵੇਖਿਆ, ਸਾਰਾ ਕੁਝ ਉੱਦਾਂ ਦੀਆਂ ਸੜਕਾਂ ਬਣਾਤੀਆਂ, ਉਸੇ ਤਰ੍ਹਾਂ ਦੀਆਂ ਬਿਲਡਿੰਗਾਂ ਬਣਾਤੀਆਂ, ਉਸ ਤਰ੍ਹਾਂ ਦੇ ਟਾਵਰ ਬਣਾਤੇ। ਇਹ ਬਣਾਉਂਦਾ ਕੌਣ ਹੈਗਾ? ਨੌਜਵਾਨ ਪੀੜ੍ਹੀ, ਜਿੱਦਾਂ ਤੁਸੀਂ ਗੱਲ ਕੀਤੀ ਆ। ਪਰ ਹੁਣ ਗੱਲ ਲਈ ਆ ਜਿਹੜਾ ਪੈਸਾ ਇਹਨਾਂ ਨੇ ਲਿਆ ਕੇ ਰੱਖਿਆ, ਜਿਹੜਾ ਪੈਸੇ 'ਚ ਇਹਨਾਂ ਦੇ ਖੇਤ ਆ, ਜਿੱਦਾਂ ਇਮਾਰਤਾਂ ਵਾ, ਜਿਹਦੇ 'ਚ ਇਹਨਾਂ ਨੇ ਵੱਡੇ ਸਟੋਰ ਬਣਾ ਲਿਆ ਜਾਂ ਵੱਡੀਆਂ ਬਿਲਡਿੰਗਾਂ ਬਣਾਤੀਆਂ, ਉਹ ਪੈਸਾ ਹੈ ਕਿਹਨਾਂ ਦਾ? ਪੈਸਾ ਤਾਂ ਖਜ਼ਾਨੇ ਦਾ ਹੀ ਹੈ, ਪੰਜਾਬ ਦਾ ਪੈਸਾ ਹੀ ਹੈ, ਪਬਲਿਕ ਦਾ ਪੈਸਾ, ਲੋਕਾਂ ਦੀ ਜੇਬ ਦਾ ਹੀ ਪੈਸਾ ਹੀ ਹੈਗਾ। ਅਤੇ ਹੁਣ ਇਹ ਇੱਕ ਨਹੀਂ ਹੈਗਾ, ਜਿੰਨੇ ਵੀ ਮੰਤਰੀ ਆ, ਹੁਣ ਇਹਨਾਂ ਕਾਂਗਰਸ ਵਾਲੇ ਫੜੇ ਆ, ਕਾਂਗਰਸ ਵਾਲੇ ਜਦੋਂ ਆਏ ਉਹਨਾਂ ਨੇ ਆਪ ਵਾਲੇ ਫੜ ਲੈਣੇ। ਆਪ ਵਾਲਿਆਂ ਦੇ ਤਾਂ ਪਹਿਲਾਂ ਹੀ ਮੰਤਰੀ ਨਾਲ ਵਿਜੇ ਸਿੰਗਲਾ ਆਉਂਦਿਆਂ ਫੜਿਆ ਗਿਆ। ਤੁਸੀਂ ਦੇਖੋ ਇਹ ਕਿਹਨੂੰ ਕਹਿਣਗੇ ਵੀ ਅਸੀਂ ਸੱਚੇ ਹਾਂ, ਅਸੀਂ ਦੁੱਧ ਨਹਾਤੇ ਹਾਂ? ਤੇ ਉਹ ਨਹੀਂ ਹੈਗੇ, ਜਿਹੜੇ ਕਹਿ ਨਹੀਂ ਸਕਦੇ ਕੋਈ। ਵੱਡੇ ਸਰਕਾਰੀ ਘਰਾਂ 'ਚ ਰਹਿੰਦੇ ਨੇ, ਕਾਰਾਂ, ਗੱਡੀਆਂ, ਸਿਕਿਉਰਿਟੀ, ਇਹ ਸਾਡਾ ਹੀ ਪੈਸਾ ਹੈ, ਸਾਡਾ ਆਮ ਲੋਕਾਂ ਦਾ ਪੈਸਾ, ਆਮ ਲੋਕਾਂ ਦਾ, ਪਬਲਿਕ ਦਾ। ਸਾਡੇ ਵਾਸਤੇ ਕੀ ਕਰਦੇ ਪਏ ਹੋ ਇਹ ਦੱਸੋ, ਕੀ ਡਿਲੀਵਰੀ ਦੇ ਰਹੇ ਹੋ ਇਹ ਦੱਸੋ। ਉਹਨਾਂ ਦੇ 'ਚ ਗੱਲ ਇਹ ਹੈ, ਅਸੀਂ ਜਾਣਦੇ ਹਾਂ ਕਿ ਕਈ ਐਸੇ ਨੇਤਾ ਨੇ ਜਿਨ੍ਹਾਂ ਦਾ ਪਿਛਲਾ ਰਿਕਾਰਡ ਹੈ, ਕ੍ਰਿਮੀਨਲ ਰਿਕਾਰਡ ਹੈ, ਕ੍ਰਾਈਮ ਕੀਤਾ ਹੋਇਆ ਉਹਨਾਂ ਨੇ, ਔਰ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਚੱਲਦੇ ਪਏ ਨੇ। ਹੁਣ ਉਹ ਪਤਾ ਨਹੀਂ ਕਿਸ ਤਰ੍ਹਾਂ ਕਰਕੇ ਸਿਆਸਤ ਦੇ 'ਚ ਆ ਕੇ ਇੱਥੇ ਤੱਕ ਪਹੁੰਚ ਗਏ, ਮੰਤਰੀ ਬਣ ਗਏ, ਵਜ਼ਾਰਤ ਦੇ 'ਚ ਆ ਗਏ ਸਿਆਸਤ ਕਰਕੇ, ਔਰ ਇਸ ਵਕਤ ਕੋਈ ਨਾ ਕੋਈ ਪੋਰਟਫੋਲੀਓ ਵੀ ਉਹਨਾਂ ਕੋਲ ਹੈਗਾ। ਹੁਣ ਜਿਨ੍ਹਾਂ ਦੀ ਸੋਚ ਕ੍ਰਿਮੀਨਲ ਸੋਚ ਹੋਵੇ, ਜੋ ਉੱਥੋਂ ਲੰਘ ਕੇ ਆਏ ਹੋਣ, ਹੁਣ ਇੱਥੇ ਆ ਕੇ ਮੰਤਰੀ ਸਾਹਿਬ ਬਣ ਕੇ ਬਹਿ ਗਏ ਨੇ, ਉਹਨੂੰ ਕੀ ਸੋਚ ਹੋਏਗੀ, ਕੀ ਵਿਜ਼ਨ ਹੋਏਗਾ, ਤੇ ਕੀ ਉਹਨਾਂ ਨੇ ਕੰਮ ਕਰਨੇ ਨੇ। ਜਿੱਦਾਂ ਉਹਨਾਂ ਨੇ ਇਹੋ ਜਿਹੇ ਕੰਮ ਕਰਨੇ ਨੇ, ਇੱਧਰੋਂ ਧੰਦਾ ਤੇ ਇੱਧਰੋਂ ਧੰਦਾ। ਇਹ ਕਹਿੰਦੇ ਨੇ ਕਿ ਜਿਹੜਾ ਮੰਤਰੀ ਬਣੂਗਾ, MLA ਬਣੂਗਾ, ਉਹਦੀ ਹੁਣ ਕੁਆਲੀਫਿਕੇਸ਼ਨ ਤਾਂ ਕੋਈ ਹੈ ਹੀ ਨਹੀਂ, 5 ਪੜ੍ਹਿਆ ਵੀ 4 ਪੜ੍ਹਿਆ ਵੀ ਬਣ ਜਾਂਦਾ। ਇਸ ਵਾਰ ਕੋਈ ਹੈ ਨਹੀਂ, ਕੁਆਲੀਫਿਕੇਸ਼ਨ ਕੋਈ ਖਾਸ ਨਹੀਂ। ਆਹ ਕੁਆਲੀਫਿਕੇਸ਼ਨ ਹੈਗੀ ਕਿ ਉੱਤੇ ਕੇਸ ਕਿੰਨੇ ਪੈਣਗਾ, ਕਿੰਨੇ ਕੇਸ ਬਰੀ ਹੋਇਆ, ਕਿੰਨਿਆਂ ਕੇਸਾਂ ਦੇ ਵਿੱਚ ਕਿਹੜੀਆਂ ਧਾਰਾਂ ਲੱਗੀਆਂ, ਕਿੰਨੇ ਪੈਸਾ ਕਮਾਇਆ, ਉਹ ਕਿੱਥੋਂ ਉੱਠ ਕੇ ਆਇਆ, ਕਿੱਧਰ ਆਇਆ। ਉਹ ਉਂਗਲਾਂ ਹੁਣ ਆਉਣ ਵਾਲੀ ਜਿਹਦੀ ਸਰਕਾਰ ਜਦੋਂ ਤਖਤੇ 'ਤੇ ਬਹਿੰਦੀ ਉਹ ਕਰਦੀ ਹੈ। ਹੁਣ ਪਤਾ ਕੀ ਹੈਗਾ, ਹੁਣ ਵਾਰੀ ਵੱਟਾ ਆ ਗਿਆ ਇਹਨਾਂ ਦਾ, ਹੈ ਨਾ। ਗੱਡਾ ਗਡੋਰੀਆ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲਾ, ਦੂਜੀ ਨੂੰ ਤਿਆਰ ਹੋਣਾ, ਇਹ ਮੁੱਕੀ ਚੁੱਕ ਉਹਦੀ ਰੱਖ ਤੇ ਦੂਜੀ ਰੱਖ। ਇਹ ਹੁਣ ਇੱਕ ਦੂਜੇ ਨਾਲ ਉਹ ਜਿਹੜੇ ਹੈਗੇ ਆ, ਇੱਕ ਰਿਵੈਂਜਫੁਲੀ ਚੱਲ ਰਿਹਾ। ਇਹ ਨਮਕ ਜਿਹੜਾ ਹੁੰਦਾ ਵੀ ਇੱਕ ਦੂਜੇ ਨਾਲ ਇਹ ਵੰਗਾਰ ਕੇ ਚੱਲੀਏ। ਕੱਲ੍ਹ ਇਹਨਾਂ ਨੇ ਸਾਨੂੰ ਇਸ ਤਰ੍ਹਾਂ ਇਨਕੁਆਇਰੀ 'ਚ ਪਾਇਆ, ਅਸੀਂ ਇਹਨਾਂ ਨੂੰ ਪਾਵਾਂਗੇ। ਪੁਲਿਸ ਤਾਂ ਸਾਡੀ ਆ, ਰੂਲਿੰਗ ਪਾਰਟੀ ਦੀ ਹੁੰਦੀ ਪੁਲਿਸ, ਉਹਨਾਂ ਦੀ ਸਾਰੀ ਜਾਂਚ ਏਜੰਸੀਆਂ ਉਹਨਾਂ ਦੀ ਹੁੰਦੀਆਂ। ਹੁਣ ਉਹਨਾਂ ਦੀਆਂ ਨਹੀਂ ਰਹੀਆਂ, ਪਹਿਲਾਂ ਇਹਨਾਂ ਦੇ ਅੰਡਰ ਕੰਮ ਕਰਦੀਆਂ ਸੀਗੀਆਂ। ਹੁਣ ਜਿਹੜੇ ਮੁੱਖ ਮੰਤਰੀ ਰਹੇ, ਚੰਨੀ ਜੀ ਮੁੱਖ ਮੰਤਰੀ ਰਹਿ ਚੁੱਕੇ ਆ, ਉਦੋਂ ਤੋਂ ਉਹਨਾਂ ਕੋਲ ਸਾਰੀਆਂ ਏਜੰਸੀਆਂ ਡਰਦੀਆਂ ਸੀ। ਜਦੋਂ ਬਾਹਰਲੇ ਦੇਸ਼ੋਂ ਆਏ ਤਾਂ ਉਹਨਾਂ ਦੇ ਦੋਸ਼ ਮੜ ਦਿੱਤੇ। ਇਹਨਾਂ ਨੇ 60 ਲੱਖ ਦਾ ਇੱਕ ਬਿੱਲ ਬਣਾ ਕੇ ਉਹ ਦਿੱਤਾ ਵਾ ਹੋਟਲ ਨੂੰ, ਉੱਥੋਂ ਰੋਟੀ ਖਾਧੀ ਆ। ਉਹ ਭਲੇ ਉਹ ਮਾਨਸੋ ਪਹਿਲਾਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਰੋਟੀ ਵੀ ਖਾਂਦੇ ਆ, ਲੋਕ ਆਉਂਦੇ। ਉਹਨੇ ਕਹਿਤਾ ਸਿੱਧਾ ਵੀ ਪੰਜਾਬ ਦੇ ਲੋਕ ਆਏ, ਉਹਨਾਂ ਨੂੰ ਖਵਾਈ ਮੈਂ, ਮੇਰੇ ਕੋਈ ਬੱਚੇ ਦੀ ਜੰਜ ਨਹੀਂ ਸਹੀ ਕਿ ਮੈਂ ਕੋਈ ਹੋਰ ਉੱਦਾਂ ਦਾ ਕੋਈ ਹੋਰ ਨਹੀਂ ਸੀ ਕਿ ਵੀ ਬਾਹਰਲੇ ਬੰਦਿਆਂ ਨੂੰ ਬੁਲਾ ਕੇ ਤੇ ਖਵਾਇਆ। ਪੰਜਾਬ ਦੇ ਲੋਕਾਂ ਨੇ ਖਾਧਾ, ਮੈਂ ਉਹਨਾਂ ਨੂੰ ਦਿੱਤਾ ਬਿੱਲ 'ਚ। ਉਹਨੇ ਕਹਿਤਾ ਕਈ ਨਿਰਾਧਾਰ ਹੀ ਬਲੇਮ ਹੁੰਦੇ, ਜਿਨ੍ਹਾਂ ਦਾ ਕੋਈ ਵੀ ਸਿਰ ਪੈਰ ਹੀ ਨਹੀਂ ਹੁੰਦਾ। ਜੇ ਬਿੱਲ ਗਿਆ ਤਾਂ ਬਿੱਲ ਗਿਆ, ਉਹਦਾ ਪਤਾ ਕਰ ਲਓ ਕਿੱਥੋਂ ਦਾ ਬਿੱਲ ਹੈਗਾ ਤਾਂ ਕਿੱਧਰੋਂ ਪੈਸਾ ਗਿਆ। ਜਿਹੜਾ ਹੁਣ ਮੁੱਖ ਮੰਤਰੀ ਕੁਰਸੀ 'ਤੇ ਬੈਠਾ, ਜਦੋਂ ਚਾਹ ਪਿਆਊਗਾ, ਹੁਣ ਘਰੋਂ ਥੋੜ੍ਹੀ ਚਾਹ ਪਿਆਊਗਾ, ਕਿਉਂਕਿ ਉਹਨੇ ਤਾਂ ਗੁੱਸੇ 'ਚ ਬੱਕਰੀ ਦਾ ਦੁੱਧ ਚੋਇਆ ਮੁੜ ਕੇ, ਹੈ ਨਾ। ਉਹੀ ਗੱਲ ਆ ਵੀ ਆਹ ਲਾ ਬੱਕਰੀ ਦਾ ਦੁੱਧ, ਮੈਂ ਚਾਹ ਪੀਊਂਗਾ। ਉਹੀ ਮੈਂ ਕਹਿ ਰਿਹਾ ਨਾ ਕਿ ਕਈ ਇੱਦਾਂ ਦੇ ਮਤਲਬ ਕ੍ਰਾਈਮ ਕਰਕੇ ਜਾਂ ਕ੍ਰਿਮੀਨਲ ਬੈਕਗਰਾਊਂਡ ਤੋਂ ਆਏ ਹੋਏ ਨੇ, ਉਹ ਜੋ ਵੱਡੀਆਂ ਪੋਸਟ 'ਤੇ ਬੈਠੇ ਹੋਏ ਨੇ, ਤੇ ਉਹਨਾਂ ਦੀ ਸੋਚ ਵਿੱਚ ਉਹ ਚੀਜ਼ ਹੈ। ਕਈ ਧੰਦੇ ਉਹਨਾਂ ਨੇ ਸ਼ੁਰੂ ਕੀਤੇ ਹੋਏ ਨੇ। ਆਪਾਂ ਦੇਖਦੇ ਹਾਂ ਕਿ ਉਹਨਾਂ ਦੀ ਜਿਹੜੀ ਨਿੱਜੀ ਸੰਪੱਤੀ ਹੈ ਉਹ ਵੱਧਦੀ ਜਾ ਰਹੀ ਹੈ, ਉਹ ਅਮੀਰ ਹੁੰਦੇ ਜਾ ਰਹੇ ਨੇ। ਤੇ ਸਰਕਾਰ ਦਾ ਖਜ਼ਾਨਾ, ਦੇਸ਼ ਦਾ ਖਜ਼ਾਨਾ ਜਾਂ ਸਟੇਟ ਦਾ ਖਜ਼ਾਨਾ ਤੁਸੀਂ ਦੇਖ ਲਓ, ਉਹਦਾ ਕੀ ਹਾਲ ਹੈ। ਵੈਸੇ ਸਿਆਣੇ ਲੋਕਾਂ ਦੇ ਵੀ ਇਹ ਤਾਂ ਫੰਡਾਮੈਂਟਲ ਰਾਈਟਸ ਬਣਾ ਦਿਓ ਰਿਸ਼ਵਤ ਦਾ। ਇਸ ਕਰਕੇ ਹੈਗਾ ਕਿ ਜਿਹੜਾ ਮੰਤਰੀ 'ਤੇ ਕੇਸ ਚੱਲ ਰਿਹਾ, ਉਹਨੇ ਪ੍ਰੋਪਰਟੀ ਜਿਹੜੀ ਹੱਦ ਤੋਂ ਵੱਧ ਬਣਾ ਲਈ ਆ। ਕਿੱਥੋਂ ਬਣਾ ਲਈ ਆ? ਪਰ ਜੋ ਆਪ ਕਰ ਰਿਹਾ ਹੈਗਾ ਤਾਂ ਉਹਦੇ ਥੱਲੇ ਜਿਹੜੀ ਮਸ਼ੀਨਰੀ ਆ, ਸਰਕਾਰੀ ਕਰਮਚਾਰੀ ਆ, ਅਧਿਕਾਰੀ ਆ, ਉਹ ਕੀ ਕਰਨਗੇ? ਉਹ ਬਚਾਅ ਕਰਨਗੇ ਰਿਸ਼ਵਤ ਦਾ। ਉਹ ਕਿਹੜੇ ਮੂੰਹ ਨਾਲ ਮੰਤਰੀ ਕਹੂਗਾ ਉਹਨਾਂ ਨੂੰ ਤੁਸੀਂ ਨਾ ਕਰੋ? ਆਂਦੇ ਜੀ SI ਫੜਿਆ ਗਿਆ 5000 ਲੈਂਦਾ, ਥਾਣੇਦਾਰ ਫੜਿਆ ਗਿਆ 10000 ਲੈਂਦਾ, DSP ਲੈਂਦਾ ਪੈਸੇ ਲੈਂਦਾ, ਕੇਸ ਨੂੰ ਰਫਾ ਦਫਾ ਕਰਨ ਲਈ 25000 ਲੈਂਦਾ ਫੜਿਆ ਗਿਆ। ਹੁਣ ਉਹ ਕੀ ਕਰਨਗੇ? ਉਹ ਵੀ ਪੈਸਾ ਕਰਨਗੇ ਇਕੱਠਾ, ਜਦੋਂ ਮੰਤਰੀ ਆਪ ਖਾ ਰਿਹਾ। ਜਦੋਂ ਵਿਦਿਅਕ ਮੰਤਰੀ ਜਿਹੜਾ ਐਜੂਕੇਸ਼ਨ ਮਿਨਿਸਟਰ ਆਪ ਪੈਸਾ ਖਾਊਗਾ ਤਾਂ ਉਹਦੇ ਮਾਸਟਰ ਤਾਂ ਬਾਕੀ ਜਿਹੜੇ ਅਧਿਕਾਰੀ ਉਹ ਨਹੀਂ ਖਾਣਗੇ। ਇਹ ਹੁੰਦੀ ਆ, ਉਹ ਅੱਖ ਨਹੀਂ ਉਹਨਾਂ ਨਾਲ ਪੁੱਟ ਸਕਦਾ ਕਿਉਂਕਿ ਉਹ ਆਪ ਗਿਲਟੀ ਆ। ਇਸ ਕਰਕੇ ਇਹ ਜਿਹੜਾ ਰਿਸ਼ਵਤਦਾਰੀ ਜਿਹੜੀ ਚੱਲੇਗੀ, ਭ੍ਰਿਸ਼ਟਾਚਾਰੀ ਚੱਲੂਗੀ। ਇਸ ਕਰਕੇ ਚੱਲੂਗੀ ਕਿ ਰੋਕਣ ਵਾਲਾ ਕੋਈ ਨਹੀਂ ਹੈਗਾ। ਜਿਨ੍ਹਾਂ ਨੇ ਰੋਕਣਾ ਉਹ ਵਾਰਡ 'ਤੇ ਆਪ ਖਾ ਰਹੀ ਸਾਰਾ ਕੁਛ। ਉਹ ਤਾਂ ਆਪ ਆਂਦੇ ਡੰਗਰ ਇੱਧਰ ਲੈ ਆਓ, ਅੰਦਰ ਖਾਓ, ਇਹਨਾਂ ਨੂੰ ਜਿਹੜੀ ਸਬਜ਼ੀ ਬੀਜੀ ਫੁੱਲ ਖਾ ਲਓ ਅਤੇ ਬਾਕੀ ਬਚਦੇ ਮੈਨੂੰ ਦੇ ਦਿਓ। ਇਹ ਹਾਲਤ ਹੈਗੀ ਆ ਪੰਜਾਬ ਦੇ ਲੀਡਰਾਂ ਦੀ, ਇਹ ਹਾਲਤ ਹੈਗੀ ਹੈ ਬਿਊਰੋਕਰੇਸੀ ਦੀ, ਅਤੇ ਇਹ ਹਾਲਤ ਹੈਗੀ ਪੂਰੇ ਓਵਰਆਲ ਸਿਸਟਮ ਦੀ। ਦੇਖੋ ਨਾ,
ਕਈ ਵਾਰ ਮੈਂ ਸੋਚਦਾ ਹੁੰਦਾ, ਮੈਂ ਇੱਥੇ ਗੱਲ ਕਰਕੇ ਮਾਮਲਾ ਖਤਮ ਕਰਕੇ ਅੱਗੇ ਆਪਾਂ ਤੁਰਦੇ ਹਾਂ। ਜੀ ਜਦੋਂ ਨਿੱਕੇ ਨਿੱਕੇ ਹੁੰਦੇ ਆ ਨਾ, ਉਦੋਂ ਮਾਂ ਸਾਡੀ ਸਾਨੂੰ ਗੋਦੀ 'ਚ ਬਿਠਾ ਕੇ ਸਿੱਖਿਆ ਦਿੰਦੀ ਹੁੰਦੀ ਹੈ, ਪੁੱਤਰ ਐਦਾਂ ਕਰਨਾ, ਐਦਾਂ ਨਹੀਂ ਕਰਨਾ, ਜੀ ਜੀ ਐਦਾਂ ਕਰਨਾ, ਐਦਾਂ ਨਹੀਂ ਕਰਨਾ। ਉਹ ਸਿੱਖਿਆ ਲੈ ਕੇ ਮਾਂ ਦੀ ਜਦੋਂ ਅਸੀਂ ਵੱਡੇ ਹੁੰਦੇ ਆ, ਵੱਡੇ ਹੋ ਕੇ ਉਹ ਸਾਡੇ ਹੱਡਾਂ 'ਚ, ਸਾਡੇ ਅੰਦਰ ਖੂਨ 'ਚ ਰਚ ਬਸ ਜਾਂਦੀ ਹੈ। ਮਾਂ ਦੀ ਸਿੱਖਿਆ ਸਾਡੇ ਖੂਨ 'ਚ ਦੌੜਦੀ ਪਈ ਹੈ, ਹੱਡਾਂ 'ਚ ਵਸੀ ਹੋਈ ਹੈ। ਤੇ ਜਦੋਂ ਮਾਰਕੀਟ 'ਚ ਉਤਰਦੇ ਆ, ਇੱਥੇ ਤੇ ਕੁਝ ਹੋਰ ਹੀ ਹੈ। ਸਾਨੂੰ ਲੱਗਦਾ ਮਾਂ ਦੀ ਸਿੱਖਿਆ ਗਲਤ ਹੈ, ਮਾਰਕੀਟ ਸਹੀ ਹੈ। ਜੇ ਮਾਰਕੀਟ ਗਲਤ ਹੈ, ਮਾਂ ਸਹੀ ਹੈ, ਤੇ ਦੋਵਾਂ ਟਕਰਾਓ ਕਿਉਂ ਹੋ ਰਿਹਾ? ਕਿਉਂਕਿ ਜਿਹੜੀ ਮਾਰਕੀਟ ਹੈ ਉਹ ਵੀ ਤਾਂ ਕਿਸੇ ਦੇ ਪੁੱਤਰ ਹੈਗੇ ਹੀ ਨੇ ਨਾ, ਕਿਸੇ ਦੇ ਪੁੱਤ ਧੀਆਂ ਨੇ। ਤੇ ਜੇ ਉਹ ਕਰਪਸ਼ਨ ਕਰਦੇ ਪਏ ਨੇ, ਉਹਨਾਂ ਦੀ ਮਾਂ ਨੇ ਉਹਨਾਂ ਨੂੰ ਕੋਈ ਕੁਝ ਸਿੱਖਿਆ ਨਹੀਂ ਦਿੱਤੀ ਸੀ, ਕੁਝ ਸਿਖਾਇਆ ਨਹੀਂ ਸੀ, ਕੀ ਸੰਸਕਾਰ ਦਿੱਤੇ ਨੇ? ਅਸੀਂ ਇੱਥੇ ਸੋਚਣ ਲੱਗ ਪਏ ਨੇ। ਵੈਸੇ ਜਿਹੜੀ ਕੁਰਸੀ ਆ ਨਾ ਜਾਂ ਪਾਵਰ ਹੈ, ਇਹ ਪੁੱਠੀਆਂ ਭੁਆਂਟਣੀਆਂ ਦੇ ਦਿੰਦੀ ਹੈ। ਭੁਆਂਟਣੀਆਂ ਮਤਲਬ ਜਿਹੜਾ ਚੱਕਰ ਚ ਪਾਉਂਦੀ ਹੈ, ਉਹ ਫਿਰ ਉੱਥੇ ਆਪਣੀ ਸੋਚ ਗਵਾ ਬੈਂਦੇ ਆ। ਨਾ ਤਾਂ ਮਾਂ ਦੀਆਂ ਦਿੱਤੀਆਂ ਜਿਹੜੀਆਂ ਲੋਰੀਆਂ ਜਾਂ ਉਹਨਾਂ ਦੀਆਂ ਦਿੱਤੀਆਂ ਹਦਾਇਤਾਂ ਜਾਂ ਉਹਨਾਂ ਦੇ ਸਮਝਾਏ ਜਿਹੜੇ ਸ਼ਬਦ ਆ, ਉਹ ਉਹਨਾਂ ਤੋਂ ਉੱਪਰ ਦੀ ਲੰਘ ਜਾਂਦੇ ਆ। ਉਹ ਆਂਦੇ ਅਸੀਂ ਤਾਂ ਇਹ ਵੇਲੇ ਕੁਰਸੀ 'ਤੇ ਬੈਠੇ ਹਾਂ, ਸਾਡੇ ਕੋਲ ਪਾਵਰ ਹੈ, ਅਸੀਂ ਜੋ ਕੁਝ ਹੁਣ ਕਰ ਲਿਆ 5 ਸਾਲਾਂ 'ਚ ਉਹ ਕਰ ਲਾਂਗੇ, ਫਿਰ ਤਾਂ ਸਾਡੇ ਹੱਥ ਵਸ ਕੁਝ ਨਹੀਂ ਰਹਿਣਾ, ਤੇ ਹੁਣੇ ਲੁੱਟ ਮਚਾ ਦਿਓ। ਦੇਖੋ ਨਾ, ਅਸੀਂ ਕਈ ਵਾਰ ਕਹਿੰਦੇ ਆ ਕਿ ਸਾਡਾ ਭਾਰਤ ਦੇਸ਼ ਪੀਰਾਂ ਫਕੀਰਾਂ ਗੁਰੂਆਂ ਅਵਤਾਰਾਂ ਦਾ ਦੇਸ਼, ਜੀ ਆ ਸਾਡਾ ਹਾਲ ਹੈ। ਉਹ ਤਾਂ ਗੱਲਾਂ ਵਾ ਜਿਹੜੀਆਂ ਆਪਾਂ ਕਰਦੇ ਬਾਅਦ 'ਚ, ਇਹ ਨੇਤਾ ਹੀ ਕਰਦੇ ਆ, ਤੁਸੀਂ ਅਸੀਂ ਨਹੀਂ ਕਰਦੇ, ਉਹੀ ਕਰਦੇ। ਜਦੋਂ ਭਾਸ਼ਣ ਪ੍ਰਤੀਯੋਗਤਾ ਭਾਸ਼ਣ ਕਰਦੇ ਆ, ਤੇ ਭਾਸ਼ਣਾਂ 'ਚ ਪਹਿਲਾਂ ਕਹਿੰਦੇ ਆ ਕਿ ਤੁਸੀਂ ਉਸ ਪੰਜਾਬ ਦੇ ਵਾਸੀ ਜੇ ਜਿੱਥੇ ਅਸੀਂ ਬੈਠੇ ਹਾਂ, ਤੁਸੀਂ ਉਸ ਗੁਰੂਆਂ ਪੀਰਾਂ ਦੇ ਉਪਦੇਸ਼ਾਂ 'ਤੇ ਚੱਲਣਾ ਵਾ, ਤਾਂ ਅਸੀਂ ਆਜ ਚੱਲ ਰਹੇ ਹਾਂ। ਪਰ ਉਹ ਕਹਿਣ ਤੇ ਕਥਨੀ 'ਚ ਬੜਾ ਫਰਕ ਹੁੰਦਾ ਉਹਨਾਂ ਦਾ। ਚਾਹੇ ਉਹ ਗੁਰਬਾਣੀ ਪੜ੍ਹਦੇ ਹੋਣਗੇ, ਸਾਰਾ ਕੁਝ ਕਰਦੇ, ਪਰ ਅਮਲ ਤਾਂ ਕਰਨਾ ਬਹੁਤ ਵੱਡੀ ਗੱਲ ਹੈ ਨਾ। ਅਮਲ ਨਾਲ ਹੀ ਸਾਰਾ ਕੁਝ ਹੁੰਦਾ। ਬਿਲਕੁਲ, ਅਮਲਾਂ ਨਾਲੋਂ ਤਾਂ ਅਮਲਾਂ ਨਾਲ ਜਿੱਥੇ ਅਮਲਾਂ ਦੇ ਹੋਣਗੇ ਨੇੜੇ, ਤੇ ਜਾਤ ਪਾਤ ਨਹੀਂ ਪੁੱਛਣੀ। ਪ੍ਰੈਕਟੀਕਲੀ ਕੀ ਕਰਦੇ ਹੋ ਤੁਸੀਂ? ਤੁਹਾਡਾ ਬਿਹੇਵੀਅਰ ਕਿੱਦਾਂ ਦਾ ਹੈ? ਸੋ ਐਵਰੀਥਿੰਗ ਇਜ਼ ਬਿਹੇਵੀਅਰ, ਪ੍ਰੈਕਟੀਕਲ। ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਹੈ, ਮਜੀਠੀਆ ਜੀ ਨੂੰ ਦਿੱਤੀ ਜ਼ਮਾਨਤ ਦੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਹੋ ਗਈ ਹੈ ਤੇ 4 ਹਫ਼ਤਿਆਂ ਵਿੱਚ ਹੋਵੇਗੀ ਸੁਣਵਾਈ। ਮਜੀਠੀਆ ਸਾਹਿਬ ਦੀ ਜਿਹੜੀ ਜ਼ਮਾਨਤ ਹੋਈ ਹੈ, ਹੁਣ ਉਹਦੇ ਬਾਰੇ ਵੀ ਚਰਚਾ ਹੋਣ ਲੱਗੀ ਹੈ। ਵੈਸੇ ਇਹਨੂੰ ਜ਼ਮਾਨਤ ਹਾਈ ਕੋਰਟ ਨੇ ਦਿੱਤੀ ਸੀ। ਇਹ ਤਸਕਰ ਕਰਨ 'ਚ ਜਿਹੜਾ ਨਸ਼ਾ ਤਸਕਰੀ ਦੇ ਵਿੱਚ ਇਹਨਾਂ ਦੇ ਬਲੇਮ ਲੱਗਿਆ ਸੀਗਾ। ਤੇ ਤੁਹਾਨੂੰ ਪਤਾ, ਯਾਦ ਹੋਣਾ, ਇਹ ਪਟਿਆਲੇ ਰਹੇ ਆ ਜੇਲ੍ਹ 'ਚ, ਔਰ ਨਵਜੋਤ ਸਿੱਧੂ ਜੀ ਤਾਂ ਬਾਅਦ 'ਚ ਗਏ ਨਾ, ਉਹਨਾਂ ਦਾ ਪਤਾ ਲੱਗਾ ਉਹ ਤਾਂ ਆ ਰਹੇ ਨੇ, ਕਿਉਂਕਿ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਸੰਗੀਨ ਮਾਮਲਾ ਨਹੀਂ ਸੀਗਾ। ਤੇ ਹੁਣ ਇਹ ਜਦੋਂ ਆਉਣਗੇ, ਇਹਦੇ 'ਤੇ ਪੰਜਾਬ ਸਰਕਾਰ ਨੇ ਦੁਬਾਰਾ ਜਾਂਚ ਦਾ ਲੈਟਰ ਅਪਲਾਈ ਕਰ ਦਿੱਤਾ, ਔਰ ਉਹ 'ਚ ਸੁਪਰੀਮ ਕੋਰਟ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਪਤਾ ਕਰੋ, ਕਲੀਅਰ ਕਰੋ ਕਿ ਜਿਹੜੀ ਹਾਈ ਕੋਰਟ ਉਹਨਾਂ ਨੇ ਇਹਨੂੰ ਕਿੱਦਾਂ ਜ਼ਮਾਨਤ ਦੇ ਦਿੱਤੀ, ਔਰ ਜਦੋਂ ਕਿ ਇਹਨਾਂ 'ਤੇ ਆਹ ਧਾਰਾ ਲੱਗੀਆਂ ਵਾ, ਔਰ ਇਹਦੇ 'ਤੇ ਇਹਨਾਂ 'ਤੇ ਜਿਹੜੀ ਤਬਦੀਸ਼ ਹੋਈ ਵੀ ਆ, ਔਰ ਉਹ ਸਾਰਾ ਕੁਝ ਪਾ ਲਾ ਕੇ ਜੇਲ੍ਹ ਦੇ ਅੰਦਰ ਵੀ ਰਹੇ ਆ, ਕੇਸ ਅਜੇ ਵੀ ਚੱਲਦਾ ਹੈਗਾ, ਪਰ ਇਹ ਉਹ ਚਿੱਟੇ ਦੇਣੀ ਕਰਾ ਕੇ ਫਿਰ ਵਾਪਸ ਆ ਗਏ ਆ। ਹੁਣ ਇਹਦਾ ਸਾਨੂੰ ਸਾਰਾ ਕੁਝ ਕਲੀਅਰ ਕਰਕੇ ਦੱਸੋ। ਹੁਣ ਜਿਹੜੀ ਸੁਪਰੀਮ ਕੋਰਟ ਆ, ਉਹਨਾਂ ਨੇ ਕਹਿ ਦਿੱਤਾ ਕਿ 4 ਕੁ ਦਿਨ ਹੋਰ ਲੱਗਣਗੇ, ਅਸੀਂ ਥੋੜ੍ਹੇ ਦਿਨਾਂ ਵਿੱਚ ਇਹਨੂੰ ਸਾਰਾ ਕੁਝ ਕਰਕੇ ਤੁਹਾਨੂੰ ਦੱਸ ਦਾਂਗੇ ਕਿ ਇਹਦੇ ਪਿੱਛੇ ਕਿਉਂ ਇਹਨਾਂ ਨੂੰ ਕੱਢਿਆ ਗਿਆ, ਜ਼ਮਾਨਤ ਕਿਉਂ ਦਿੱਤੀ ਗਈ, ਔਰ ਇਹ ਧਾਰਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਉੱਥੇ ਮਾਈਨਸ ਜਾਂ 0 ਕਰਕੇ ਕਿਉਂ ਇਹਨਾਂ ਨੂੰ ਕੱਢਿਆ ਗਿਆ। ਇਹ ਸਾਰਾ ਕੁਝ ਉਹਨਾਂ ਨੇ ਇਹਨਾਂ ਨੂੰ ਕਹਿ ਦਿੱਤਾ ਵਾ। ਪਰ ਅੱਗੋਂ ਮਜੀਠੀਆ ਸਾਹਿਬ ਨੇ ਵੀ ਕਹਿ ਦਿੱਤਾ, ਕਹਿੰਦਾ ਪੰਜਾਬ ਸਰਕਾਰ ਵੀ ਕਿਹੜੀ ਦੁੱਧ ਨਹਾਤੀ ਆ। ਹੁਣ ਨਾਇਬ ਤਹਿਸੀਲਦਾਰਾਂ ਦਾ ਇੱਕ ਕੇਸ ਸੀਗਾ ਜਿਹਦੇ 'ਚ ਇਹਨਾਂ ਨੇ ਧੋਖਾਧੜੀ ਕੀਤੀ ਆ, ਔਰ ਉਹਨਾਂ ਨੂੰ ਇੱਦਾਂ ਹੀ ਬਣਾਇਆ, ਕਈ ਕੁਆਲੀਫਾਈਡ ਨਹੀਂ ਗਏ, ਕਈਆਂ ਨੂੰ ਨਕਲ ਮਾਰ ਕੇ ਬਣਵਾਇਆ। ਉਹ ਸਾਰੇ ਦੇ ਸਾਰੇ ਜਾਂ ਤਾਂ ਬਾਹਰ ਕੱਢੋ, ਅਤੇ ਆਂਦੇ ਆ ਉਹਦੋਂ ਬਾਅਦ ਜਿਹੜੀ ਜਿੱਤ ਹੁੰਦੀ ਹੈ ਸੱਚ ਦੀ ਹੁੰਦੀ ਹੈ। ਆਂਦਾ ਅਸੀਂ ਸੱਚੇ ਸੀ, ਅਸੀਂ ਇੱਥੇ ਕਰ ਦਿੱਤੀ ਜਾਂਚ। ਹੁਣ ਉਹਦੀ ਸੁਣਵਾਈ ਹੋ ਰਹੀ ਆ, ਸਾਰੇ ਨਾਇਬ ਤਹਿਸੀਲਦਾਰ ਜਿਹੜੇ ਬਾਹਰ ਆਉਣਗੇ। ਮਤਲਬ ਹੁਣ ਮੈਂ ਇਹ ਕਹਾਂਗਾ ਕਿ ਸਾਡੇ ਦਰਸ਼ਕ ਵੀ ਕਹਿਣਗੇ ਕਿ ਕਿੱਦਾਂ ਦੇ ਮਾਮਲੇ ਨੇ, ਸਾਰੇ ਟੇਢੇ ਮਾਮਲੇ ਹੀ। ਸਹੀ ਗੱਲ ਹੈ, ਸਿੱਧੀ ਗੱਲ ਕੋਈ ਹੈ ਹੀ ਨਹੀਂ। TDS ਜੌਬ ਮਸਲਾ ਤਾਂ ਮਸਲਾ ਹੀ ਹੁੰਦਾ, ਮਸਲਾ ਸਿੱਧਾ ਤਾਂ ਹੁੰਦਾ ਨਹੀਂ ਕੋਈ ਵੀ। ਮਤਲਬ ਇਹੀ ਕੁਝ ਹੋ ਰਿਹਾ, ਇਹ ਦੁੱਧ ਸਿੱਧਾ ਕੰਮ ਨਹੀਂ ਹੋ ਰਿਹਾ। ਕੋਈ ਮਸਲਾ ਦੁੱਧ ਘਿਓ 'ਚ ਨਹੀਂ ਗੁੰਨਿਆ ਹੁੰਦਾ, ਤੇ ਨਾ ਸ਼ਹਿਦ ਵਰਗਾ ਮਿੱਠਾ ਹੁੰਦਾ। ਇਹਦੇ ਵਿੱਚ ਕੜਤਨ ਹੁੰਦੀ ਹਰ ਮਸਲੇ। ਬਿਲਕੁਲ ਕੜਤਨ। ਚਲੋ ਆਪਾਂ ਕੋਈ ਹੁਣ ਥੋੜੀ ਜੀ ਸ਼ਾਂਤੀ ਦੀ ਗੱਲ ਕਰ ਲਈਏ। ਪੰਜਾਬ ਦੇ ਵਿੱਚ ਸੈਰ ਸਪਾਟਾ ਸਨਅਤ ਵਿਕਸਿਤ ਕਰਾਂਗੇ। ਸੀਐਮ ਮਾਨ ਕਹਿ ਰਹੇ ਨੇ ਕਿ ਪੰਜਾਬ ਨੂੰ ਮਤਲਬ ਇੱਕ ਇੰਡਸਟਰੀਅਲ ਹੱਬ ਵੀ ਬਣਾਉਣੀ ਹੈ, ਟੂਰਿਜ਼ਮ ਇੰਡਸਟਰੀ ਵੱਲੋਂ ਵੀ ਡਿਵੈਲਪ ਕਰਨਾ ਹੈ, ਤੇ ਆਫ ਕੋਰਸ ਫਿਰ ਐਗਰੀਕਲਚਰ ਨੂੰ ਤਾਂ ਡਿਵੈਲਪ ਕਰਨਾ ਹੀ ਪੈਣਾ ਹੈ। ਪੂਰੀ ਡਿਵੈਲਪਮੈਂਟ ਦੀ, ਵਿਕਾਸ ਦੀ ਗੱਲ ਕਰਦੇ ਪਏ ਨੇ ਪੰਜਾਬ ਦੀ ਸੀਐਮ ਮਾਨ। ਹਾਂ, ਵੈਸੇ ਇਹਨਾਂ ਨੇ ਹੁਣੇ ਇਹ ਗੱਲ ਕੀਤੀ ਹੈ ਕਿ ਪੰਜਾਬ ਨੂੰ ਸੈਰ ਸਪਾਟਾ ਤੇ ਜਿਹੜੀ ਸਨਅਤ ਆ ਉਹਨੂੰ ਥੋੜ੍ਹਾ ਜਿਹਾ ਹੁਲਾਰਾ ਦਈਏ, ਔਰ ਉਹਦੇ ਵਿੱਚ ਇਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਲੈਕਚਰ ਦਿੱਤਾ ਸੀਗਾ, ਮੋਹਾਲੀ ਵੀ ਦਿੱਤਾ ਸੀਗਾ, ਔਰ ਅੰਮ੍ਰਿਤਸਰ ਲਈ ਇਹਨਾਂ ਨੇ ਕੁਝ ਪੈਸਾ ਰਾਖਵਾਂ ਰੱਖ ਲਿਆ ਕਿ ਉੱਥੇ ਅੰਮ੍ਰਿਤਸਰ ਦੇ ਵਿੱਚ ਆਂਦੇ ਜਿੰਨੇ ਯਾਤਰੂ ਆਉਂਦੇ ਨੇ, ਦਰਬਾਰ ਸਾਹਿਬ ਤਾਂ ਨਤਮਸਤਕ ਹੁੰਦੇ ਆ, ਜਲਿਆਂਵਾਲਾ ਬਾਗ ਉਹ ਵੀ ਵੇਖਦੇ ਲੋਕ,
ਫਿਰ ਆ ਕੇ ਵਾਹਗਾ ਬਾਰਡਰ ਜਾਂਦੇ ਆ, ਫਿਰ ਆਲੇ ਦੁਆਲੇ ਉਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਉੱਥੇ ਇਸ ਤਰ੍ਹਾਂ ਦੇ ਪਈਆਂ ਸ਼ਾਸਤਰ ਪਏ ਆ, ਔਰ ਬੜਾ ਕੁਛ ਉੱਥੇ ਕਿਤਾਬਾਂ ਪਈਆਂ ਗਈਆਂ, ਰਾਮ ਬਾਗ ਦਾ ਏਰੀਆ ਹੈਗਾ, ਔਰ ਉਹਦੇ ਵਿੱਚ ਕੰਜਰੀ ਪੁਲ ਹੈ, ਹੋਰ ਬੜੀਆਂ ਚੀਜ਼ਾਂ ਉੱਥੇ ਦੇਖਣ ਲਾਇਕ ਹੁੰਦੀਆਂ। ਜਿਹੜੇ ਲੋਕ ਉੱਥੇ ਵੇਖਣ ਆਉਂਦੇ ਜਾਂਦੇ ਉਹਨਾਂ ਨੂੰ ਹੁਣ ਫਿਰ ਥੋੜ੍ਹਾ ਜਿਹਾ ਖੂਬਸੂਰਤ ਬਣਾਵਾਂਗੇ। ਪੰਜਾਬ ਦੇ ਜਿਹੜੇ ਕਿਲ੍ਹੇ ਆ ਉਹਨਾਂ ਦੀਆਂ ਦੀਵਾਰਾਂ, ਔਰ ਉਹਨਾਂ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਫਿਰ ਉਹਨਾਂ ਨੇ ਕਹਿਤਾ ਕਿ ਬਾਕੀ ਏਰੀਆ ਜਿਹੜਾ ਜਿਹਦੇ ਵਿੱਚ ਪੰਜਾਬ ਦਾ ਕੁਝ ਹਿੱਸਾ ਜਿਹੜੀਆਂ ਇਮਾਰਤਾਂ ਤੋੜ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਦੁਬਾਰਾ ਰੈਨੋਵੇਟ ਕਰਕੇ ਪੰਜਾਬ ਦੀ ਸਨਅਤ ਨੂੰ ਫਿਰ ਉਸੇ ਤਰ੍ਹਾਂ ਦਾ ਜਿਹੜੀ ਸੈਰ ਸਪਾਟਾ ਨਾਲ ਜੋੜਾਂਗੇ, ਤਾਂ ਕਿ ਕਹਿੰਦੇ ਲੋਕ ਆਉਣਾ ਚਾਹੁੰਦੇ ਆ ਪੰਜਾਬ ਦੇ ਵਿੱਚ, ਪਰ ਪੰਜਾਬ 'ਚ ਜਦੋਂ ਆਉਣਗੇ ਤਾਂ ਉਹਨਾਂ ਨੂੰ ਚੀਜ਼ਾਂ ਹੀ ਨਹੀਂ ਚੱਜ ਨਾਲ ਮਿਲੀਆਂ, ਜਦੋਂ ਵੇਖਣ ਲਾਇਕ ਨਾ ਹੋਈਆਂ ਜਾਂ ਪੁਰਾਣੀਆਂ ਨਾ ਰਹੀਆਂ, ਤਾਂ ਉਹ ਥੋੜ੍ਹੀ ਜਿਹੀ ਗੱਲ ਪੰਜਾਬ ਦੇ ਜਿਹੜੇ ਇਤਿਹਾਸ ਤੋਂ ਵੱਖਰੀ ਦੂਰ ਚੱਲ ਜਾਂਦੀ ਆ। ਪਰ ਇਹਨਾਂ ਨੇ ਗੱਲ ਤਾਂ ਅੱਛੀ ਕਰ ਦਿੱਤੀ ਆ ਕਿ ਤਾਂ ਕਿ ਜਿਹੜੇ ਸਨਅਤ ਜਿਹੜੀ ਸੈਰ ਸਪਾਟਾ ਇਹਨੂੰ ਥੋੜ੍ਹਾ ਜਿਹਾ ਬੜਾਵਾ ਦਿੱਤਾ ਜਾਵੇ, ਤਾਂ ਕਿ ਲੋਕ ਆਉਣਗੇ, ਔਰ ਇਹਦੇ 'ਚ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਆ ਉਹਨੂੰ ਪੈਸਾ ਦੇਣਗੇ। ਉਹ 'ਚ ਇੱਕ ਮੰਤਰੀ ਵੀ ਨਾਲ ਆਪਣੇ ਹੈਗੇ ਆ, ਹੋਰ ਉਹਦੇ 'ਚ ਉੱਚ ਅਧਿਕਾਰੀ ਵੀ ਹੈਗੇ ਆ, ਔਰ ਉਹ 'ਚ ਪਟਿਆਲਾ ਕਿੰਨਾ ਪੁਰਾਣਾ ਸ਼ਹਿਰ ਹੈਗਾ ਮਹਾਰਾਜਿਆਂ ਦਾ, ਔਰ ਉੱਥੇ ਬਹੁਤ ਚੀਜ਼ਾਂ ਦੇਖਣ ਲਾਇਕ ਹੈਗੀਆਂ, ਉਹਦੇ 'ਤੇ ਵੀ ਪੈਸਾ ਲਾਉਣ ਦੀ ਸੋਚ ਰਿਹਾ ਹੈ। ਔਰ ਇਹਦੇ ਵਿੱਚ ਕੁਝ ਧਾਰਮਿਕ ਸਥਾਨ ਵੀ ਸਾਡੇ ਹੈਗੇ ਆ ਜਿੱਥੇ ਲੋਕ ਨਤਮਸਤਕ ਹੁੰਦੇ ਆ। ਫਤਿਹਗੜ੍ਹ ਸਾਹਿਬ ਹੈਗੇ ਆ, ਮੁਕਤਸਰ ਹੈਗੇ ਆ ਜਿੱਥੇ 40 ਮੁਕਤਿਆਂ ਦੀ ਸ਼ਹਾਦਤ ਹੋਈ ਆ। ਇਸ ਤਰ੍ਹਾਂ ਦੀਆਂ ਬੜੀਆਂ ਇੱਥੇ ਇਤਿਹਾਸਕ ਜਗ੍ਹਾ ਹੈਗੀਆਂ। ਵੈਸੇ ਇਹ ਆਰਕੀਓਲੋਜੀ ਡਿਪਾਰਟਮੈਂਟ ਦੇ ਅੰਡਰ ਹੈ, ਉਹ ਮੇਨਟੇਨ ਕਰਦੇ ਆ, ਉਹਨਾਂ ਨੇ ਤੋੜ ਭੰਨ ਜਦੋਂ ਹੁੰਦੀ ਉਹਨਾਂ ਨੂੰ ਠੀਕ ਕਰਦੇ ਆ, ਔਰ ਇਹਦੇ ਵਿੱਚ ਸਾਰਾ ਕੁਝ ਪਾ ਲਾ ਕੇ ਈਵਨ ਪਾਕਿਸਤਾਨ 'ਚੋਂ ਲੋਕ ਆਉਂਦੇ ਆ ਪੰਜਾਬ ਵੇਖਣ। ਹੁਸ਼ਿਆਰਪੁਰ 'ਚ ਦੇਖੋ ਸ਼ੇਰਸ਼ਾਹ ਸੂਰੀ ਦਾ ਮਕਬਰਾ ਕਿਲ੍ਹਾ, ਉਹਦਾ ਸਾਰਾ ਕੁਛ ਹੈਗਾ ਯਾਰ, ਜਿਹਦੇ ਵਿੱਚ ਜਦੋਂ ਅਫਗਾਨ ਇੱਥੇ ਆਏ ਆ, ਪਠਾਨ ਆਏ ਆ, ਸਾਰਾ ਕੁਛ ਆਏ ਆ। ਸਰਹੰਦ ਜਿਹਨੂੰ ਅਸੀਂ ਫਤਿਹਗੜ੍ਹ ਸਾਹਿਬ ਦਾ ਨਾਂ ਦਿੰਦੇ ਹਾਂ, ਉਸ ਦੇ ਵਿੱਚ ਵੀ ਬੜੀਆਂ ਪ੍ਰਾਚੀਨ ਇਮਾਰਤਾਂ ਜਿੰਨੇ ਵੀ ਉੱਥੇ ਬੈਠੇ ਨੇ, ਸਾਰਾ ਕੁਛ ਵੇਖ ਕੇ ਲੋਕ, ਜਿਨ੍ਹਾਂ ਦੇ ਪਿੱਛੇ ਕੋਈ ਬਹੁਤ ਵੱਡਾ ਇਤਿਹਾਸ ਹੈ। ਔਰ ਇਹਨਾਂ ਨੇ ਵੀ ਕਿਹਾ ਵੀ ਉਹਦੇ ਨਾਲ ਇੱਕ ਗਾਈਡ ਵੀ ਚਾਹੀਦੇ ਆ, ਗਾਈਡ ਦੱਸਣਗੇ ਕਿ ਕੀ ਚੀਜ਼ ਹੈਗੀ ਆ, ਉੱਤੇ ਲਿਖ ਕੇ ਬਾਹਰ ਲਾਇਆ ਜਾਊਗਾ। ਹੁਣ ਮਸਲਾ ਤਾਂ ਵੱਡਾ, ਦੇਖੋ ਇੰਪਲੀਮੈਂਟ ਕਦੋਂ ਹੁੰਦਾ ਕਦੋਂ ਨਹੀਂ, ਪਰ ਇਹਨਾਂ ਨੇ ਇੱਕ ਵਾਰੀ ਉਹਨੂੰ ਥੋੜ੍ਹਾ ਜਿਹਾ ਪਿੰਨ ਪੁਆਇੰਟ ਕਰ ਲਿਆ। ਹੁਣ ਦੇਖੋ ਅੱਗੇ ਜਾ ਕੇ ਕਰਨਾ ਬਿਊਰੋਕ੍ਰੇਸੀ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਰਨਾ, ਮੰਤਰੀ ਨੇ ਕਰਨਾ, ਜਿਹੜਾ ਮੁੱਖ ਮੰਤਰੀ ਨੇ, ਤੇ ਇੱਕ ਵਾਰੀ ਇਹਨਾਂ ਨੇ ਕਹਿਣਾ ਵੀ ਆਹ ਕੰਮ ਕਰ ਲਓ, ਜਿੱਦਾਂ ਘਰ ਦਾ ਇੱਕ ਵੱਡਾ ਜਿਹੜਾ ਮੈਂਬਰ ਆ ਉਹ ਕਹਿ ਦਿੰਦਾ। ਹੁਣ ਪਾ ਲਾ ਕੇ ਮੇਰਾ ਖਿਆਲ ਵੀ ਜੇ ਵੈਸੇ ਕਰ ਦੇਣ ਤਾਂ ਪੰਜਾਬ ਨੂੰ ਲੋਕ ਵੇਖਣਾ ਚਾਹਣਗੇ, ਔਰ ਲੋਕ ਚਾਹੁੰਦੇ ਨੇ ਪੰਜਾਬ ਵੇਖਣਾ। ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਅਸੀਂ ਕਹਿੰਦੇ ਵੀ ਅਸੀਂ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਉਹਨੂੰ ਵੇਖਣਾ ਚਾਹ ਰਹੇ ਹਾਂ। ਤਾਂ ਹੁਣ ਵੇਖੋ ਅੱਗੇ ਕੀ ਕੰਮ ਨਿਕਲਦਾ ਇਹਦਾ। ਚਲੋ ਵਧੀਆ ਨਿਕਲੇ, ਸਹੀ ਗੱਲ, ਤਾਂ ਸਭ ਦਾ ਭਲਾ ਹੋਵੇ, ਬਿਲਕੁਲ ਚਾਹੁੰਦੇ ਹਾਂ। ਚਲੋ ਜੀ ਅੱਗੇ ਹੁਣ ਆਪਾਂ ਪੰਜਾਬ ਤੋਂ ਤੇ ਭਾਰਤ ਤੋਂ ਥੋੜਾ ਅੱਗੇ ਵਧੀਏ, ਆਪਾਂ ਇੰਟਰਨੈਸ਼ਨਲ ਲੈਵਲ ਤੇ ਆਪਾਂ ਗੱਲ ਕਰਦੇ ਹਾਂ। ਹਾਂਜੀ, ਅਗਲਾ ਮਸਲਾ ਇਹ ਹੈ ਕਿ ਬ੍ਰਿਟੇਨ ਵਿੱਚ ਚਰਚ ਆਫ ਇੰਗਲੈਂਡ ਨੇ ਈਸਾਈ ਧਰਮ ਵਿੱਚ ਅੰਤਮ ਸੰਸਕਾਰ ਲਈ ਤਰੀਕੇ ਬਦਲਣ ਲਈ ਵਿਸ਼ਵ ਪੱਧਰ ਤੇ ਇੱਕ ਮੀਟਿੰਗ ਸੱਦੀ ਹੈ। ਅੱਛਾ, ਇਹ ਮਸਲਾ ਕਾਫੀ ਦੇਰ ਤੋਂ ਪਹਿਲਾਂ ਵੀ ਲਟਕਿਆ ਸੀਗਾ, ਇਸ ਕਰਕੇ ਕਿ ਜਿਹੜੇ ਇਹ ਕ੍ਰਿਸਚਨ ਨੇ, ਯਹੂਦੀ ਨੇ, ਇਹ 240 ਕਰੋੜ ਓਵਰਆਲ ਦੁਨੀਆ 'ਤੇ ਹੈਗੇ, ਮਤਲਬ ਆਲਮੋਸਟ 30% ਹੈਗਾ ਉਹ ਪਾਪੂਲੇਸ਼ਨ ਦਾ। ਔਰ ਇਹਨਾਂ ਦੇ ਵਿੱਚ ਜਿੰਨੇ ਵੀ ਜਿਹਨਾਂ ਦੀ ਡੈਥ ਹੁੰਦੀ ਆ ਉਹਨਾਂ ਦੇ ਲਈ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਸਮਾਧਾਂ ਬਣਾਉਂਦੇ ਜਾਂ ਜਿੱਥੇ ਉਹ ਰੱਖਦੇ ਉਹਨਾਂ ਦੇ, ਔਰ ਉਹਦੇ ਉੱਤੇ ਸ਼ੇਰ ਵੀ ਲਿਖੇ ਜਾਂਦੇ ਆ ਅੰਗਰੇਜ਼ੀ 'ਚ। ਔਰ ਉਹ ਹੁਣ ਜਿੱਥੇ ਜਿੱਥੇ ਕਰਦੇ ਨੇ ਉਹ ਹੁਣ ਜਗ੍ਹਾ ਵੀ ਥੋੜ੍ਹੀ ਇਹਨਾਂ ਕੋਲ, ਜਿੱਥੇ ਇੰਗਲੈਂਡ ਛੋਟਾ ਹੀ ਆ, ਸਾਰਾ ਕੁਛ ਹੈਗਾ। ਹੁਣ ਇਹਨਾਂ ਨੇ ਕਿਹਾ ਕਿ ਜਿਹੜੀ ਅੰਤਮ ਸੰਸਕਾਰ ਆ ਉਹਦਾ ਮੈਥਡ ਜਿਹੜਾ ਦੂਜਾ ਉਹ ਬਦਲੀਏ। ਔਰ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਪਹਿਲਾਂ ਇਹ ਦਫਨਾਉਂਦੇ ਸੀ ਹੈ ਨਾ, ਸਿੱਖਾਂ 'ਚ ਹਿੰਦੂਆਂ 'ਚ ਜਿਹੜਾ ਹੈਗਾ ਇਹ ਅੱਗ ਦੇ ਸਪੁਰਦ ਕਰਕੇ ਹੈ ਨਾ, ਉਹਦੇ 'ਚ ਅੰਤਮ ਸੰਸਕਾਰ ਕੀਤਾ ਜਾਂਦਾ। ਇਹਨਾਂ ਦਾ ਹੁੰਦਾ ਸੀ ਕਿ ਉਹਨੂੰ ਦਫਨਾ ਕੇ ਮਿੱਟੀ 'ਚ ਉਸੇ ਤਰ੍ਹਾਂ ਮੁਸਲਮਾਨ ਵੀ ਇਸੇ ਤਰ੍ਹਾਂ ਕਰਦੇ ਆ। ਔਰ ਇਹਨਾਂ ਨੇ ਕਿਹਾ ਸੀ, ਔਰ ਅਜੇ ਵੀ ਕੈਨੇਡਾ ਵਗੈਰਾ ਅਮਰੀਕਾ 'ਚ ਜਿਹੜਾ ਹੈਗਾ ਉਹਦੇ 'ਚ ਬਿਜਲੀ ਨਾਲ ਸੰਸਕਾਰ ਹੁੰਦਾ ਉਹਦੇ ਨਾਲ ਹੀ। ਅਤੇ ਇਹਨਾਂ ਨੇ ਇੱਕ ਇਹ ਕੀਤਾ ਸੀਗਾ ਕਿ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਡੈਡ ਬੋਡੀ ਹੈ ਨਾ ਉਹਨੂੰ ਪਾਣੀ 'ਚ ਰੱਖ ਕੇ ਸਿਲੰਡਰ 'ਚ ਗੈਸ ਦੇ ਕੇ ਉਹਨੂੰ, ਤਾਂ ਜਦੋਂ ਗੈਸ ਦਿੱਤੀ ਜਾਂਦੀ ਹੈ ਸੋਡੀਅਮ ਕਾਰਬੋਨੇਟ ਜਿਹੜੀ ਗੈਸ ਦਿੰਦੇ ਆ, ਉਹਦੇ ਨਾਲ ਜਿਹੜੀ ਡੈਡ ਬੋਡੀ ਉਹਦਾ ਸਾਰਾ ਬਾਕੀ ਖਤਮ, ਹੱਡੀਆਂ ਰਹਿ ਜਾਂਦੀਆਂ, ਹੱਡੀਆਂ ਰਹਿ ਕੇ ਹੱਡੀਆਂ ਨੂੰ ਦੇ ਕੇ ਓਵਨ 'ਚ ਪਾ ਕੇ ਉਹਨਾਂ ਨੂੰ ਖਾਕ ਕਰ ਦਿੱਤਾ ਜਾਂਦਾ, ਖਾਕ ਕਰਕੇ ਫਿਰ ਉਹ ਜਲ ਪ੍ਰਵਾਹ ਕਰ ਦਿੰਦੇ ਸੀ। ਔਰ ਇਸੇ ਤਰ੍ਹਾਂ ਇਹਨਾਂ ਨੇ ਕਿਹਾ ਨਾ ਜਾਂ ਤਾਂ ਇਹਨੂੰ ਪਾਣੀ 'ਚ ਜਲ ਪ੍ਰਵਾਹ ਕਰੀਏ ਜਾਂ ਇਸ ਤਰ੍ਹਾਂ ਦਾ ਕਰੀਏ, ਤਾਂ ਕਿ ਜਿਹੜੇ ਉਹਨਾਂ ਦੇ ਜਿੱਥੇ ਸਮਾਧਾਂ ਬਣਦੀਆਂ ਸੀ, ਜਿੱਥੇ ਉਹਨਾਂ ਨੂੰ ਰੱਖਿਆ ਜਾਂਦਾ ਸੀਗਾ, ਉਹ ਹੁਣ ਜਗ੍ਹਾ ਵੀ ਇੰਨੀ ਕਿ ਹੈਗੀ ਆ, ਵਾਰ ਉੱਥੇ ਹੁੰਦਾ। ਤੁਸੀਂ ਪਿੰਡ ਦੀਆਂ ਹੀ ਵੇਖ ਲਓ, ਜਿਹੜੀ ਸ਼ਮਸ਼ਾਨ ਘਾਟ ਆ ਪਿੰਡਾਂ 'ਚ ਵੀ ਜਿਹੜੀਆਂ ਮੜੀਆਂ ਹੈਗੀਆਂ, ਉਹ ਕਈ ਵਾਰੀ ਇੱਕ ਜਗ੍ਹਾ 'ਤੇ ਹੀ 2-2 4-4 ਜਿਹੜੇ ਇਹਦੇ ਉਹਨਾਂ ਸੰਸਕਾਰ ਕੀਤਾ ਜਾਂਦਾ। ਇਸੇ ਤਰ੍ਹਾਂ ਦਾ ਹੁੰਦਾ
ਔਰ ਉਹ ਜਗ੍ਹਾ ਥੋੜ੍ਹੀ ਹੁੰਦੀ ਹੈ ਪਿੰਡ ਦੀ ਜਿਹੜੀ ਕਾਮਨ ਲੈਂਡ ਹੈਗੀ ਉਹਦੇ 'ਤੇ ਕੀਤਾ ਜਾਂਦਾ। ਇਸੇ ਤਰ੍ਹਾਂ ਹੀ ਮੁਸਲਿਮ ਜਿਹੜੇ ਹੈਗੇ ਉਹ ਵੀ ਦਫਨਾਉਂਦੇ ਹੀ ਆ, ਥੱਲੇ ਟੋਆ ਪੁੱਟ ਕੇ ਦਿੱਤੀ ਆ, ਉਹ ਸਾਰਾ ਕੁਛ। ਪਰ ਐਤਕੀ ਇਹਨਾਂ ਨੇ ਇਹ ਜਿਹੜਾ ਉੱਥੇ ਇਹਨਾਂ ਦੀ ਬੜੀ ਵੱਡੀ ਜਿਹੜੀ ਆ ਹੋਈ ਆ ਡਿਸਕਸ਼ਨ, ਔਰ ਉਹਨਾਂ ਨੇ ਕਿਹਾ ਕਿ ਜਿਹੜੇ ਆ ਜਿੰਨਾ ਵੀ ਪ੍ਰਦੂਸ਼ਣ ਫੈਲ ਰਿਹਾ ਜਾਂ ਜਿਹੜਾ ਕੁਛ ਉਹਦੇ 'ਚ ਜ਼ਹਿਰੀਲਾ ਮਾਦਾ ਹੋ ਰਿਹਾ ਉਹਨੂੰ ਥੋੜ੍ਹਾ ਜਿਹਾ ਅਵੋਇਡ ਕਰ ਲਈ ਇਹ ਤਰੀਕੇ ਨਾਲ ਕਰੀਏ ਕਿ ਤਾਂ ਕਿ ਲੋਕਾਂ ਨੂੰ ਜ਼ਹਿਰੀਲਾ ਮਾਦਾ ਨਾ ਆਵੇ। ਜਦੋਂ ਡੈੱਡ ਬੋਡੀ ਖਤਮ ਹੋ ਜਾਂਦੀ ਸਭ ਕੁਝ ਤਾਂ ਉਹਦੀ ਫਿਰ ਬਦਬੂ ਜੇ ਥੋੜ੍ਹੀ ਦੇਰ ਪਵੇ ਤਾਂ ਬਦਬੂ ਮਾਰਨਾ ਸ਼ੁਰੂ ਕਰ ਦਿੰਦੇ ਆ। ਇੱਕ ਮਮੀਫਾਈਡ ਵੀ ਹੁੰਦਾ ਸੀਗਾ। ਮਮੀਫਾਈਡ ਦਾ ਮਤਲਬ ਸੀ ਉਹ 'ਚ ਕੈਮੀਕਲ ਲਾ ਕੇ ਸਾਰਾ ਕੁਝ ਕਰਕੇ ਉਹ ਕਈ ਸਾਲ ਅਜੇ ਪਏ ਆ। ਉਹ ਯੂਨਾਨ 'ਚ, ਮਿਸਰ 'ਚ ਇਹ ਬੋਡੀ ਪਈਆਂ ਅਜੇ ਤੱਕ, ਉਹ ਲੋਕ ਵੇਖਦੇ ਉਹਨਾਂ ਨੂੰ, ਮਮੀਫਾਈਡ ਵਾਲਿਆਂ ਨੂੰ ਸਾਰੀਆਂ ਨੂੰ। ਔਰ ਬੜੇ ਤਰੀਕੇ ਹੈਗੇ ਆ ਆਲ ਓਵਰ ਵਰਲਡ ਦੇ ਵਿੱਚ। ਨੰਬਰ 2 ਹੈਗਾ ਪਾਪੂਲੇਸ਼ਨ ਵੱਧ ਗਈ ਬਹੁਤ ਜ਼ਿਆਦਾ। ਹੁਣ ਤੁਸੀਂ ਚਾਈਨਾ 'ਚ ਦੇਖ ਲਓ, ਆਪਣੇ ਇੰਡੀਆ 'ਚ ਦੇਖ ਲਓ ਕਿੰਨੀ ਪਾਪੂਲੇਸ਼ਨ ਹੋ ਗਈ ਆ। ਕਰੋਨਾ ਜਦੋਂ ਆਇਆ, ਮਹਾਂਮਾਰੀ ਆਈ ਹੈ, ਤੁਹਾਨੂੰ ਯਾਦ ਹੋਣਾ ਚਾਹੀਦਾ, ਸਾਡੇ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ, ਉਹਦੇ ਵਿੱਚ ਉਹਨਾਂ ਦਾ ਸੰਸਕਾਰ ਕਰਨ ਲਈ ਕੋਈ ਮਗਰ ਨਹੀਂ ਸੀ ਆਉਂਦਾ। ਜੇ ਆਉਂਦਾ ਸੀ ਤਾਂ ਲੱਕੜਾਂ ਨਹੀਂ ਸੀ ਮਿਲਦੀਆਂ ਸੰਸਕਾਰ ਕਰਨ ਲਈ, ਸਾੜਨ ਲਈ। ਉਹਨਾਂ ਨੂੰ ਦੱਬਣ ਨਹੀਂ ਸੀ ਕੋਈ ਦਿੰਦਾ, ਉਹਨਾਂ ਨੂੰ ਦਫਨਾਉਣ ਲਈ ਵੀ ਕੋਈ ਇਹ ਨਹੀਂ ਸੀ ਆਉਂਦਾ ਉਦੋਂ, ਕਿਉਂਕਿ ਇਹਨਾਂ ਨੂੰ ਪਤਾ ਸੀ ਇਹਦੇ ਨਾਲ ਬਦਬੂ ਫੈਲੇਗੀ ਔਰ ਲੋਕ ਬਿਮਾਰ ਹੋਣਗੇ। ਔਰ ਦੇਖੋ ਇਹ ਹੁੰਦਾ ਪਹਿਲਾਂ ਜਿੰਦਾ ਬੰਦਾ ਤਾਂ ਠੀਕ ਹੈਗਾ, ਜਦੋਂ ਤੁਰਿਆ ਫਿਰਦਾ ਸਭ ਕੁਛ ਆ, ਫਿਰ ਉਹਦੇ ਨਾਲ ਸਾਰੇ ਹੱਸਣਗੇ ਖੇਡਣਗੇ। ਜਦੋਂ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਉਦੋਂ ਨਾ ਤਾਂ ਕੋਈ ਜਗ੍ਹਾ ਦਿੰਦਾ ਉਹਦੇ ਲਈ, ਕਿੱਥੇ ਇਹਨੇ ਜਾਣਾ। ਜਿਹੜੇ ਵਿਚਾਰੇ ਲਾਵਾਰਸ, ਜਿਨ੍ਹਾਂ ਨੂੰ ਕੋਈ ਵਾਰਸ ਨਹੀਂ ਆਉਂਦਾ, ਉਹਨਾਂ ਦੀ ਹਾਲਤ ਬੜੀ ਨਾਜ਼ੁਕ ਹੁੰਦੀ ਹੈ। ਔਰ ਇਹਨੂੰ ਦੇਖੋ, ਵੈਸੇ ਮਸਲਾ ਤਾਂ ਅੱਛਾ ਇਹਨਾਂ ਨੇ ਛੇੜਿਆ ਕਿ ਜਿਹੜੇ ਉਹਨਾਂ ਦੇ ਬਣਾਉਂਦੇ ਨੇ, ਜਿੱਥੇ ਸਮਾਧਾਂ ਬਣਾਉਂਦੇ ਜਾਂ ਜਿੱਥੇ ਉਹਨਾਂ ਨੂੰ ਦੱਬਿਆ ਜਾਂਦਾ ਸਾਰਾ ਕੁਛ ਹੁੰਦਾ, ਤਾਂ ਸ਼ਾਇਰੋ ਸ਼ਾਇਰੀ ਲਿਖਦੇ ਬੜੀ ਅੱਛੀ ਹੁੰਦੀ ਹੈ। ਪਰ ਉਹਨਾਂ ਨੇ ਕਿਹਾ ਕਿ ਹੁਣ ਇੱਥੋਂ ਤੱਕ ਸਾਇੰਸ ਚਲੇ ਗਈ ਹੈ, ਇਹਨੂੰ ਅਸੀਂ ਕੈਮੀਕਲ ਪਾ ਕੇ ਉਹਨਾਂ ਦੀ ਹੱਡੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਖਾਕ ਕਰਕੇ ਅਤੇ ਪਾਣੀ 'ਚ ਜਲ ਪ੍ਰਵਾਹ ਕਰ ਸਕਦੇ ਹਾਂ। ਔਰ ਇਹ ਬੜਾ ਅੱਛਾ ਵਧੀਆ ਮਸਲਾ ਹੈਗਾ ਕਿ ਮਰਨਾ ਤਾਂ ਹਰ ਇੱਕ ਨੇ ਆ, ਇਸ ਦੁਨੀਆ ਨੂੰ ਅਲਵਿਦਾ ਕਹਿਣਾ ਹੀ ਕਹਿਣਾ, ਜਾਣਾ ਵੀ ਹੈਗਾ। ਪਰ ਉਦੋਂ ਪਹਿਲਾਂ ਜਿਹੜੀ ਪਰੰਪਰਾ ਬਣ ਗਈ ਉਹੀ ਚੱਲੇਗੀ, ਪੂਰੀ ਦੀ ਪੂਰੀ ਦੁਨੀਆ ਰਹਿੰਦੀ ਤੱਕ ਉਹ ਚੱਲੇਗੀ। ਆਹ ਜਿਹੜੇ ਹੁਣ ਆਪਾਂ ਦੇਖ ਰਹੇ ਹਾਂ ਇਹ ਵੀ ਆਪਣੇ ਪੂਰਵਜ ਨੇ ਬਣਾਏ ਆ, ਆਪਣੇ ਤੋਂ ਵੱਡਿਆਂ ਨੇ, ਆਪਣੇ ਦਾਦੇ ਪੜਦਾਦੇ ਹੈ ਨਾ, ਉਹਨਾਂ ਨੇ ਬਣਾਏ ਆ ਜਿਹੜਾ ਵੀ ਕੁਛ ਹੈਗਾ। ਔਰ ਧਰਮ 'ਤੇ ਆਧਾਰਿਤ ਹੈ ਸਾਰੇ, ਮੁਸਲਮਾਨਾਂ ਦਾ, ਕ੍ਰਿਸਚਨਾਂ ਦਾ, ਹਿੰਦੂਆਂ ਦਾ, ਸਿੱਖਾਂ ਦਾ, ਸਾਰਾ ਕੁਛ ਵੱਖਰੇ ਵੱਖਰੇ ਹੈਗੇ। ਜਿੰਨੇ ਧਰਮ ਨੇ ਉਹਨੇ ਲੋਕਾਂ ਦੇ ਅਕੀਦੇ, ਉਹਨੀਆਂ ਪਰੰਪਰਾਵਾਂ, ਉਹਨੀਆਂ ਹੀ ਸਾਰਾ ਕੁਛ ਹੈਗਾ। ਔਰ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਰੀਤੀ ਰਿਵਾਜ ਨੇ ਉਹਨਾਂ ਨੂੰ ਵੀ ਫਾਲੋ ਕਰਨਾ ਪੈਂਦਾ, ਔਰ ਲੋਕ ਫਾਲੋ ਕਰ ਰਹੇ ਆ, ਕਰਨਾ ਪੈਂਦਾ ਸਾਰਿਆਂ ਨੂੰ। ਜੀ ਬਿਲਕੁਲ ਠੀਕ ਆ। ਹੁਣ ਆਪਾਂ ਅੱਗੇ ਵਧੀਏ ਜੀ। ਤੁਰਕੀ ਅਤੇ ਸੀਰੀਆ ਵਿੱਚ ਕੁਦਰਤ ਦਾ ਕਹਿਰ, ਲੱਖਾਂ ਲੋਕਾਂ ਦੀ ਮੌਤ ਤੇ ਬਹੁਤ ਸਾਰੇ ਲੋਕ ਬੇਘਰ ਹੋ ਗਏ ਨੇ। ਇਹ ਤਾਂ ਬੜਾ ਵੱਡਾ ਜਿਹੜਾ ਨਾ ਕਹਿਰ ਹੋਇਆ, ਜਿਹਦੇ ਵਿੱਚ ਇਹਨਾਂ ਦੋਨਾਂ ਦੇਸ਼ਾਂ ਦਾ ਇੰਨਾ ਕੁਛ ਹੋਇਆ ਕਿ ਅਜੇ ਗਿਣਤੀ ਨਹੀਂ ਹੋ ਰਹੀ। ਬੇਗਿਣਤ ਲੋਕ ਮਾਰੇ ਗਏ, ਕਈ ਵਿਚਾਰੇ ਮਿੱਟੀ ਦੇ ਥੱਲੇ ਦੱਬੇ ਆ, ਬਿਲਡਿੰਗਾਂ ਟੁੱਟ ਗਈਆਂ, ਇਮਾਰਤਾਂ 'ਚ ਤਰੇੜਾਂ ਆ ਗਈਆਂ, ਜ਼ਮੀਨ 'ਚ ਤਰੇੜਾਂ ਆ ਗਈਆਂ। ਔਰ ਇਹ ਜਿਹੜਾ ਇਹਨਾਂ ਦਾ ਰਿਐਕਟਰ ਸੀ ਉਹ ਵੀ ਬੜਾ ਜ਼ਿਆਦਾ ਹੈਵੀ ਸੀਗਾ। ਇਹਦੇ ਵਿੱਚ ਇਹ 'ਚ 3 ਪਲੇਟਾਂ ਹੁੰਦੀਆਂ ਨਾ, ਪਲੇਟਾਂ ਜਿਹੜੀਆਂ ਲੱਗਦੀਆਂ ਥੱਲੇ ਜ਼ਮੀਨ ਦੇ ਥੱਲੇ, ਉਹ ਖਿਸਕਦੀਆਂ ਇੱਕ ਦੂਜੇ ਨਾਲ, ਉਦੋਂ ਫਿਰ ਜ਼ਮੀਨ ਟੁੱਟਦੀ ਭੱਜਦੀ ਆ। ਜਿਸ ਤਰ੍ਹਾਂ ਜਾਪਾਨ ਦੇ ਵਿੱਚ ਵੀ ਇਸੇ ਤਰ੍ਹਾਂ ਰਹੇ ਪਹਿਲੋਂ, ਅੱਜ ਤੱਕ ਉੱਥੇ ਜਾਪਾਨ ਦੇ ਵਿੱਚ ਬਹੁਤ ਘਰ ਤੁਹਾਨੂੰ ਔਨ ਵੀਲ ਉਹਦੇ ਬਣੇ ਨਜ਼ਰ ਆਉਣਗੇ। ਔਰ ਇਸ ਤਰ੍ਹਾਂ ਕੋਟਾ, ਬੂੰਦੀ ਕੋਟਾ, ਆਪਣੇ ਇੱਥੇ ਇੰਡੀਆ 'ਚ ਵੀ ਬਹੁਤ ਰਿਹਾ, ਰਾਜਸਥਾਨ ਦੇ ਵਿੱਚ ਵੀ ਰਹੇ, ਅਰਥਕਵੇਕ ਆਉਂਦੇ ਰਹੇ ਆ। ਔਰ ਉਹਨਾਂ ਭੁਚਾਲ ਦੇ ਨਾਲ ਦੁਨੀਆ ਤਹਿਸ਼ ਨਹਿਸ਼ ਹੋ ਜਾਂਦੀ ਹੈ, ਬੜਾ ਕੁਛ ਹੁੰਦਾ। ਆਪਣੇ ਗੁਆਂਢੀ ਨੇਪਾਲ 'ਚ ਵੀ ਬਹੁਤ ਕੁਛ ਹੋਇਆ। ਔਰ ਧਾਰਮਿਕ ਏਜੰਸੀਆਂ ਜਿੰਨੀਆਂ ਨੇ ਇਹਨਾਂ ਬੜਾ ਕੁਛ ਦਿੱਤਾ, ਪੈਸਾ ਦਿੱਤਾ, ਕੰਬਲ ਦਿੱਤੇ, ਖਾਣਾ ਬੜਾ ਕੁਛ ਭੇਜਿਆ। ਔਰ ਇਹ 'ਚ ਬੱਚੇ ਜਿਹੜੇ ਵਿਚਾਰੇ ਦੱਬੇ ਗਏ, ਚੀਕਾਂ ਮਾਰਦੇ ਥੱਲੇ, ਬਜ਼ੁਰਗ ਔਰਤਾਂ, ਬਜ਼ੁਰਗ ਬਾਪੂ ਵਿਚਾਰੇ ਰੋਂਦੇ ਥੱਲੇ ਆ। ਜਦੋਂ ਕਿਸੇ ਦੇ ਜਾਨ 'ਤੇ ਭਾਰੀ ਪੈਂਦੀ ਹੈ ਬੜਾ ਔਖਾ ਹੁੰਦਾ। ਪਰ ਉਹਨਾਂ ਨੂੰ ਬਚਾਉਣ ਲਈ ਰੱਬ ਨੇ ਉਹਦਾ ਸਹਾਰਾ ਬਣ ਕੇ ਆ ਜਾਂਦੇ ਆ। ਰੱਬ ਆਪ ਤਾਂ ਕੀ ਆਉਣਾ, ਉਹਨੇ ਸਹਾਰਾ ਬਣ ਕੇ ਬੰਦੇ ਹੀ ਆਉਂਦੇ ਆ, ਬੰਦੇ ਬਚਾਉਂਦੇ ਆ। ਉਹਨਾਂ ਨੇ ਕੀਤਾ। ਔਰ ਇੱਦਾਂ ਦੀ ਬਿਪਤਾ ਵੈਸੇ ਨਾ ਪਵੇ ਕਿਤੇ, ਜਦੋਂ ਪੈਂਦੀ ਆ ਫਿਰ ਸਾਰਾ ਕੁਝ ਭੁੱਲ ਜਾਂਦਾ ਬਹੁਤ ਜ਼ਿਆਦਾ। ਜਦੋਂ ਛੱਤੀ ਤੁਹਾਡੇ 'ਤੇ ਡਿੱਗ ਪਈ, ਛਾਤੀ ਡਿੱਗ ਪਈ, ਤਾਂ ਤੁਹਾਡੀਆਂ ਬੰਦੇ 'ਚ ਹੁੰਦਾ ਕੀ? ਬੰਦਾ ਮੋਟਰਸਾਈਕਲ ਤੋਂ ਡਿੱਗ ਕੇ, ਬਾਈਕ ਤੋਂ ਡਿੱਗ ਕੇ, ਜਾਂ ਸਿਰ ਵਜੇ ਤੇ ਬੰਦਾ ਗਿਆ, ਹੈ ਨਾ, ਐਕਟਿਵਾ ਤੋਂ ਡਿੱਗ ਪਿਆ ਉੱਥੋਂ ਗਿਆ, ਜਾਂ ਸਾਈਕਲ ਤੋਂ ਡਿੱਗ ਪਿਆ ਤਾਂ ਗਿਆ, ਬੰਦੇ 'ਚ ਕੁਛ ਨਹੀਂ। ਪਰ ਜਦੋਂ ਛੱਤ ਉੱਥੋਂ ਡਿੱਗੀ, ਜਦੋਂ ਤੁਹਾਡੇ 'ਤੇ ਲੈਂਟਰ ਆ ਡਿੱਗਾ, ਤਾਂ ਖਤਮ ਸਾਰਾ ਕੁਛ ਹੈਗਾ। ਉਹਦੇ ਨਾਲ ਉਹ ਕਹਿੰਦੇ, ਇਹਨਾਂ ਨੇ ਕਹਿ ਦਿੱਤਾ, ਉੱਥੇ ਲੋਕ ਰੋਂਦੇ ਆ, ਉਹ ਕਹਿੰਦੇ ਭੁਚਾਲ ਨਹੀਂ, ਇਹ ਪਰਲੋ ਆ ਗਈ ਹੈ ਸਾਡੇ 'ਤੇ। ਪਰਲੋ ਮਤਲਬ ਹੁੰਦੀ ਆ ਜਦੋਂ ਅੰਧੇਰਾ ਤੇ ਦੁਨੀਆ ਖਤਮ ਹੋ ਜਾਏ। ਉਹ ਹੈ ਨਾ, ਆਪ ਮਰੇ ਤੇ ਜੱਗ ਪਰਲੋ, ਆਪ ਮਰ ਗਏ ਤਾਂ ਖਤਮ ਹੋ ਗਈ। ਔਰ ਇਹ ਬੜੀ ਵੱਡੀ ਤਰਾਸਦੀ ਹੈ ਸਾਡੇ ਪੂਰੇ ਦੁਨੀਆ ਦੀ। ਔਰ ਇਹਦੇ ਵਿੱਚ ਮੋਦੀ ਸਰਕਾਰ ਨੇ ਔਰ ਹਿੰਦੁਸਤਾਨ ਦੀ ਗੌਰਮੈਂਟ ਨੇ ਕਹਿਤਾ ਕਿ ਅਸੀਂ ਵੀ ਉਹ 'ਚ ਸਰਦਾ ਬਣਦਾ ਕੁਛ ਕਰਾਂਗੇ। USA ਔਰ ਕੈਨੇਡਾ, ਬਾਕੀ ਬਾਹਰਲੇ ਦੇਸ਼ਾਂ ਦੀ ਹੋਰ ਵੀ ਜਿਹੜੀਆਂ ਸਰਕਾਰਾਂ, ਉਹਨਾਂ ਨੇ ਕਹਿਤਾ ਕਿ ਅਸੀਂ ਉਹਦੇ ਵਿੱਚ ਆਪਣਾ ਹਿੱਸਾ ਪਾਵਾਂਗੇ ਤਾਂ ਕਿ ਇਹਨਾਂ ਦੇ ਬੱਚਿਆਂ ਨੂੰ ਬਚਾਇਆ ਜਾ ਸਕੇ ਔਰ ਇਹਨਾਂ ਦੀਆਂ ਇਮਾਰਤਾਂ ਫਿਰ ਦੁਬਾਰਾ ਉਸਾਰੀਆਂ ਜਾਣ। ਔਰ ਇਹ ਜਿਹੜੀ ਤਰਾਸਦੀ ਆ, ਇਹਨੂੰ ਹੁਣ ਲੋਕਾਂ ਨੇ ਹੀ ਵੇਖਣਾ, ਆ ਕੇ ਜਨਤਾ ਨੇ ਵੇਖਣਾ ਹੈਗਾ
ਰੱਬ ਨੇ ਤਾਂ ਆਉਣਾ ਨਹੀਂ, ਕੁਦਰਤ ਨੇ ਤਾਂ ਆਉਣਾ। ਕੁਦਰਤ ਦੀ ਕਰੋਪੀ ਹੈਗੀ ਹੈ ਉਹਨਾਂ 'ਤੇ, ਇਹ ਕਦੋਂ ਕਿਤੇ ਕਿੱਥੇ ਵਾਪਰ ਜਾਂਦੀ ਹੈ ਇਹ ਪਤਾ ਨਹੀਂ ਹੁੰਦਾ। ਕਿ ਹੁਣ ਸੀਰੀਆ 'ਚ ਤੁਰਕੀ 'ਚ ਗਈ ਆ, ਬਾਕੀ ਦੇਸ਼ਾਂ 'ਚ ਵੀ ਪਤਾ ਨਹੀਂ ਕਿਹੜੇ ਵੇਲੇ ਕੀ ਕੁਛ ਹੋ ਸਕਦਾ। ਔਰ ਇਹਨਾਂ ਤੋਂ ਬਚਾਉਣ ਲਈ ਤਾਂ ਫਿਰ ਵਾਹਿਗੁਰੂ ਦਾ ਆਸਰਾ, ਉਹਨਾਂ ਦੀ ਓਟ ਹੈ ਸਾਰਾ ਕੁਛ। ਬਿਲਕੁਲ ਸਹੀ ਗੱਲ ਹੈ ਜੀ। ਸੋ ਅਸੀਂ ਇਹੀ ਅਰਦਾਸ ਕਰਾਂਗੇ ਕਿ ਸਾਰੀ ਦੁਨੀਆ ਦੇ ਵਿੱਚ ਸੁੱਖ ਸ਼ਾਂਤੀ ਹੋਵੇ। ਜਿੱਥੇ ਜੰਗਾਂ ਲੱਗੀਆਂ ਨੇ ਜੰਗਾਂ ਰੁਕ ਜਾਣ, ਜਿੱਥੇ ਕੁਦਰਤ ਦਾ ਕਹਿਰ ਹੈ ਉੱਥੇ ਵੀ ਸਾਰੇ ਮਿਲ ਕੇ ਇੱਕ ਦੂਜੇ ਦੀ ਸਹਾਇਤਾ ਕਰਨ ਤੇ ਕੁਦਰਤ ਦਾ ਕਹਿਰ ਵੀ ਨਾ ਹੋਵੇ। ਮਤਲਬ तमाम ਦੁਨੀਆ ਇੱਕ ਪਰਿਵਾਰ ਹੈ ਜ਼ਰੂਰ, ਤੇ ਸਾਰਾ ਪਰਿਵਾਰ ਮਿਲ ਜੁਲ ਕੇ ਰਵੇ ਸੁੱਖ ਸ਼ਾਂਤੀ ਨਾਲ। ਇਸ ਧਰਤੀ ਦੇ ਵਾਸੀ ਹਾਂ ਅਸੀਂ ਤੇ ਧਰਤੀ ਦਾ ਵਾਤਾਵਰਣ ਦਾ ਸਹੀ ਇਸਤੇਮਾਲ ਕਰੀਏ ਤੇ ਸਾਰਿਆਂ ਨੂੰ ਤਰੱਕੀ ਦਾ, ਸਾਰਿਆਂ ਨੂੰ ਆਪਣੇ ਹੁਨਰ ਦੇ ਵਿਕਾਸ ਦਾ ਮੌਕਾ ਮਿਲੇ। ਅਸੀਂ ਇਹੀ ਚਾਹੁੰਦੇ ਹਾਂ। ਸੋ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚੱਲੀਏ ਬਲਕਾਰ? ਜ਼ਰੂਰ, ਬਿਲਕੁਲ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।